ਵੀ ਜਿਹੜਾ ਕੇਂਦਰ ਨੇ ਫਲੱਡ ਰਿਲੀਫ ਦਾ ਪੈਸਾ ਦੇਣਾ ਉਹ ਕੇਂਦਰ ਸਰਕਾਰ ਦਾ ਥੋੜੀ ਹੈ। ਇਹ ਨੈਚੁਰਲ ਡਿਜ਼ਾਸਟਰ ਫੰਡ ਹੈ। ਜੀ 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 ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਇੱਕ ਫੰਡ ਹੈ। ਸਾਡਾ ਪੈਸਾ ਸਾਨੂੰ ਮਿਲਣਾ ਚਾਹੀਦਾ। ਗੱਲ ਇਹ ਹੈਗੀ ਹੈ ਤੇ ਸਾਨੂੰ ਇਹਦੇ ਚ ਮੰਗਣ 'ਚ ਕੀ ਸ਼ਰਮ ਹੈ, ਕੀ ਝਿਜਕ ਹੈ। ਅਸੀਂ ਕੋਈ ਭੀਖ ਮੰਗਣ ਥੋੜੀ, ਸਾਡਾ ਕੋਈ ਰਾਈਟ ਹੈ, ਸਾਡਾ ਕੋਈ ਅਧਿਕਾਰ ਬਣਦਾ। ਅਸੀਂ ਉਹ ਅਧਿਕਾਰ ਜਿਹੜਾ ਉਹ ਲੈਣਾ। ਮਤਲਬ ਪਿਛਲੇ ਕਈ ਸਾਲਾਂ ਦੇ ਵਿੱਚ ਪੰਜਾਬ ਨੂੰ ਉਹਦੇ 'ਚ ਪੈਸਾ ਹੀ ਨਹੀਂ ਮਿਲਿਆ ਜੀ। ਤੇ ਪੰਜਾਬ ਨੂੰ ਆਪਣਾ ਹੱਕ ਲੈਣਾ ਚਾਹੀਦਾ ਤੇ ਆਪਣੇ ਲੋਕਾਂ ਨੂੰ ਦੇਣਾ ਚਾਹੀਦਾ। ਇਹਦੇ 'ਚ ਨਾ ਕੋਈ ਭੀਖ ਦੀ ਹੈ, ਨਾ ਕੋਈ ਸੰਗ ਸ਼ਰਮ ਦਾ ਮਾਮਲਾ। ਅਸੀਂ ਆਪਣੇ ਰਾਈਟ ਲੈਣੇ ਆ। ਜਿਹੜੇ ਗਵਰਨਰ ਵੱਲੋਂ ਲਿਖੇ ਲੈਟਰ ਹੈ ਉਹਨਾਂ ਨੂੰ ਠੀਕ ਭਾਵਨਾ 'ਚ ਲੈਣ ਦੀ ਲੋੜ ਹੈ। ਉਹਨਾਂ ਨੂੰ ਮਜ਼ਾਕ ਉਡਾਉਣ ਦੇ ਮੇਰੇ ਖਿਆਲ ਲਹਿਜੇ 'ਚ ਨਹੀਂ ਲਿਆ ਜਾਣਾ ਚਾਹੀਦਾ, ਨਾ ਵੀ ਉਹਨਾਂ ਨੂੰ ਲਵ ਲੈਟਰ ਕਹਿਣ ਦੀ ਲੋੜ ਹੈਗੀ ਹੈ। ਉਹਨਾਂ ਦਾ ਉਸੇ ਸੰਜੀਦਗੀ ਨਾਲ ਜਵਾਬ ਦੇਣ ਦੀ ਲੋੜ ਹੈਗੀ ਹੈ। ਉਹਨਾਂ ਨੂੰ ਬਕਾਇਦਾ ਐਡਰੈਸ ਕਰਨਾ ਚਾਹੀਦਾ। ਜਿੱਥੇ ਲੋੜ ਹਾਰਡ ਹਿਟਿੰਗ ਕਰਨ ਦੀ ਉੱਥੇ ਕਰਨੀ ਚਾਹੀਦੀ ਹੈ ਵੀ ਆਹ ਸਾਡੇ ਮਾਮਲੇ ਆ, ਤੁਸੀਂ ਇਹਨਾਂ 'ਚ ਦਖਲ ਨਹੀਂ ਦੇ ਸਕਦੇ। ਗਵਰਨਰ ਕਿਉਂਕਿ ਉਹ ਕੰਸਟੀਟਿਊਸ਼ਨਲ ਹੈੱਡ ਹੈ, ਉਹਨੂੰ ਜਾਣਕਾਰੀ ਦੇ ਦੇਣੀ ਚਾਹੀਦੀ। ਪਰ ਜਿਹੜੇ ਮਾਮਲਿਆਂ ਦੇ ਵਿੱਚ ਜ਼ਿਆਦਾ ਦਖਲ ਹੁੰਦਾ ਜੀ ਉੱਥੇ ਤੋਂ ਫਾਈਟ ਕਰਨਾ ਚਾਹੀਦਾ। ਜਿਸ ਅਸੀਂ ਦੌਰ 'ਚ ਰਹਿ ਰਹੇ ਹਾਂ, ਅਸੀਂ ਆਪਣੇ ਆਪ ਨੂੰ ਕਹਿ ਰਹੇ ਹਾਂ ਵੀ 21ਵੀਂ ਸਦੀ ਦੇ ਮਾਡਰਨ ਯੁੱਗ 'ਚ ਜਾ ਰਹੇ ਹਾਂ, ਪਰ ਉਹ ਘਟਨਾਵਾਂ ਇਹ ਦਰਸਾਉਂਦੀਆਂ ਕਿ ਅਸੀਂ ਮੱਧ ਯੁੱਗ ਵੱਲ ਨੂੰ ਵੱਧ ਰਹੇ ਹਾਂ। ਦਰਿੰਦਗੀ ਦੀ ਕੋਈ ਹੱਦ ਹੁੰਦੀ ਹੈ, ਮਤਲਬ ਉਹ ਸਾਰੀਆਂ ਹੱਦਾਂ ਜਿਹੜੀਆਂ ਪਾਰ ਕੀਤੀਆਂ ਗਈਆਂ। ਪ੍ਰਧਾਨ ਮੰਤਰੀ ਇਸ ਮੁੱਦੇ ਤੇ ਬੋਲਣ ਲਈ ਤਿਆਰ ਹੀ ਨਹੀਂ, ਮੂੰਹ ਖੋਲਣ ਲਈ ਤਿਆਰ ਹੀ ਨਹੀਂ। ਇਹ ਦੇਸ਼ ਦਾ ਪ੍ਰਧਾਨ ਮੰਤਰੀ ਕਿੰਨਾ ਚਿਰ ਮੂੰਹ 'ਚ ਪਾਏਗਾ, ਕਿੰਨਾ ਚਿਰ ਇਸ ਗੱਲ ਤੋਂ ਬਚ ਕੇ ਚੱਲੇਗਾ ਵੀ ਅਸੀਂ ਜਵਾਬ ਨਹੀਂ ਦੇਣਾ। ਜਵਾਬ ਤਾਂ ਅੱਜ ਨਹੀਂ ਦਿਓਗੇ, ਜਵਾਬ ਤਾਂ ਦੇਣਾ ਹੀ ਪਏਗਾ। ਇਹ ਦੇਸ਼ ਦੇ ਵਿੱਚ ਜਿਹੜਾ ਮਾਹੌਲ ਹੈ ਨਾ, ਜਿਹੜੀ ਰਾਜਨੀਤੀ ਹੈ, ਜਦੋਂ ਤੁਸੀਂ ਮੁੱਦੇ ਨਹੀਂ ਹੱਲ ਕਰਦੇ ਤਾਂ ਤੁਸੀਂ ਜਿਹੜਾ ਹੋਰ ਇਸ਼ੂ ਜਿਹੜੇ ਆ ਉਹਨਾਂ ਨੂੰ ਲਿਆਉਂਦੇ ਆ। ਜਿਹੜਾ ਨੂੰਹ ਦਾ ਇਲਾਕਾ ਜਾਂ ਮਵਾਦ ਦਾ ਇਲਾਕਾ ਉਹ ਮੁਸਲਿਮ ਇਲਾਕਾ ਹੈ। ਤੁਸੀਂ ਠੀਕ ਆ, ਪਹਿਲਾਂ ਵੀ ਉੱਥੋਂ ਜਲੂਸ ਨਿਕਲਦੇ ਆ ਤੇ ਜਿਹੜੀਆਂ ਬਿਆਨਬਾਜ਼ੀਆਂ ਮੋਨੂ ਮਾਨੇ ਸਰ ਨੇ ਜਾਂ ਬਜਰੰਗ ਦਲ ਵਾਲਿਆਂ ਨੇ ਉਹਨਾਂ ਨੇ ਜਿਹੜੀ ਬਿਆਨਬਾਜ਼ੀ ਕੀਤੀ ਆ ਉਹਨੂੰ ਦੇਖਦੇ ਆ ਤੁਸੀਂ ਉਹਦੀ ਆਗਿਆ ਕਿਉਂ ਦਿੱਤੀ? ਜਦੋਂ ਮਾਮਲਾ ਸੈਂਸਿਟਿਵ ਹੈ, ਜਦੋਂ ਅਗਲੀ ਚੋਣ ਆਉਣ ਵਾਲੀ ਹੈ, ਹਰਿਆਣੇ ਦੀ ਵੀ ਆਉਣੀ, ਲੋਕ ਸਭਾ ਦੀ ਵੀ ਆਉਣੀ, ਤੁਸੀਂ ਇਸ ਗੱਲ ਨੂੰ ਇਨਸ਼ੋਰ ਕਿਉਂ ਨਹੀਂ ਕਰਾਇਆ ਵੀ ਇਹ ਜਿਹੜੇ ਪ੍ਰਸ਼ਾਸਨ ਆ ਉਹਦੇ 'ਚ ਹਥਿਆਰ ਨਾ ਹੋਣ? ਸਵਾਲ ਲੋਕ ਪੁੱਛਣਗੇ ਕਿ ਤੁਸੀਂ ਸਰਕਾਰ ਨੇ ਕੀਤਾ ਕੀ, ਪੁਲਿਸ ਨੇ ਕੀਤਾ ਕੀ? ਕੱਲ ਸੁਪਰੀਮ ਕੋਰਟ ਨੇ ਜਿਹੜਾ ਗੁਜਰਾਤ ਹਾਈ ਟ੍ਰਾਇਲ ਕੋਰਟ ਦਾ ਫੈਸਲਾ ਸੀ ਤੇ ਉਹ ਤੋਂ ਬਾਅਦ ਹਾਈ ਕੋਰਟ ਦਾ ਫੈਸਲਾ ਸੀਗਾ ਰਾਹੁਲ ਗਾਂਧੀ ਜੀ ਜਿਹੜੀ ਡੈਫਾਮੇਸ਼ਨ ਦਾ ਮਾਮਲਾ ਸੀਗਾ, ਉਹਨੂੰ ਉਹਦੇ ਤੇ ਰੋਕ ਲਾਉਣ ਦਾ ਤੇ ਉਹਦੀ ਮੈਂਬਰੀ ਬਹਾਲ ਕਰਨ ਦਾ, ਤੇ ਨਾਲ ਉਹਨਾਂ ਨੇ ਆਪਣੀ ਹੀ ਨਿਆਂਪਾਲਿਕਾ ਜਿਹੜੀਆਂ ਇਹ ਜਿਹੜੀ ਟ੍ਰਾਇਲ ਕੋਰਟ ਹੈ ਤੇ ਹਾਈ ਕੋਰਟ ਹੈ ਉਹਦੇ ਤੇ ਸਵਾਲ ਕੀਤੇ ਆ ਵੀ ਤੁਸੀਂ ਇਹ ਦਿਖਿਆ ਹੀ ਨਹੀਂ ਆਪਣੇ ਫੈਸਲੇ ਦੇ ਵਿੱਚ ਵੀ ਮੈਕਸਿਮਮ ਸਜ਼ਾ ਕਿਉਂ ਦਿੱਤੀ ਗਈ। ਉਹਦਾ ਕੋਈ ਰੀਜ਼ਨ ਐਕਸਪਲੇਨ ਨਹੀਂ ਕੀਤਾ, ਵਜ੍ਹਾ ਨਹੀਂ ਐਕਸਪਲੇਨ ਕੀਤੀ ਗਈ। ਤੇ ਜਦੋਂ ਤੁਸੀਂ ਵਜ੍ਹਾ ਐਕਸਪਲੇਨ ਨਹੀਂ ਕੀਤੀ ਫਿਰ ਸਜ਼ਾ ਕਾਹਦੀ? ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਪ੍ਰੋਗਰਾਮ ਅਨਕਟ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਮੈਂ ਬਿੰਦੂ ਸਿੰਘ ਲੈ ਕੇ ਪ੍ਰੋਗਰਾਮ ਅੱਜ ਹਾਜ਼ਰ ਹਾਂ, ਜਿੱਥੇ ਇੱਕ ਪਾਸੇ ਬਹੁਤ ਸਾਰੀਆਂ ਮੁੱਦੇ ਦੇਸ਼ ਦੇ ਵਿੱਚ ਹੋਏ ਹੋਏ ਆ। ਖਾਸ ਕਰਕੇ ਜੇ ਗੱਲ ਕਰ ਲਈਏ ਟਮਾਟਰਾਂ ਦੀ, ਟਮਾਟਰਾਂ ਦੇ ਪ੍ਰਾਈਸ ਜਿਹੜੇ ਨੇ ਲਗਾਤਾਰ ਵੱਧ ਰਹੇ ਹੈ। 240 ਤੱਕ ਟਮਾਟਰ ਜਿਹੜਾ ਟੱਚ ਕਰ ਗਿਆ। ਤੇ ਜੇ ਗੱਲ ਕਰੀਏ ਪਿਆਜ਼ ਦੀ, ਪਿਆਜ਼ ਦਾ ਪ੍ਰਾਈਸ ਵੀ ਜਿਹੜਾ ਵਧਣ ਵਾਲਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਅਗਸਤ ਦੇ ਐਂਡ ਤੱਕ ਉਹ ਵੀ ਵਧਣ ਵਾਲਾ ਹੈ। ਪਰ ਸਬਜ਼ੀਆਂ ਦੀ ਜਿਹੜੀਆਂ ਮੇਨ ਇਨਗਰੀਡੀਐਂਟਸ ਹੁੰਦੇ ਨੇ, ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਰਸੋਈ 'ਚ ਜਿਹਦੀ ਜ਼ਰੂਰਤ ਹੈ, ਟਮਾਟਰ ਤੇ ਪਿਆਜ਼, ਜਿਸ ਤਰੀਕੇ ਨਾਲ ਉਹਨਾਂ ਦੀ ਪ੍ਰਾਈਸ ਵੱਧ ਰਹੀ ਹੈ ਔਰ ਲੋਕ ਤਰਾਹੀ ਕਰ ਰਹੇ, ਉਸੇ ਤਰੀਕੇ ਦੇ ਨਾਲ ਸਿਆਸਤ ਦੇ ਵਿੱਚ ਵੀ ਗਰਮਾਹਟ ਆ ਰਹੀ ਹੈ। ਸਿਆਸਤ ਵੀ ਕਰਵਟ ਲੈ ਰਹੀ ਹੈ, ਚਾਹੇ ਦੇਸ਼ ਦੀ ਸਿਆਸਤ ਦੇਖ ਲਓ ਤੇ ਚਾਹੇ ਤੁਸੀਂ ਪੰਜਾਬ ਦੀ ਸਿਆਸਤ ਦੇਖ ਲਓ। ਅਸੀਂ ਪੰਜਾਬ ਤੇ ਦੇਸ਼ ਦੋਨਾਂ ਦੀ ਗੱਲਬਾਤ ਕਰਾਂਗੇ ਅੱਜ ਇਸ ਪ੍ਰੋਗਰਾਮ ਦੇ ਵਿੱਚ। ਮੇਰੇ ਨਾਲ ਸੀਨੀਅਰ ਪੱਤਰਕਾਰ ਬਲਵਿੰਦਰ ਜੰਮੂ ਜੀ ਨੇ, ਜਿਹੜੇ ਅੱਜ ਮੇਰੇ ਮਹਿਮਾਨ ਹੋਣਗੇ ਇਸ ਪ੍ਰੋਗਰਾਮ ਦੇ ਵਿੱਚ। ਉਹਨਾਂ ਨਾਲ ਗੱਲ ਅਸੀਂ ਵਿਸਤਾਰ ਨਾਲ ਕਰਾਂਗੇ। ਪਰ ਸਰ, ਜਿਵੇਂ ਮੈਂ ਟਮਾਟਰਾਂ ਤੇ ਪਿਆਜ਼ਾਂ ਦੀ ਗੱਲ ਕੀਤੀ ਹੈ, ਪਹਿਲੇ ਤਾਂ ਤੁਹਾਡਾ ਸਵਾਗਤ ਹੈ ਮੇਰੇ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ। ਸਰ, ਜਿਹੜੀ ਸਿਆਸਤ ਹੈ ਇਸ ਟਾਈਮ, ਜੇ ਆਪਾਂ ਪੰਜਾਬ ਤੋਂ ਸ਼ੁਰੂ ਕਰ ਲਈਏ, ਪਿਛਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਗੁੱਥਮ ਗੁੱਥਾ ਹੋਏ ਨੇ ਸਿਆਸਤਦਾਨ, ਔਰ ਇੱਦਾਂ ਦੀਆਂ ਗੱਲਾਂ ਸਾਹਮਣੇ ਆਈਆਂ ਨੇ ਜਿਹੜੀਆਂ ਕਿ ਸੁਣਨ 'ਚ ਵੀ ਚੰਗੀਆਂ ਨਹੀਂ ਲੱਗਦੀਆਂ। ਇੱਕ ਦੂਜੇ ਤੇ ਇੰਨੀ ਮਤਲਬ ਕਿ ਟਿੱਪਣੀਆਂ ਕੀਤੀਆਂ ਗਈਆਂ, ਇੰਨਾ ਕੁਛ ਇੱਕ ਦੂਜੇ ਨੂੰ ਕਿਹਾ ਗਿਆ, ਭਾਸ਼ਾ ਦਾ ਜਿਹੜਾ ਉਹ ਗਿਰਾਵਟ ਲਗਾਤਾਰ ਹੋ ਰਹੀ ਹੈ।
ਕਿਵੇਂ ਦੇਖਦੇ ਹੋ ਤੁਸੀਂ, ਕਿੱਧਰ ਨੂੰ ਜਾ ਰਹੀ ਹੈ ਸਾਰੀ ਦੀ ਸਾਰੀ ਚੀਜ਼ਾਂ? ਦੇਖੋ, ਪੰਜਾਬ ਨੂੰ ਬਿੰਦੂ ਜੀ ਬਹੁਤ ਸਾਰੇ ਮਾਮਲਿਆਂ ਨਾਲ ਜੂਝਣਾ ਪੈ ਰਿਹਾ, ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਨ੍ਹਾਂ ਦਾ ਕੋਈ ਹੱਲ ਨਹੀਂ ਹੋ ਰਿਹਾ। ਮਤਲਬ ਮੌਜੂਦਾ ਦੌਰ ਦੇ ਵਿੱਚ ਹੜ੍ਹ ਆਏ ਨੇ, ਪੰਜਾਬ ਦਾ ਮੇਰੇ ਖਿਆਲ ਇੱਕ ਬੜਾ 6ਵਾਂ ਹਿੱਸਾ, ਇਹਦੇ 13,000 ਪਿੰਡ ਨੇ ਅਤੇ ਉਹਨਾਂ ਦੇ ਵਿੱਚੋਂ ਕੋਈ ਤਕਰੀਬਨ 1,900 ਪਿੰਡ ਜਿਹੜੇ ਹੜ੍ਹਾਂ ਨਾਲ ਪ੍ਰਭਾਵਿਤ ਨੇ, ਹੜ੍ਹਾਂ ਤੋਂ ਪੀੜਿਤ ਨੇ। ਉੱਥੇ ਲੋਕਾਂ ਦੀ ਸਾਰ ਲੈਣ ਦੀ ਲੋੜ ਹੈਗੀ ਹੈ। ਬਹੁਤ ਸਾਰੇ ਥਾਵਾਂ 'ਤੇ ਝੋਨੇ ਦੀ ਫਸਲ ਬਰਬਾਦ ਹੋ ਚੁੱਕੀ ਆ, ਹੋਰ ਸਾਉਣੀ ਦੀਆਂ ਫਸਲਾਂ ਦਾ ਨੁਕਸਾਨ ਹੋ ਚੁੱਕਾ ਹੈ। ਕੁਝ ਥਾਵਾਂ ਦੇ ਉੱਪਰ ਇਹ ਹੈ ਵੀ ਜ਼ਮੀਨ ਜਿਹੜੀ ਆ ਉਹਦੇ ਵਿੱਚ 3-3, 4-4 ਫੁੱਟ ਰੇਤ ਚੜ੍ਹ ਗਈ ਹੈ ਅਤੇ ਇਹ ਨਹੀਂ ਪਤਾ ਲੱਗਦਾ ਵੀ ਕਿਸੇ ਦੀ ਜ਼ਮੀਨ ਕਿੱਥੇ ਸੀ, ਦੂਜੇ ਦੀ ਕਿਸਾਨ ਦੀ ਜ਼ਮੀਨ ਕਿਹੜੀ ਜਗ੍ਹਾ ਸੀਗੀ। ਕੁਝ ਥਾਵਾਂ 'ਤੇ ਜਿਹੜੀ ਦਰਿਆਵਾਂ ਨੇ ਉਹਨਾਂ ਦੀ ਜ਼ਮੀਨ ਜਿਹੜੇ ਆਪਣੇ ਨਾਲ ਵਹਾ ਕੇ ਲੈ ਗਏ ਆ ਅਤੇ ਉਹ ਜ਼ਮੀਨ ਜਿਹੜੀ ਆ 4-4, 5-5 ਫੁੱਟ, 3-3 ਫੁੱਟ ਡੂੰਘੀ ਹੋ ਗਈ ਆ। ਕਈ ਥਾਵਾਂ 'ਤੇ ਖੱਡੇ ਪੈ ਗਏ ਆ। ਇਹ ਇੱਕ ਵੱਡੀ ਸਮੱਸਿਆ ਜਿਹਦੇ ਨਾਲ 2-4 ਹੋਣ ਦੀ ਲੋੜ ਸੀ। ਬਹੁਤ ਸਾਰੇ ਲੋਕਾਂ ਦੇ ਕਈ ਮਕਾਨ ਢਹਿ ਗਏ ਆ, ਮਾਲ ਡੰਗਰ ਦਾ ਨੁਕਸਾਨ ਹੋਇਆ। ਇਸ ਤਰੀਕੇ ਦੇ ਨੁਕਸਾਨ ਜਿਹੜੇ ਹੋਏ ਆ ਅਤੇ ਕੁਝ ਥਾਵਾਂ 'ਤੇ ਇਸ ਗੱਲ ਦਾ ਖਦਸ਼ਾ ਵੀ ਸ਼ਾਇਦ ਉਹ ਹਾੜੀ ਦੀ ਫਸਲ ਬੀਜ ਸਕਣਗੇ ਕਿ ਨਹੀਂ ਬੀਜਣ, ਕਣਕ ਦੀ ਬਿਜਾਈ ਹੋਏਗੀ ਜਾਂ ਨਹੀਂ ਹੋਏਗੀ। ਇਹ ਇੱਕ ਮਾਮਲਾ, ਵੱਡਾ ਮਾਮਲਾ ਜਿਹੜਾ ਪੰਜਾਬ ਦੇ ਨਾਲ ਹਿਮਾਚਲ ਪ੍ਰਦੇਸ਼ ਦਾ ਸਭ ਤੋਂ ਵੱਧ ਨੁਕਸਾਨ ਹੋਇਆ। ਸਾਡੇ ਜੇ 1300-1400 ਕਰੋੜ ਦਾ ਮੰਨਿਆ ਜਾ ਰਿਹਾ ਜਾਂ 1500 ਕਰੋੜ ਦਾ ਇਹਨਾਂ ਮੁਆਵਜ਼ਾ ਹਾਂਜੀ, ਅਤੇ ਉਹਦੇ ਮੁਕਾਬਲੇ 5,500 ਕਰੋੜ ਦਾ ਹਿਮਾਚਲ ਪ੍ਰਦੇਸ਼ ਦਾ ਨੁਕਸਾਨ ਹੋਇਆ। ਕਿੰਨੇ ਥਾਵਾਂ 'ਤੇ ਉੱਥੇ ਬੱਦਲ ਫਟੇ ਨੇ। ਇਸੇ ਤਰੀਕੇ ਨਾਲ ਉੱਤਰਾਖੰਡ ਦਾ ਨੁਕਸਾਨ ਹੋਇਆ, ਹਰਿਆਣੇ ਦਾ ਵੀ ਨੁਕਸਾਨ ਜਿਹੜਾ ਹੋਇਆ ਅਤੇ ਜੰਮੂ ਕਸ਼ਮੀਰ ਦਾ ਵੀ ਕੁਝ ਨੁਕਸਾਨ ਜਿਹੜਾ ਹੋਇਆ। ਇਹ ਇਸ ਵੇਲੇ ਦੇਸ਼ ਦਾ ਇਹ ਹਿੱਸਾ ਜਿਹੜਾ ਹੜ੍ਹਾਂ ਦੀ ਮਾਰ 'ਚ ਵਹਿ ਰਿਹਾ ਅਤੇ ਸਾਡੇ ਪੋਲੀਟੀਸ਼ੀਅਨਾਂ ਦੀ ਲੋੜ ਤਾਂ ਇਹ ਸੀਗੀ ਕਿ ਉਹ ਇਸ ਜਿਹੜੀ ਕੁਦਰਤੀ ਆਫਤ ਇਹਦਾ ਕਿਵੇਂ ਟਾਕਰਾ ਕਰਨਾ ਚਾਹੀਦਾ, ਕਿਵੇਂ ਅੱਗੇ ਵਧਣਾ ਚਾਹੀਦਾ, ਕਿਵੇਂ ਘੱਗਰ ਨੂੰ ਇਹਨੂੰ ਚੈਨਲਾਈਜ਼ ਕਰਨ ਦੀ ਲੋੜ ਆ। ਇਹਦੇ ਨਾਲ 2 ਹੋਰ ਦਰਿਆ ਪੈਂਦੇ, ਇੱਕ ਟਾਂਗਰੀ, ਇੱਕ ਮਾਰਕੰਡਾ। ਟਾਂਗਰੀ ਦੀ ਜਿਹੜੀ ਮਾਰ ਆ ਉਹ ਘੱਗਰ ਨਾਲ ਜੁੜ ਕੇ ਉਹ ਸਾਡਾ ਜਿਹੜਾ ਖਨੌਰੀ ਆ, ਮੂਣਕ ਹੈ, ਉਹ ਤੋਂ ਬਾਅਦ ਮਾਨਸਾ, ਫਿਰ ਫਤਿਆਬਾਦ ਹੈ, ਫਿਰ ਹਰਿਆਣੇ ਦਾ ਹੀ ਅਗਲਾ ਜ਼ਿਲ੍ਹਾ ਸਰਸਾ, ਉਹਦੇ 'ਚ ਮਾਰ ਕਰਦਾ ਹੈ। ਮਤਲਬ ਅਸੀਂ ਲੰਮਾ ਸਮਾਂ ਹੋ ਗਿਆ ਇਹਨੂੰ ਚੈਨਲਾਈਜ਼ ਕਰਨ ਬਾਰੇ ਹੀ ਨਹੀਂ ਵਿਚਾਰ ਕੀਤਾ ਗਿਆ। ਮੈਂ 2012 ਦੇ ਵਿੱਚ ਦਿੱਲੀ ਦੇ ਵਿੱਚ ਸੀਗਾ ਅਤੇ ਉਸ ਸਮੇਂ ਇੱਕ ਕਾਨਫਰੰਸ ਵਿਗਿਆਨ ਭਵਨ ਦੇ ਵਿੱਚ ਹੋਈ ਸੀ ਜਿਹਦੇ ਵਿੱਚ ਇਸ ਗੱਲ 'ਤੇ ਵਿਚਾਰ ਚਰਚਾ ਹੋਈ ਸੀ ਅਤੇ ਪੰਜਾਬ ਸਰਕਾਰ ਨੇ ਪੈਸਾ ਮੰਗਿਆ ਸੀ। ਪੰਜਾਬ ਦੇ ਮੰਤਰੀ ਉਦੋਂ ਸਰਜੀਤ ਸਿੰਘ ਰੱਖੜਾ ਸੀ, ਉਹਨਾਂ ਕਿਹਾ ਸੀ ਵੀ ਸਾਨੂੰ ਪੈਸਾ ਦਿਓ, ਪਰ ਕੇਂਦਰ ਸਰਕਾਰ ਨੇ ਉਸ ਵੇਲੇ ਪੈਸਾ ਦੇਣ ਤੋਂ ਇਹ ਕਹਿੰਦੇ ਨਾ ਕੀਤੀ ਸੀ ਵੀ ਪ੍ਰੋਜੈਕਟ ਬਣਾਓ, ਪਰ ਪੈਸਾ ਜਿਹੜਾ ਨਾ ਕੋਈ ਹੋਰ ਏਜੰਸੀ ਲਾਏਗੀ। ਉਹਦੇ ਬਾਰੇ ਕੋਈ ਇਸ ਤਰੀਕੇ ਦਾ ਸ਼ੰਕਾ ਜ਼ਾਹਰ ਕੀਤਾ ਗਿਆ ਸੀਗਾ ਕਿ ਸ਼ਾਇਦ ਸਾਰਾ ਪੈਸਾ ਨਾ ਲੱਗੇ। ਉਹਨਾਂ ਕਿਹਾ ਵੀ ਅਸੀਂ ਇਹਨੂੰ ਚੈਨਲਾਈਜ਼ ਕਰਨ ਲਈ ਸੁਹਿਰਦ ਚਾਹੁੰਦੇ ਅਤੇ ਨਾਲ ਹੀ ਅਸੀਂ ਇਹ ਵੀ ਚਾਹੁੰਦੇ ਕੋਈ ਡੈਮ ਬਣਨ ਤਾਂ ਕਿ ਜਿਹੜਾ ਹੜ੍ਹ ਦਾ ਪਾਣੀ ਇੱਕਦਮ ਵਹਿ ਨਾ ਜਾਵੇ, ਉਹ ਰੋਕਿਆ ਜਾਵੇ ਅਤੇ ਬਾਅਦ ਦੇ ਵਿੱਚ ਜਿਹੜੇ ਲੋਕ ਹੈ ਉਹ ਕਿਸਾਨੀ ਆ ਉਹਨੂੰ ਜਿਹੜਾ ਪਾਣੀ ਜਿਹੜਾ ਦਿੱਤਾ ਜਾ ਸਕੇ ਜਦੋਂ ਪਾਣੀ ਦੀ ਬਹੁਤ ਕਮੀ ਹੁੰਦੀ ਹੈ। ਉਹ ਕੋਈ ਪ੍ਰੋਜੈਕਟ ਬਾਅਦ ਦੇ ਵਿੱਚ ਕਿੰਨੇ ਸਾਲ ਹੋ ਗਏ, 12 ਅਤੇ 11-12 ਸਾਲ ਹੋ ਗਏ ਉਸ ਗੱਲ ਨੂੰ, ਉਹ ਤੋਂ ਬਾਅਦ ਕਦੇ ਖਿਆਲ ਨਹੀਂ ਕੀਤਾ ਗਿਆ ਕਿਉਂਕਿ ਹੜ੍ਹ ਜਿਹੜੇ 1993 ਤੋਂ ਬਾਅਦ ਹੁਣ ਆਏ, ਵਿੱਚ ਨੂੰ ਕੁਝ ਥਾਵਾਂ ਦੇ ਉੱਪਰ ਹੜ੍ਹ ਆਏ ਪਰ ਏਡੇ ਵੱਡੇ ਹੜ੍ਹ ਜਿਹੜੇ ਆ ਇਹ 30-35 ਸਾਲ 30 ਸਾਲਾਂ ਬਾਅਦ ਆਏ ਆ। ਇਸ ਕਰਕੇ ਇਹ ਸਵਾਲ ਜਿਹੜੇ ਉੱਠੇ ਅਤੇ ਇਹਨਾਂ ਦਾ ਅਜੇ ਵੀ ਕੋਈ ਹੱਲ ਜਿਹੜਾ ਉਹ ਨਹੀਂ ਲੱਭਿਆ ਜਾ ਰਿਹਾ ਵੀ ਕਿਵੇਂ ਅਸੀਂ ਕਰਨਾ, ਕਿਵੇਂ ਘੱਗਰ ਦੀ ਤੋਂ ਜਿਹੜੀ ਮਾਰ ਤੋਂ ਅਸੀਂ ਬਚਣਾ। ਹੁਣ ਹਰਿਆਣੇ ਦੇ ਮੁੱਖ ਮੰਤਰੀ ਨੇ ਜ਼ਰੂਰ ਕਿਹਾ ਮਤਲਬ ਜਿਹੜਾ ਜਮਨਾ ਦਾ ਨੁਕਸਾਨ ਆ ਵੀ ਉਸ ਪਾਸੇ ਵੱਲ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਉਹਨਾਂ ਲਿਖੀ ਆ ਵੀ ਆਪਾਂ ਨੂੰ ਜਿਹੜਾ ਜਮਨਾ ਬਰਾਜ ਆ ਉਹਦੇ ਨੇੜੇ ਤੇੜੇ ਅੱਗੇ ਜਾ ਕੇ ਇੱਕ ਡੈਮ ਬਣਾਉਣਾ ਚਾਹੀਦਾ ਜਿੱਥੇ ਪਾਣੀ ਇਕੱਠਾ ਕੀਤਾ ਜਾਵੇ। ਜੇ ਉੱਥੇ ਲੋੜ ਆ ਤਾਂ ਘੱਗਰ ਤੋਂ ਵੀ ਉਨੀ ਲੋੜ ਆ ਵੀ ਇਹਦੀ ਮਾਰ ਤੋਂ ਬਚਣ ਲਈ। ਇਹ ਤਾਂ ਇੱਕ ਪੱਖ ਹੋ ਗਿਆ। ਦੂਜੇ ਪਾਸੇ ਬਿਆਸ ਨੇ ਕਿੱਥੇ ਕਿੱਥੇ ਤਬਾਹੀ ਕੀਤੀ ਹੈ, ਫਿਰ ਸਤਲੁਜ ਦੀ ਕਿੱਥੇ ਤਬਾਹੀ ਹੋਈ, ਇਹ ਬਹੁਤ ਵੱਡੀ ਤਬਾਹੀ ਹੋਈ ਹੈ। ਰਾਵੀ ਦੀ ਆਪਣੀ ਥਾਂ 'ਤੇ ਉੱਪਰ ਹੈਗੇ ਜਿਹੜਾ ਉਜ ਦਰਿਆ ਦਾ ਪਾਣੀ ਰਾਵੀ 'ਚ ਡਿੱਗਦਾ ਉਹਨੇ ਵੀ ਕਾਫੀ ਤਬਾਹੀ ਜਿਹੜੀ ਕੀਤੀ ਹੈ। ਇਸ ਕਰਕੇ ਲੋੜ ਇਹ ਸੀਗੀ ਕਿ ਪੰਜਾਬ ਦੀ, ਹਰਿਆਣੇ ਦੀ ਅਤੇ ਹੋਰ ਜਿਹੜੀ ਸੂਬਿਆਂ ਦੀ, ਅਲਟੀਮੇਟਲੀ ਤਾਂ ਪਾਕਿਸਤਾਨ 'ਚ ਗਿਆ ਨਾ ਪਾਣੀ ਕਾਫੀ ਸਾਰਾ, ਉੱਥੇ ਵੀ ਨੁਕਸਾਨ ਹੋਇਆ ਹੋਵੇਗਾ। ਉੱਥੇ ਕਿੰਨਾ ਨੁਕਸਾਨ ਹੋਇਆ ਅਸੀਂ ਕਹਿ ਨਹੀਂ ਸਕਦੇ, ਪਰ ਸਾਡੇ ਤਾਂ ਇੱਥੇ ਕਾਫੀ ਵੱਡਾ ਨੁਕਸਾਨ ਹੋਇਆ।
ਗੱਲ ਇਹ ਸੀ ਵੀ ਸਾਨੂੰ ਇਹਦੇ ਬਾਰੇ ਗੌਰ ਕਰਨ ਦੀ ਲੋੜ ਸੀ। ਸਾਡੀ ਪੋਲਿਟਿਕਸ ਜਿਹੜੀ ਹੈ ਉਹਨੂੰ ਇਸ ਇਸ਼ੂ ਨੂੰ ਸਿੱਝਣਾ ਚਾਹੀਦਾ ਸੀ, ਪਰ ਸਾਡੇ ਜਿਹੜੇ ਪੋਲੀਟੀਸ਼ੀਅਨ ਆ ਬੜੇ ਨੀਵੇਂ ਲੈਵਲ ਦੇ ਇੱਕ ਦੂਜੇ ਦੇ ਉੱਪਰ ਟਿੱਪਣੀਆਂ ਕਰ ਰਹੇ, ਮਤਲਬ ਉਹਦੇ ਤੋਂ ਲੱਗਦਾ ਵੀ ਉਹਨਾਂ ਦਾ ਲੈਵਲ ਕੀ ਆ, ਉਹ ਸਿਆਸਤ ਦੇ ਵਿੱਚ ਕਿੱਧਰ ਨੂੰ ਲੈ ਕੇ ਜਾ ਰਿਹਾ। ਮਤਲਬ ਇੱਕ ਫੋਟੋ ਮੈਂ ਦੇਖ ਰਿਹਾ ਸੀਗਾ ਸੁਖਬੀਰ ਬਾਦਲ ਦੀ, ਕਿਸੇ ਸਮੇਂ ਉਹਨੇ ਆਪਣੇ ਫੇਸਬੁੱਕ ਅਕਾਊਂਟ 'ਚ ਕਦੇ ਪਾਈ ਸੀ, ਉਹਨੂੰ ਦਿਖਾਇਆ ਜਾ ਰਿਹਾ ਵੀ ਕਿਸ ਤਰੀਕੇ ਦੀ ਆ, ਫਿਰ ਉਹਦੇ ਵਿਰੁੱਧ ਜਿਹੜੀ ਆ ਮੁੱਖ ਮੰਤਰੀ ਦੀਆਂ ਪਾ ਰਹੀਆਂ। ਮਤਲਬ ਇਹ ਲਗਾਤਾਰ ਇਸ ਪਾਸੇ ਵੱਲ ਨੂੰ ਜਾ ਰਿਹਾ। ਕੋਈ ਮਤਲਬ ਨੀਵੇਂ ਪੱਧਰ ਦੀ ਜਿਹੜੀ ਆ ਕੋਈ ਸਟੇਟਸਮੈਨ ਵਾਲੀ ਜਿਹੜੀ ਹੋਣੀ ਚਾਹੀਦੀ ਲੜਾਈ, ਕੋਈ ਉਹ ਨਹੀਂ ਦੇਖਣ ਨੂੰ ਮਿਲਦੀ। ਬਹੁਤ ਇਹਦੇ ਨਾਲ ਲੋਕਾਂ ਦੇ ਵਿੱਚ ਜਿਹੜਾ ਪੋਲੀਟੀਸ਼ੀਅਨ ਦਾ ਮਜ਼ਾਕ ਉੱਡ ਰਿਹਾ, ਇਹਦੇ ਨਾਲ ਇਹਨਾਂ ਦਾ ਪੱਧਰ ਜਿਹੜਾ ਹੋਰ ਹੇਠਾਂ ਜਾ ਰਿਹਾ ਤੇ ਲੋਕਾਂ ਦਾ ਹੋਰ ਵਿਸ਼ਵਾਸ ਜਿਹੜਾ ਉੱਠਦਾ ਜਾ ਰਿਹਾ। ਇਸ ਕਰਕੇ ਇਹਨਾਂ ਪੋਲੀਟੀਸ਼ੀਅਨਾਂ ਨੂੰ ਆਪਣੇ ਬਾਰੇ ਘੱਟੋ ਘੱਟ ਸੋਚਣਾ ਚਾਹੀਦਾ ਵੀ ਕੁਝ ਮਾਮਲਿਆਂ ਤੇ ਤਾਂ ਸੰਜੀਦਾ ਹੋਣ ਦੀ ਲੋੜ ਹੈ ਨਾ, ਵੀ ਇਸ ਨੀਵਾਂ ਪੱਧਰ ਨਾ ਲੈ ਕੇ ਜਾਇਆ ਜਾਵੇ। ਜਿਵੇਂ ਮਤਲਬ ਇੱਕ ਗੱਲ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਪੰਜਾਬ ਦੇ ਮੁੱਖ ਮੰਤਰੀ ਇਹ ਗੱਲ ਕਿਉਂ ਕਹਿੰਦੇ ਕਿ ਅਸੀਂ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਪਾਈ ਦੇਵਾਂਗੇ। ਪਾਈ ਕਿੱਥੋਂ ਦੇ ਸਕਦੇ ਹਾਂ? ਤੇ ਤੁਸੀਂ ਜੇ ਕਿਸੇ ਦੀ ਫਸਲ ਕਿਸਾਨ ਦੀ ਮਰ ਜਾਏ ਤਾਂ ਤੁਸੀਂ ਜਿਹੜੇ ਸਟੈਂਡਰਡ ਹੈ ਉਹਨੂੰ ਕਿਵੇਂ ਤੋੜੋਗੇ? 15,000 ਤੁਸੀਂ ਮੈਕਸਿਮਮ ਉਹਨੂੰ ਦੇ ਸਕਦੇ ਹੋ, ਤੇ ਕਿਸਾਨ ਦੀ ਜਿਹੜੀ ਫਸਲ ਹੈ ਉਹਦਾ ਇੱਕ ਖੇਤ 'ਚ ਜੇ ਫਸਲ ਹੈ 60-70 ਹਜ਼ਾਰ ਦੀ ਹੁੰਦੀ ਹੈ, ਇਹਨਾਂ ਨੁਕਸਾਨ ਤੁਸੀਂ ਕਿੱਥੋਂ ਦੇ ਦੋਗੇ? ਤੇ ਜਿਹੜੇ ਕਿਸਾਨ ਦੇ ਖੇਤ ਦੇ ਵਿੱਚ 4-4 ਫੁੱਟ ਰੇਤਾ ਖੜ ਗਈ ਉਹਨੂੰ ਪੱਧਰਾ ਕਰਨ ਲਈ, ਤੇ ਜਿਹੜੇ 'ਚ ਟੋਏ ਪੈ ਗਏ ਉਹਦੇ ਲਈ ਉਹ ਪੈਸਾ ਕਿੱਥੋਂ ਦੋਗੇ? ਵੱਟਾਂ ਵੀ ਰੁੜ ਗਈਆਂ ਸਰ, ਉਹ ਪੈਸਾ ਕਿੱਥੋਂ ਦੋਗੇ? ਇਸ ਕਰਕੇ ਪਾਈ ਨਹੀਂ ਕਹਿਣਾ ਚਾਹੀਦਾ, ਉਹਨਾਂ ਕੁ ਕਹਿਣਾ ਚਾਹੀਦਾ ਰੀਅਲਿਸਟਿਕ ਆਹ ਨੁਕਸਾਨ ਹੋਇਆ, ਜਿਹੜੇ ਸਰਕਾਰ ਦੇ ਨੋਰਮ ਨੇ ਨਿਯਮ ਨੇ ਉਹਦੇ ਮੁਤਾਬਕ ਅਸੀਂ ਇੰਨਾ ਪੈਸਾ ਹੀ ਦੇ ਸਕਦੇ ਹਾਂ, ਗਰਦੌਰੀ ਕਰਾ ਕੇ ਆ ਦੇਵਾਂਗੇ। ਤੁਸੀਂ ਆਪਣੇ ਪੰਜਾਬ ਦੇ ਵਿੱਚ ਤਾਂ ਪੈਸੇ ਦੀ ਪਹਿਲਾਂ ਹੀ ਕਿੱਲਤ ਹੈਗੀ, ਮਤਲਬ ਪੈਸਾ ਜਿਹੜਾ ਉਹ ਨਹੀਂ ਹੈਗਾ, ਮਤਲਬ ਬਹੁਤ ਘੱਟ ਹੈਗਾ। ਤੇ ਮੁੱਖ ਮੰਤਰੀ ਸਾਹਿਬ ਤਾਂ ਸਰ ਕਹਿੰਦੇ ਕਿ ਪੈਸਾ ਬਹੁਤ ਹੈ, ਪਹਿਲੀਆਂ ਸਰਕਾਰਾਂ ਕੋਲ ਨੀਅਤ ਨਹੀਂ ਸੀਗੀ ਤੇ ਕਦੀ ਵੀ ਪੈਸਾ ਸਰਕਾਰਾਂ ਕੋਲ ਜਾਂ ਖਜ਼ਾਨੇ ਵਿੱਚ ਘੱਟ ਨਹੀਂ ਹੁੰਦਾ। ਉਹਨਾਂ ਨੇ ਤਾਂ ਕਈ ਵਾਰੀ ਇਹ ਬਿਆਨ ਦਿੱਤਾ, ਕਈ ਸਟੇਜਾਂ ਤੋਂ ਦਿੱਤਾ, ਕਈ ਪ੍ਰੋਗਰਾਮਾਂ ਵਿੱਚ ਦਿੱਤਾ। ਤੇ ਨਾਲੇ ਸਭ ਤੋਂ ਵੱਡੀ ਗੱਲ ਹੈ ਕਿ ਪਿਛਲੇ ਦਿਨਾਂ 'ਚ ਜਿਵੇਂ ਰੀਲਸ ਬਣ ਕੇ ਜਾਂ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਲੈ ਕੇ ਰੀਲਾਂ ਪਾਈਆਂ ਗਈਆਂ, ਵੀਡੀਓਜ਼ ਪਾਈਆਂ ਗਈਆਂ, ਉਹਦੇ ਵਿੱਚ ਇਹ ਵੀ ਦਿਖਾਇਆ ਗਿਆ ਵੀ ਉੱਥੇ ਜਾ ਕੇ ਖੜੇ ਹੋ ਕੇ ਵੈਸੇ ਹੀ ਪਾਣੀ ਦੇ ਵਿੱਚ ਖੜੇ ਹੋ ਕੇ ਫੋਟੋਆਂ ਖਿਚਵਾਉਣ ਦਾ ਜਿਹੜਾ ਸੈਸ਼ਨ ਜ਼ਿਆਦਾ ਸੀ, ਤੇ ਹੜ੍ਹ ਪ੍ਰਭਾਵਿਤ ਜਿਹੜਾ ਇਲਾਕੇ ਸੀ ਉਹਨਾਂ ਦਾ ਦੌਰਾ ਘੱਟ ਸੀਗਾ। ਪਹਿਲੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਪੈਦਲ ਜਾ ਕੇ ਕਰਦੇ ਹਾਂ, ਜਦਕਿ ਪਹਿਲੀਆਂ ਸਰਕਾਰਾਂ ਦੇ ਵਿੱਚ ਮੁੱਖ ਮੰਤਰੀ ਜਿਹੜੇ ਹੁੰਦੇ ਸੀ ਹਵਾਈ ਦੌਰੇ ਕਰਕੇ ਆ ਜਾਂਦੇ ਸੀ। ਦੇਖੋ ਇੱਕ ਗੱਲ 'ਚ ਥੋੜ੍ਹਾ ਫਰਕ ਹੈਗਾ, ਇਹ ਗਏ ਚੰਗੀ ਗੱਲ ਹੈ, ਪਰ ਇਹ ਸਾਰੇ ਥਾਵਾਂ 'ਤੇ ਜਾਣ ਦੀ ਜਿਹੜਾ ਜਿਹਨੇ ਪ੍ਰਸ਼ਾਸਨ ਚਲਾਉਣਾ ਹੁੰਦਾ ਉਹਨੂੰ ਹਰ ਥਾਂ 'ਤੇ ਜਾਣ ਦੀ ਲੋੜ ਨਹੀਂ ਹੁੰਦੀ। ਜਿਹੜੇ ਕੰਮ ਚੰਡੀਗੜ੍ਹ ਬੈਠ ਕੇ ਹੋਣੇ ਆ ਜਾਂ ਉਹ ਸੀਟ 'ਤੇ ਬੈਠ ਕੇ ਮੁੱਖ ਮੰਤਰੀ ਦੇ ਹੋਣੇ, ਉਹ ਚੰਡੀਗੜ੍ਹੋਂ ਹੀ ਕਰਨੇ ਚਾਹੀਦੇ ਹੈਗੇ। ਠੀਕ ਹੈ, ਇਹ ਗਏ ਆ ਉੱਥੇ ਲੋਕਾਂ ਦਾ, ਪਰ ਲੋਕਾਂ ਦਾ ਹੱਲ ਕੀ ਮਸਲਾ ਹੋਇਆ? ਮਸਲਾ ਤਾਂ ਕੋਈ ਹੱਲ ਨਹੀਂ ਨਾ ਹੋਇਆ। ਤੁਸੀਂ ਗੇੜਾ ਲਾਇਆ, ਤੁਸੀਂ ਕਹਿ ਤਾ ਵੀ ਅਸੀਂ ਮਦਦ ਕਰਾਂਗੇ, ਉਹ ਮਦਦ ਤਾਂ ਜਿਹੜੀ ਲੋਕਾਂ ਨੇ ਆਪ ਹੀ ਇੱਕ ਦੂਜੇ ਦੀ ਕੀਤੀ ਹੈ। ਜਿਹੜੀ ਸਰਕਾਰੀ ਮਦਦ ਉਹ ਤਾਂ ਬਹੁਤ ਥੋੜੀ ਹੈ, ਤਾਂ ਅਜੇ ਲੋਕ ਵੇਟ ਕਰ ਰਹੇ ਵੀ ਸਾਡੀ ਸਰਕਾਰ ਕੀ ਮਦਦ ਕਰ ਰਹੀ ਹੈ। ਇਹਨਾਂ ਨੇ ਇੱਕ ਜ਼ਰੂਰ ਕਹਿਤਾ ਵੀ ਅਸੀਂ ਜਿਹੜੀ ਹੈ ਪਨੀਰੀ ਦੀ ਮਦਦ ਕਰਾਂਗੇ। ਪਨੀਰੀ ਕਿਸਾਨਾਂ ਨੇ ਖੁਦ ਹੀ ਬੀਜ ਲਈ, ਉਹਨਾਂ ਨੇ ਜਿਨ੍ਹਾਂ ਕੋਲ ਫਾਲਤੂ ਬਚ ਗਈ ਸੀ ਉਹਨਾਂ ਤੋਂ ਖਰੀਦੀ ਹੈ। ਮਤਲਬ ਇਹ ਗੱਲ ਜਿਹੜੀ ਹੋਈ ਹੈ, ਪਰ ਜਿਹੜਾ ਸਰਕਾਰ ਦਾ ਮੰਤਵ ਸੀਗਾ ਕੱਲਾ ਫੋਟੋ ਸੈਸ਼ਨ ਨਹੀਂ ਹੋਣਾ ਚਾਹੀਦਾ, ਕੰਕਰੀਟ ਕੀ ਕਦਮ ਚੁੱਕਾਂਗੇ ਉਹਦੇ ਤੇ ਵਿਚਾਰ ਵਟਾਂਦਰਾ ਕਰਨ ਦੀ ਲੋੜ ਸੀ ਵੀ ਆਹ ਸਮੱਸਿਆ ਇਹਨੂੰ ਅਸੀਂ ਫਿਊਚਰ 'ਚ ਇਹ ਸਮੱਸਿਆ ਘਟੇ। ਵੈਸੇ ਤਾਂ ਕੁਦਰਤੀ ਆਫਤ ਹੈ ਕਿ ਜਿਹੜਾ ਹੜ੍ਹ ਆਏ ਆ, ਮਤਲਬ ਜਿਹੜਾ ਮੀਂਹ 5-6 ਮਹੀਨਿਆਂ 'ਚ ਪੈਂਦਾ ਸੀ ਜਾਂ ਪੂਰੇ ਸੀਜ਼ਨ 'ਚ ਪੈਂਦਾ ਉਹ 3-4 ਦਿਨਾਂ ਦੇ ਵਿੱਚ ਪੈ ਗਿਆ। ਇਹ ਹਿਮਾਚਲ 'ਚ ਵੀ ਹੋਇਆ, ਇਹ ਪੰਜਾਬ 'ਚ ਵੀ ਹੋਇਆ, ਇਹ ਜੰਮੂ ਕਸ਼ਮੀਰ ਦੇ ਵਿੱਚ ਵੀ ਹੋਇਆ, ਉੱਤਰਾਖੰਡ ਦੇ ਵਿੱਚ ਵੀ ਹੋਇਆ, ਮਤਲਬ ਇਹ ਪੂਰੇ ਰੀਜਨ ਦੇ ਵਿੱਚ ਹੋਇਆ। ਈਵਨ ਦਿੱਲੀ ਦੇ ਵਿੱਚ ਵੀ ਇਵੇਂ ਕਾਫੀ ਹੈਵੀ ਬਾਰਿਸ਼ ਹੋਈ ਹੈ। ਬਿਲਕੁਲ। ਸੋ ਇਸ ਕਰਕੇ ਇਹਦੇ ਬਾਰੇ ਗੱਲ ਕਰਨ ਦੀ ਲੋੜ ਸੀ, ਨਾ ਕਿ ਕੇਵਲ ਫੋਟੋ ਸੈਸ਼ਨ ਦਾ ਮਸਲਾ ਹੋਣਾ ਚਾਹੀਦਾ ਸੀਗਾ। ਮਤਲਬ ਇਹ ਜਿਹੜੀਆਂ ਪ੍ਰੋਬਲਮ ਨੇ ਹੁਣ, ਜਿਹੜੀਆਂ ਇਹ ਪ੍ਰੋਬਲਮ ਲੰਮੇ ਦੇਰ ਬਾਅਦ ਆਈ, ਸਾਡੇ ਲੋਕਾਂ ਦੇ ਵੀ ਇਹ ਹੋਇਆ ਵੀ ਜਿਹੜੇ ਨੀਵੀਆਂ ਥਾਵਾਂ ਸੀ ਜਿੱਥੋਂ ਪਾਣੀ ਦਾ ਵਹਾਣ ਹੁੰਦਾ ਸੀ, ਪਾਣੀ ਵਹਿੰਦਾ ਸੀਗਾ, ਉਹਦੇ ਵਿੱਚ ਵੀ ਲੋਕਾਂ ਨੇ ਮਕਾਨ ਪਾ ਲਏ, ਘਰ ਬਣਾ ਲਏ। ਉਹ ਘਰ ਕਿੰਨੇ ਬਣਾਉਣ ਦਿੱਤੇ ਗਏ? ਈਵਨ ਨਦੀਆਂ ਦੇ ਵਿੱਚ ਲੋਕ ਤਾਂ ਬਣਾ ਲੈਂਦੇ, ਚੋ ਜਿੱਥੇ ਉਹਦੇ ਵਿੱਚ ਘਰ ਬਣਾ ਲੈਂਦੇ। ਇਹ ਆਗਿਆ ਕਿਹਨੇ ਦਿੱਤੀ? ਮਤਲਬ ਸਾਡੇ ਨੇੜੇ ਮੋਹਾਲੀ ਦੇ ਨੇੜੇ ਖਰੜ ਹੈ, ਉਹਦੇ ਵਿੱਚ ਜਿਹੜੇ ਨੀਵੇਂ ਥਾਂ ਵਾਲੇ ਉਹਦੇ ਵਿੱਚ ਵੱਡੀਆਂ ਬਿਲਡਿੰਗਾਂ ਬਣ ਗਈਆਂ, ਤਾਂ ਪਾਣੀ ਨੇ ਤਾਂ ਕੋਈ ਨਾ ਕੋਈ ਰਸਤਾ
ਲੈਣੀ ਆ, ਕੋਈ ਉਧਰੋਂ ਰੁਕ ਟਾਂਗਰੀ ਅਖਤਿਆਰ ਦੇ ਹੈ। ਵਿੱਚ ਵੀ ਇਸੇ ਤਰੀਕੇ ਦੇ ਨਾਲ ਬੈੱਡ ਦੇ ਵਿੱਚ ਲੋਕਾਂ ਨੇ ਪੂਰੀ ਦੀ ਪੂਰੀ ਜਿਹੜੀ ਕਾਲੋਨੀ ਕੱਟੀ ਹੋਈ ਹੈ ਔਰ ਉਹਦੇ ਵਿੱਚ ਮਕਾਨ ਬਣਾ ਕੇ ਬੈਠੇ ਆ। ਉੱਥੇ ਵੀ ਜਦੋਂ ਅਸੀਂ ਕੰਮ ਕਰਦੇ ਸੀਗੇ ਉਸ ਸਾਈਡ ਵੱਲ ਹਰਿਆਣਾ ਦੇ ਵਿੱਚ, ਤੇ ਅਸੀਂ ਇਹ ਗੱਲ ਹਮੇਸ਼ਾ ਦੇਖਦੇ ਸੀ ਕਿ ਉਹ ਰੌਲਾ ਪਾਣਾ ਸ਼ੁਰੂ ਕਰ ਦਿੰਦੇ ਸੀ ਕਿ ਫਲੱਡ ਆ ਗਈ ਜੀ ਸਾਡੇ ਘਰਾਂ ਦੇ ਵਿੱਚ, ਤੇ ਅਸੀਂ ਹਮੇਸ਼ਾ ਫਿਰ ਬਾਅਦ ਵਿੱਚ ਇਸ ਗੱਲ ਨੂੰ ਕੰਸੀਡਰ ਕੀਤਾ ਕਿ ਫਲੱਡ ਤੁਹਾਡੇ ਘਰ 'ਚ ਨਹੀਂ ਆਏ, ਤੁਸੀਂ ਨਦੀ ਦੇ ਰਸਤੇ 'ਚ ਬੈਠੇ ਹੋਏ ਹੋ। ਦੇਖੋ, ਕਿਸੇ ਨੇ ਕਲੋਨੀ ਕੱਟੀ ਹੋਏਗੀ, ਕਿਸੇ ਨੇ ਉਹਦੀ ਪ੍ਰਵਾਨਗੀ ਦਿੱਤੀ ਹੋਏਗੀ, ਕਿਸੇ ਨੇ ਉਹਨੇ ਬਿਜਲੀ ਦੇ ਕਨੈਕਸ਼ਨ ਦਿੱਤੇ ਹੋਣਗੇ, ਕਿਸੇ ਨੇ ਸੀਵਰੇਜ ਦੀ ਪ੍ਰਵਾਨਗੀ, ਮਤਲਬ ਉਹ ਸਰਕਾਰੀ ਤੰਤਰ ਤੋਂ ਬਿਨਾਂ ਥੋੜੀ ਸਾਰਾ ਕੁਝ ਹੋਇਆ। ਤੇ ਉਹਨਾਂ ਜਿਨ੍ਹਾਂ ਨੇ ਉਹ ਪ੍ਰਵਾਨਗੀਆਂ ਦਿੱਤੀਆਂ ਉਹਨਾਂ ਦੇ ਖਿਲਾਫ ਕਿੰਨਿਆਂ ਦੇ ਕਾਰਵਾਈ ਹੋਈ। ਮਤਲਬ ਚਰਚਾ ਬਹੁਤ ਹੁੰਦੀ ਆ ਵੀ ਆਹ ਗਲਤ ਹੋ ਗਿਆ, ਗਲਤ ਹੋ ਗਿਆ, ਪਰ ਉਹਦੀ ਜਿਹੜੀ ਹੇਠਾਂ ਤੱਕ ਪਹੁੰਚਣਾ, ਸਮੱਸਿਆ ਦੀ ਜੜ ਤੱਕ ਪਹੁੰਚਣਾ, ਕੌਣ ਪਹੁੰਚਦਾ? ਸਾਰਾ ਕੁਝ ਮਤਲਬ ਇਵੇਂ ਚੱਲ ਰਿਹਾ, ਚੱਲੀ ਜਾ ਰਿਹਾ। ਮਤਲਬ ਗੱਲ ਜਿਹੜੀ ਬੁਨਿਆਦੀ ਸਮੱਸਿਆ ਜਿਨ੍ਹਾਂ ਨੂੰ ਹੱਲ ਕਰਨ ਦੀ ਲੋੜ ਸੀ ਉਹਨਾਂ ਨੂੰ ਕੀਤਾ ਨਹੀਂ ਗਿਆ। ਫਿਊਚਰ 'ਚ ਵੀ ਅਜੇ ਕੋਈ ਨਹੀਂ ਕਰਨ ਦੀ ਲੋੜ ਹੈਗੀ। ਮੈਨੂੰ ਇੱਕ ਇਹ ਲੱਗਦਾ ਵੀ ਹਰਿਆਣੇ ਦੇ ਜਿਹੜੇ ਆਗੂ ਸੀਗੇ ਉਹਨਾਂ ਨੇ ਕਈਆਂ ਕਹਿਤਾ ਵੀ ਜਿਹੜੀ ਪੰਜਾਬ 'ਚ ਹੜ੍ਹ ਆਏ ਆ ਉਹ SYL ਕਰਕੇ ਆਏ, ਜੇ SYL ਚੱਲਦੀ ਹੁੰਦੀ ਤੇ ਹੜ੍ਹ ਨਹੀਂ ਸੀ ਹੋਣ। ਇਹ ਜੇ ਕਾਊਂਟਰ ਸਵਾਲ ਉਹਨਾਂ ਨੂੰ ਪੁੱਛਿਆ ਜਾਵੇ ਫਿਰ ਹਰਿਆਣੇ 'ਚ ਕਿਉਂ ਆਏ? ਜੀ ਹਰਿਆਣੇ 'ਚ ਤਾਂ ਆਏ ਨਾ, ਜਮਨਾ ਦੇ ਇਲਾਕੇ 'ਚ ਆਏ, ਘੱਗਰ ਤੇ ਟਾਂਗਰੀ ਤੇ ਮਾਰਕੰਡਾ, ਉਹ ਤੁਹਾਡੇ ਕੈਥਲ ਦੇ ਵਿੱਚ ਆਏ, ਉਸ ਤੋਂ ਬਾਅਦ ਫਤਿਆਬਾਦ 'ਚ ਆਏ, ਸਿਰਸਾ ਦੇ ਕਈ ਪਿੰਡਾਂ 'ਚ ਆਏ। ਇਹ ਇੱਕ ਹਿੱਸਾ ਬਣਦਾ। ਫਿਰ ਉਹ ਤੋਂ ਬਾਅਦ ਜਿਹੜਾ ਰੋਹਤਕ ਵਾਲਾ ਹਿੱਸਾ, ਉਹ ਕਈ ਇਹੋ ਜਿਹੇ ਖੇਤਰ ਬਣਦੇ। ਉੱਥੇ ਕਿਉਂ ਆਏ? ਉੱਥੇ ਤਾਂ ਕੋਈ ਇਹੋ ਜਿਹੀ ਮਾਰ ਨਹੀਂ ਸੀਗੀ। ਮਤਲਬ ਇਲੌਜੀਕਲ ਸਟੇਟਮੈਂਟ। ਸਰ ਕੁਸ਼ਲਿਆ ਡੈਮ ਜਿਹੜਾ ਪੰਚਕੂਲਾ ਬਣਾਇਆ ਇਹਨਾਂ ਨੇ ਜਿਹੜਾ ਨਵਾਂ, ਉਹਦੇ ਵਿੱਚ ਵੀ ਦੇਖ ਸਕਦੇ ਆ ਇਸ ਵਾਰ ਇੰਨਾ ਕੁ ਪਾਣੀ ਆਇਆ ਉੱਤੋਂ ਪਹਾੜਾਂ ਤੋਂ ਕਿ ਕਿੱਦਾਂ ਕਿਸ ਤਰੀਕੇ ਨਾਲ ਉਹ ਵੀ ਭਰ ਕੇ ਚੱਲਿਆ ਔਰ ਅੱਗੇ ਜਾ ਕੇ ਮਾਰ ਵੀ ਹੋਈ ਹੈ। ਇੱਥੇ ਜੇ ਡੇਰਾ ਬਸੀ ਦੇਖ ਲਿਆ ਜਾਏ, ਅੱਗੇ ਦੇਖ ਲਿਆ ਜਾਏ, ਉੱਥੇ ਵੀ ਕਾਫੀ ਹੋਈ ਹੈ। ਪਰ ਉਸ ਦੇ ਨਾਲ ਨਾਲ ਜੇ ਸਰ ਗੱਲ ਕੀਤੀ ਜਾਏ ਪੰਜਾਬ ਤੇ ਆਪਾਂ ਫਿਰ ਦੁਬਾਰਾ ਤੋਂ ਆਉਂਦੇ ਹਾਂ, ਜਿਸ ਤਰੀਕੇ ਦੇ ਨਾਲ ਇਹ ਸਾਰੀ ਹੜ੍ਹਾਂ ਦੀ ਐਡੀ ਵੱਡੀ ਸਮੱਸਿਆ ਆਈ ਹੈ, ਉਹਦੇ ਵਿੱਚ ਨਾ ਕਰਦੇ ਪੰਜਾਬ ਦੇ ਮੁੱਖ ਮੰਤਰੀ ਤੇ ਰਾਜਪਾਲ ਦੇ ਵਿੱਚ ਵੀ ਜਿਹੜੀ ਇੱਕ ਖਿੱਚਧੂ ਚੱਲੀ ਹੋਈ ਹੈ। ਪਰ ਉਹਦੇ ਨਾਲ ਜੇ ਹੜ੍ਹਾਂ ਤੇ ਫਿਰ ਵਾਪਸ ਆਈਏ ਤੇ ਖਾਸ ਕਰਕੇ ਮੁੱਖ ਮੰਤਰੀ ਨੇ ਕਹਿਤਾ ਸੀ ਸਾਨੂੰ ਤਾਂ ਲੋੜ ਨਹੀਂ ਕਿਸੇ ਵੀ ਪੈਸੇ ਦੀ ਕੇਂਦਰ ਤੋਂ ਮਦਦ ਲੈਣ ਦੀ। ਪਰ ਹੁਣ ਜਦੋਂ ਦੁਬਾਰਾ ਤੋਂ ਗੱਲ ਆਈ ਹੈ, ਜਦ ਕਿ ਪਹਿਲੇ ਇਹ ਵਿਚਾਰਾਂ ਕੀਤੀਆਂ ਜਾ ਰਹੀਆਂ ਵੀ ਚਿੱਠੀ ਲਿਖ ਦਿੱਤੀ ਗਈ ਸੀਗੀ, ਉਹਦੇ ਬਾਅਦ ਹੁਣ ਦੁਬਾਰਾ ਤੋਂ ਪ੍ਰੈਸ ਕਾਨਫਰੰਸ ਕੀਤੀ ਖਾਸ ਕਰਕੇ ਮੰਤਰੀਆਂ ਨੇ ਕੈਬਨਿਟ ਹੋਣ ਦੇ ਬਾਅਦ ਕੁਝ ਦਿਨ ਪਹਿਲੇ, ਤੇ ਉਹਨਾਂ ਨੇ ਕਿਹਾ ਕਿ 1500 ਕਰੋੜ ਰੁਪਏ ਦਾ ਜਿਹੜਾ ਐਸਟੀਮੇਟਡ ਅਨੁਮਾਨ ਜਿਹੜਾ ਲਾਇਆ ਜਾ ਰਿਹਾ ਉਹ ਹਜੇ ਤੱਕ ਡੈਮੇਜ ਹੋਇਆ ਜਾਂ ਪੂਰਾ ਦਾ ਪੂਰਾ ਜਿਹੜਾ ਹੈਗਾ ਲਾਸ ਹੋਇਆ ਸਾਨੂੰ, ਤੇ ਉਹਦੇ ਬਾਅਦ ਜਿਹੜਾ ਖਰਾਬਾ ਹੋਇਆ ਖਾਸ ਕਰਕੇ, ਔਰ ਉਸ ਖਰਾਬੇ ਨੂੰ ਹਜੇ ਹੋਰ ਮਾਪਿਆ ਜਾਏਗਾ ਕਿ ਕਿੰਨਾ ਹੋਇਆ, ਕਿਉਂਕਿ ਕਿਤੇ ਕਿਤੇ ਤਾਂ ਪਾਣੀ ਹਜੇ ਖੜਾ ਹੈ, ਵੱਟਾਂ ਹੀ ਨਹੀਂ ਦਿਸ ਰਹੀਆਂ ਖੇਤਾਂ ਦੀਆਂ ਕੀ ਹਾਲ ਚਾਲ ਹੈ। ਉਹਦੇ ਵਿੱਚ ਸਰ ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਹਾਲਾਤ ਬਣੇ ਹੋਏ ਹੈ, ਜਦੋਂ ਮੁਲਕ ਤੇ ਐਡੀ ਆਫਤ ਆ ਜਾਏ ਕਿਸੇ ਵੀ ਤਰੀਕੇ ਦੀ, ਮੁਲਕ ਹੈ ਆਖਿਰਕਾਰ, ਐਦਾਂ ਦਾ ਇੱਕ ਸੂਬੇ ਦਾ ਮੁੱਖ ਮੰਤਰੀ ਜਾਂ ਮੰਤਰੀ ਇਸ ਤਰੀਕੇ ਦੇ ਨਾਲ ਕੋਈ ਬਿਆਨ ਆਣ, ਤੁਹਾਨੂੰ ਕਿੰਨਾ ਠੀਕ ਲੱਗਦੀ ਹੈ ਗੱਲ? ਦੇਖੋ, ਸਾਡੀ ਇਹ ਸਮਝ ਹੋਣੀ ਚਾਹੀਦੀ ਹੈ ਵੀ ਜਿਹੜਾ ਕੇਂਦਰ ਨੇ ਫਲੱਡ ਰਿਲੀਫ ਦਾ ਪੈਸਾ ਦੇਣਾ ਉਹ ਕੇਂਦਰ ਸਰਕਾਰ ਦਾ ਥੋੜੀ ਹੈ, ਉਹ ਸਟੇਟ ਦਾ ਹੀ ਇੱਕ ਹਿੱਸਾ ਕੱਟਿਆ ਜਾਂਦਾ ਜਿਹੜਾ ਨੈਚੁਰਲ ਡਿਜ਼ਾਸਟਰ ਫੰਡ ਬਣਦਾ ਜੀ, ਉਹਦੇ ਚੋਂ ਉਹਨਾਂ ਸਾਡਾ ਹਿੱਸਾ ਦੇਣਾ ਨਾ। ਹਾਂਜੀ, ਉਹ ਨਹੀਂ, RDF ਹੋਰ ਹੈ, ਰੂਰਲ ਡਿਵੈਲਪਮੈਂਟ ਫੰਡ ਹੋਰ ਹੈ, ਇਹ ਨੈਚੁਰਲ ਡਿਜ਼ਾਸਟਰ ਫੰਡ ਹੈ ਜੀ ਜੀ ਜੀ, ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਇੱਕ ਫੰਡ ਹੈ ਤੇ ਜਿਹਦੇ ਤੋਂ ਹਰ ਸਾਲ ਪੈਸਾ ਜਿਹੜਾ ਇੱਕ ਅਕਾਊਂਟ ਦੇ ਵਿੱਚ ਇਕੱਠਾ ਕੀਤਾ ਜਾਂਦਾ। ਤੇ ਅਸੀਂ ਕੇਂਦਰ ਤੋਂ ਥੋੜੀ, ਸਾਡਾ ਪੈਸਾ ਸਾਨੂੰ ਮਿਲਣਾ ਚਾਹੀਦਾ। ਗੱਲ ਇਹ ਹੈਗੀ ਹੈ, ਨਾ ਕਿ ਅਸੀਂ ਕੇਂਦਰ ਸਰਕਾਰ ਨੂੰ ਕਹਿਣ ਜਾ ਰਹੇ, ਮਤਲਬ ਪੈਸਾ ਉਹ ਕੇਂਦਰ ਸਰਕਾਰ ਕੋਲ ਆ, ਕੇਂਦਰ ਸਰਕਾਰ ਨੇ ਦੇਣਾ, ਤੇ ਸਾਨੂੰ ਇਹਦੇ 'ਚ ਮੰਗਣ 'ਚ ਕੀ ਸ਼ਰਮ ਆ, ਕੀ ਝਿਜਕ ਹੈ? ਅਸੀਂ ਕੋਈ ਭੀਖ ਮੰਗਣ ਥੋੜੀ, ਸਾਡਾ ਕੋਈ ਰਾਈਟ ਹੈ, ਸਾਡਾ ਕੋਈ ਅਧਿਕਾਰ ਬਣਦਾ, ਅਸੀਂ ਉਹ ਅਧਿਕਾਰ ਜਿਹੜਾ ਉਹ ਲੈਣਾ। ਮਤਲਬ ਪਿਛਲੇ ਕਈ ਸਾਲਾਂ ਦੇ ਵਿੱਚ ਪੰਜਾਬ ਨੂੰ ਉਹਦੇ 'ਚ ਪੈਸਾ ਹੀ ਨਹੀਂ ਮਿਲਿਆ ਜੀ, ਤੇ ਪੰਜਾਬ ਨੂੰ ਆਪਣਾ ਹੱਕ ਲੈਣਾ ਚਾਹੀਦਾ ਤੇ ਆਪਣੇ ਲੋਕਾਂ ਨੂੰ ਦੇਣਾ ਚਾਹੀਦਾ। ਇਹਦੇ 'ਚ ਨਾ ਕੋਈ ਭੀਖ ਦੀ ਹੈ, ਨਾ ਕੋਈ ਸੰਗ ਸ਼ਰਮ ਦਾ ਮਾਮਲਾ, ਅਸੀਂ ਆਪਣੇ ਰਾਈਟ ਲੈਣੇ ਆ। ਕਈ ਨਾਲੋਂ ਸਾਡੇ ਨਾਲੋਂ ਕਈ ਸੂਬੇ ਇਸ ਗੱਲ ਦੇ ਵਿੱਚ ਬਿਹਤਰ ਹੈ, ਜਿਨ੍ਹਾਂ ਦੇ ਵਿੱਚ ਜਿਹੜਾ ਆਂਧਰਾ ਪ੍ਰਦੇਸ਼ ਸ਼ਾਮਲ ਆ, ਸਾਊਥ ਵਾਲੇ ਸੂਬੇ ਸ਼ਾਮਲ ਆ, ਜਿਹੜੇ ਕੇਂਦਰ ਦੀਆਂ ਕੇਂਦਰੀ ਸਕੀਮਾਂ ਜਿਹੜੀਆਂ ਸੈਂਟਰਲੀ ਸਪਾਂਸਰਡ ਜਿਹੜੀਆਂ ਸਕੀਮਾਂ ਉਹਨਾਂ 'ਚੋਂ ਕਿਤੇ ਵੱਧ ਪੈਸਾ ਲੈਂਦੇ। ਅਸੀਂ ਉਹਦੇ 'ਚ ਮੈਚਿੰਗ ਗ੍ਰਾਂਟ ਨਹੀਂ ਕਦੇ ਕਈ ਪਾਉਂਦੇ, ਕਈ ਵਾਰੀ ਕੋਈ ਹੋਰ ਗੜਬੜ ਹੋ ਜਾਂਦੀ। ਜਿਹੜਾ ਅਸੀਂ ਪੈਸਾ ਕੇਂਦਰ ਤੋਂ ਲੈ ਸਕਦੇ ਉਹ ਕਈ ਵਾਰੀ ਲੈਣ 'ਚ ਅਸਫਲ ਰਹੇ। ਹੁਣ ਹੜ੍ਹਾਂ ਦੇ ਮਾਮਲੇ ਦੇ ਵਿੱਚ ਇੱਕ ਪਾਸੇ ਮੁੱਖ ਮੰਤਰੀ ਇਹ ਕਹੀ ਜਾਂਦੇ, ਦੂਜੇ ਪਾਸੇ ਪੰਜਾਬ ਸਰਕਾਰ ਨੇ ਬਕਾਇਦਾ ਜਿਹੜੀ ਕੇਂਦਰ ਸਰਕਾਰ ਨੂੰ ਆਪਣੀ ਰਿਪੋਰਟ ਭੇਜੀ ਵੀ ਸਾਡਾ ਇੰਨਾ ਐਸਟੀਮੇਟਡ ਨੁਕਸਾਨ 1500 ਕਰੋੜ ਦਾ ਹੋ ਗਿਆ, ਸਾਨੂੰ ਉਹ ਪੈਸਾ ਦਿੱਤਾ ਜਾਵੇ, ਤਾਂ ਉਹ ਪੈਸਾ ਮਿਲਣਾ ਹੀ ਹੈ ਜੀ ਜੀ। ਪਰ ਇਹ ਪਬਲਿਕਲੀ ਮੈਨੂੰ ਨਹੀਂ ਲੱਗਦਾ ਇਹੋ ਜਿਹੀ ਬਿਆਨਬਾਜ਼ੀ ਕਿਉਂ ਕੀਤੀ ਜਾ ਰਹੀ ਹੈ। ਇਹਦੇ ਨਾਲ ਕਿਹਦਾ ਪਰਪਸ ਸਰਵ ਹੁੰਦਾ? ਤੁਸੀਂ ਤੀਜੇ ਦਿਨ ਮਤਲਬ ਕੇਂਦਰ ਦੇ ਮੰਤਰੀਆਂ ਨੂੰ ਮਿਲਦੇ ਆ, ਤੁਸੀਂ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਦੇ, ਹੋਰਾਂ ਨੂੰ ਮਿਲਦੇ ਆ, ਫਿਰ ਜਦੋਂ
ਇਹ ਮਾਮਲੇ ਦੇ ਉੱਪਰ ਉਹਨਾਂ ਗੱਲਾਂ ਦੇ ਉੱਪਰ ਹੀ ਕੇਂਦਰ ਦੇ ਖਿਲਾਫ ਜਾਇਆ ਜਾਣਾ ਚਾਹੀਦਾ ਜਿੱਥੇ ਜ਼ਰੂਰੀ ਹੈ, ਜਿੱਥੇ ਕੇਂਦਰ ਸਾਡੇ ਸੂਬਿਆਂ ਦੇ ਹੱਕ ਮਾਰਦਾ, ਉਹਨਾਂ ਦੇ ਉੱਪਰ ਸਾਨੂੰ ਡਟਣਾ ਚਾਹੀਦਾ ਜੀ। ਜਿਵੇਂ ਜ਼ਮੀਨ ਦੇਣ ਦਾ ਮਾਮਲਾ, ਜ਼ਮੀਨ ਦੇਣ ਦੇ ਮਾਮਲੇ ਤੇ ਵੀ ਸਾਡੀ ਸਰਕਾਰ ਨੂੰ ਡਟਣਾ ਚਾਹੀਦਾ। ਪਰ ਅਜੇ ਤੱਕ ਮੈਨੂੰ ਨਹੀਂ ਲੱਗਦਾ, ਮੈਂ ਸ਼ਾਇਦ ਨਾ ਪੜ੍ਹਿਆ ਹੋਵੇ, ਮੈਨੂੰ ਨਹੀਂ ਲੱਗਦਾ ਮੁੱਖ ਮੰਤਰੀ ਦਾ ਬਿਆਨ ਇਸ ਗੱਲ ਤੇ ਜ਼ਮੀਨ ਦੇ ਵਟਾਂਦਰੇ ਭਰੇ ਆਇਆ ਹੋਵੇ। ਉਹ ਸਾਡਾ ਰਾਈਟ ਹੈ। ਚੰਡੀਗੜ੍ਹ ਸਾਡੇ ਪੰਜਾਬ ਦੇ ਲੋਕਾਂ ਨੂੰ ਉਜਾੜ ਕੇ ਬਣਾਇਆ ਗਿਆ, ਵਸਾਇਆ ਗਿਆ, ਤੇ ਸਾਡਾ ਇਹਦੇ ਤੇ ਰਾਈਟ ਹੈ। ਅਸੀਂ ਜਿੱਥੇ ਸਾਡਾ ਰਾਈਟ ਬਣਦਾ ਉਹਦੀ ਤਾਂ ਗੱਲ ਘੱਟ ਕਰਦੇ ਹਾਂ, ਹੋਰ ਤਾਂ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਰਦੇ, ਇਹਨਾਂ ਦਾ ਕੋਈ ਫਾਇਦਾ ਨਹੀਂ ਗਾ ਹੈਗਾ। ਤੇ ਮੁੱਖ ਮੰਤਰੀ ਨੂੰ ਚਾਹੀਦਾ ਕਿ ਅਸੀਂ ਕੋਈ ਉਹਨਾਂ ਤੋਂ ਭੀਖ ਮੰਗਣ ਵਾਲੀ ਗੱਲ ਨਹੀਂ ਹੈਗੀ, ਸਾਡਾ ਰਾਈਟ ਹੈ, ਅਸੀਂ ਆਪਣਾ ਰਾਈਟ ਕਿਉਂ ਛੱਡੀਏ? ਰਾਈਟ ਸਾਨੂੰ ਲੈਣਾ ਚਾਹੀਦਾ, ਭਾਵੇਂ ਉਹ GST ਦਾ ਹੋਵੇ, ਭਾਵੇਂ RDF ਦਾ ਹੋਵੇ, ਭਾਵੇਂ ਕੁਦਰਤੀ ਆਫਤਾਂ ਨਾਲ ਨਜਿੱਠਣ ਦਾ ਮਾਮਲਾ ਹੋਵੇ। ਇਹ ਸਾਡੇ ਰਾਈਟ ਨੇ ਤੇ ਰਾਈਟ ਸਾਨੂੰ ਉਹਦੇ ਲਈ ਲੜਾਈ ਵੀ ਕਰਨੀ ਪਵੇ, ਸਾਨੂੰ ਲੜਾਈ ਕਰਨੀ ਚਾਹੀਦੀ ਹੈ ਤੇ ਆਪਣੇ ਰਾਈਟ ਲੈਣੇ ਚਾਹੀਦੇ। ਇਹਦੇ 'ਚ ਕੋਈ ਇਸ ਕਿਸਮ ਦਾ ਨਹੀਂ, ਅਸੀਂ ਇਹ ਨਹੀਂ ਕਹਿ ਰਹੇ ਵੀ ਸਾਨੂੰ ਇੱਕ ਪੈਕੇਜ ਦਿੱਤਾ ਜਾਵੇ। ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਨੂੰ ਪੈਕੇਜ ਵੀ ਮਿਲਣਾ ਚਾਹੀਦਾ, ਕਿਉਂਕਿ ਬਾਰਡਰ ਸਾਡਾ ਹਾਂ ਤੇ ਸਾਡੇ ਨੁਕਸਾਨ ਵੱਧ ਹੁੰਦਾ। ਤੇ ਇਹਦੇ ਲਈ ਅਸੀਂ, ਤੁਸੀਂ ਜਾਣਦੇ ਹੋ ਕੇਂਦਰ ਸਰਕਾਰ ਕੋਲ ਕਹਿ ਦਿੰਦੇ ਵੀ ਸਾਨੂੰ ਪੁਲਿਸ ਦੀ ਮਾਡਰਨਾਈਜੇਸ਼ਨ ਲਈ ਵੱਧ ਪੈਸਾ ਦਿੱਤਾ ਜਾਵੇ, ਉਦੋਂ ਵੀ ਤਾਂ ਪੈਸਾ ਮੰਗਦੇ ਹੀ ਹੋ। ਤੁਸੀਂ GST ਜਦੋਂ ਲਾਗੂ ਹੋਇਆ ਸੀ, ਤੁਸੀਂ ਆਪਣੀਆਂ ਜੇਬਾਂ ਕੱਟ ਕੇ ਜਿਹੜੀਆਂ ਕੇਂਦਰ ਨੂੰ ਦਿੱਤੀਆਂ ਹੋਈਆਂ, ਤੇ ਤੁਸੀਂ ਬਿਨਾਂ ਕੇਂਦਰ ਦੀ ਮਦਦ ਤੋਂ ਕਿਵੇਂ ਸੂਬੇ ਨੂੰ ਅੱਗੇ ਲੈ ਜਾਓਗੇ? ਐਡੇ ਪੰਜਾਬ ਕੋਲ ਰਿਸੋਰਸ ਨਹੀਂ। ਪੰਜਾਬ ਹੌਲੀ 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 ਕਿਤੇ ਇੱਕ ਨੰਬਰ ਤੇ ਹੁੰਦਾ ਸੀਗਾ, ਅੱਜ 18ਵੇਂ ਜਾਂ 19ਵੇਂ ਸਥਾਨ ਤੇ ਚਲਾ ਗਿਆ। ਤੇ ਇਸ ਕਰਕੇ ਜਿਹੜੀ ਸਟੇਟ ਇੱਥੇ ਚਲੀ ਗਈ ਹੋਵੇ, ਉਹਨੇ ਕਿਵੇਂ ਉੱਭਰਨਾ? ਕੋਈ ਤਾਂ ਕੇਂਦਰ ਦਾ ਹੀ ਨਹੀਂ ਐਟੀਟਿਊਡ ਪੰਜਾਬ ਪ੍ਰਤੀ ਬਾਹਲਾ ਕੋਈ ਵਧੀਆ ਹੈਗਾ। ਮਤਲਬ ਇਸ ਕਿਸਮ ਦੇ ਅਨੇਕਾਂ ਬਿਆਨ ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ, ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ, ਹੋਰ ਕਈ ਮਾਮਲਿਆਂ ਦੇ ਉੱਪਰ ਉਹਨਾਂ ਦਾ ਰੁਖ ਜਿਹੜਾ ਉਹ ਸਹੀ ਨਹੀਂ ਹੈਗਾ, ਠੀਕ ਨਹੀਂ ਹੈਗਾ। ਤੇ ਬਾਕੀ ਜਿਹੜਾ ਇਹ ਮਾਮਲਾ ਹੈਗਾ ਕੇਂਦਰੀਕਰਨ ਦਾ ਤਾਂ ਵਿਕੇਂਦਰੀਕਰਨ ਦਾ, ਤੇ ਸਾਡੀ ਜਿਹੜੀ ਸਰਕਾਰ ਆ ਉਹਨੂੰ ਇਹਨਾਂ ਮਾਮਲਿਆਂ ਲਈ, ਸੂਬਿਆਂ ਦੇ ਵੱਧ ਅਧਿਕਾਰਾਂ ਲਈ ਫਾਈਟ ਕਰਨਾ ਚਾਹੀਦਾ। ਤੁਸੀਂ ਦੱਸੋ ਵੀ ਐਜੂਕੇਸ਼ਨ ਨੀਤੀ ਲਾਗੂ ਹੋ ਰਹੀ ਹੈ, 3 ਸਾਲਾਂ ਤੋਂ ਚੱਲ ਰਿਹਾ, ਉਹਦੇ ਤੇ ਤੁਸੀਂ ਕਿੰਨਾ ਕੁ ਵਿਰੋਧ ਕੀਤਾ? ਮਤਲਬ ਇਹਨਾਂ ਦੇ ਗੱਲਾਂ ਦੇ ਉੱਪਰ ਵਿਰੋਧ ਕਰਨਾ ਚਾਹੀਦਾ ਵੀ ਆਹ ਅਲਟਰਨੇਟਿਵ ਆਹ ਚੀਜ਼ ਬਣ ਸਕਦੀ ਹੈ ਤੇ ਸਾਨੂੰ ਇਹ ਚਾਹੀਦੀ ਹੈ, ਉਹਦੇ ਲਈ ਫਾਈਟ ਕਰਨਾ ਚਾਹੀਦਾ। ਤੁਸੀਂ ਗਵਰਨਰ ਵਾਲੀ ਗੱਲ ਕੀਤੀ ਸੀ ਵੀ ਗਵਰਨਰ ਤੇ ਮੁੱਖ ਮੰਤਰੀ ਦਾ ਉਹ ਮਾਮਲਾ ਆਪਣੀ ਥਾਂ ਦੇ ਉੱਪਰ ਆ। ਗਵਰਨਰ ਸਾਹਿਬ ਵੀ ਕਈ ਵਾਰੀ ਜ਼ਿਆਦਾ ਮਤਲਬ ਜਿਹੜੇ ਉਹ ਦਖਲਅੰਦਾਜ਼ੀ ਕਰਦੇ, ਜਿਵੇਂ ਹੁਣ 2 ਵਾਈਸ ਚਾਂਸਲਰਾਂ ਦੀ ਉਹਨਾਂ ਦਾ ਸੀਗਾ ਮਾਮਲਾ, ਉਹਨਾਂ ਨੂੰ ਸਰਕਾਰ ਨੇ 1-1 ਸਾਲ ਦੀ ਐਕਸਟੈਂਸ਼ਨ ਮੰਗੀ, ਇਹਨਾਂ ਨੇ 6-6 ਗਵਰਨਰ ਸਾਹਿਬ ਨੇ 6-6 ਮਹੀਨੇ ਦੀ ਕਰਦੇ। ਕਿਉਂ ਕਰਤੀ? ਮਤਲਬ ਤੁਸੀਂ, ਕਿਉਂਕਿ ਦੋਨਾਂ ਦੇ ਵਿੱਚ ਸਬੰਧ ਠੀਕ ਨਹੀਂ ਹੈਗੇ, ਦੋਨਾਂ ਦੇ ਸਬੰਧਾਂ ਦੇ ਵਿੱਚ ਮਾਮਲਾ, ਮਤਲਬ ਜਿਹੜੇ ਗਵਰਨਰ ਵੱਲੋਂ ਲਿਖੇ ਲੈਟਰ ਹੈ ਉਹਨਾਂ ਨੂੰ ਠੀਕ ਭਾਵਨਾ 'ਚ ਲੈਣ ਦੀ ਲੋੜ ਹੈ, ਉਹਨਾਂ ਨੂੰ ਮਜ਼ਾਕ ਉਡਾਉਣ ਦੇ ਮੇਰੇ ਖਿਆਲ ਲਹਿਜੇ 'ਚ ਨਹੀਂ ਲਿਆ ਜਾਣਾ ਚਾਹੀਦਾ, ਨਾ ਵੀ ਉਹਨਾਂ ਨੂੰ ਲਵ ਲੈਟਰ ਕਹਿਣ ਦੀ ਲੋੜ ਹੈਗੀ ਹੈ। ਉਹਨਾਂ ਦਾ ਉਸੇ ਸੰਜੀਦਗੀ ਨਾਲ ਜਵਾਬ ਦੇਣ ਦੀ ਲੋੜ ਹੈਗੀ ਆ, ਉਹਨਾਂ ਨੂੰ ਬਕਾਇਦਾ ਐਡਰੈਸ ਕਰਨਾ ਚਾਹੀਦਾ। ਜਿੱਥੇ ਲੋੜ ਆ ਹਾਰਡ ਹਿਟਿੰਗ ਕਰਨ ਦੀ, ਉੱਥੇ ਕਰਨੀ ਚਾਹੀਦੀ ਹੈ ਵੀ ਆਹ ਸਾਡੇ ਮਾਮਲੇ ਆ, ਤੁਸੀਂ ਇਹਨਾਂ 'ਚ ਦਖਲ ਨਹੀਂ ਦੇ ਸਕਦੇ। ਆਹ ਜਿਹੜੀ ਤੁਸੀਂ ਇਨਫੋਰਮੇਸ਼ਨ ਮੰਗੀ ਅਸੀਂ ਇਹ ਦੇ ਦਿੰਦੇ। ਇਨਫੋਰਮੇਸ਼ਨ ਦੇਣ ਦੇ ਵਿੱਚ ਕੋਈ ਹੈ ਹੀ ਨਹੀਂਗਾ। ਜੇ ਕੱਲ ਨੂੰ ਕੋਈ ਰਾਈਟ ਟੂ RTI ਦੇ ਤਹਿਤ ਮੰਗ ਲਵੇ, ਉੱਥੇ ਵੀ ਤਾਂ ਤੁਸੀਂ ਜਾਣਕਾਰੀ ਦਿਓਗੇ। ਜੇ ਗਵਰਨਰ ਨੇ ਜਾਣਕਾਰੀ ਮੰਗੀ, ਮੈਨੂੰ ਲੱਗਦਾ ਕਿ ਜਾਣਕਾਰੀ ਦੇਣ ਦੇ ਵਿੱਚ ਕੋਈ ਹੈਜੀਟੇਸ਼ਨ ਨਹੀਂ ਹੋਣੀ ਚਾਹੀਦੀ, ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਇਹ ਇੱਕ ਪਬਲਿਕ ਡੋਮੇਨ ਦਾ ਮਾਮਲਾ ਹੈਗਾ, ਜਾਣਕਾਰੀ ਤਾਂ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਹੋਣੀ ਚਾਹੀਦੀ ਹੈ। ਤੇ ਇਸ ਕਰਕੇ ਗਵਰਨਰ, ਕਿਉਂਕਿ ਉਹ ਕਨਸਟੀਟਿਊਸ਼ਨਲ ਹੈੱਡ ਹੈ, ਉਹਨੂੰ ਜਾਣਕਾਰੀ ਦੇ ਦੇਣੀ ਚਾਹੀਦੀ। ਪਰ ਜਿਹੜੇ ਮਾਮਲਿਆਂ ਦੇ ਵਿੱਚ ਜ਼ਿਆਦਾ ਦਖਲ ਹੁੰਦਾ ਜੀ, ਉੱਥੇ ਤੋਂ ਫਾਈਟ ਕਰਨਾ ਚਾਹੀਦਾ, ਉੱਥੇ ਕਹਿਣਾ ਚਾਹੀਦਾ ਵੀ ਇਹ ਤੁਹਾਡਾ ਏਰੀਆ ਨਹੀਂ, ਇਹ ਸਾਡਾ ਹਿੱਸਾ, ਸਾਡਾ ਅਧਿਕਾਰ ਖੇਤਰ, ਇੱਥੇ ਅਸੀਂ ਕਰਾਂਗੇ। ਮਤਲਬ ਉਹਦੇ ਨਾਲ ਇਸ ਤਰੀਕੇ ਨਾਲ ਨਜਿੱਠਿਆ ਜਾਣਾ ਚਾਹੀਦਾ। ਜੇ ਉਹਦੇ 'ਚ ਜਿਹੜੀਆਂ ਉਹਨੂੰ ਜਿਸ ਤਰੀਕੇ ਨਾਲ ਬਣਾਇਆ ਜਾ ਰਿਹਾ ਉਹ ਨਹੀਂ ਬਣਨਾ ਚਾਹੀਦਾ, ਇਹ ਸੂਬੇ ਦੇ ਹਿੱਤ ਦੇ ਵਿੱਚ ਨਹੀਂ ਗਾ। ਕੁਝ ਥਾਵਾਂ ਦੇ ਉੱਪਰ ਗਵਰਨਰ ਨਾਲ ਮਿਲ ਕੇ ਇਕੱਠੇ ਹੋ ਕੇ ਚੱਲਣ ਦੀ ਲੋੜ ਹੁੰਦੀ ਹੈ, ਕੁਝ ਥਾਵਾਂ 'ਤੇ ਜਿੱਥੇ ਗਵਰਨਰ ਦੀ ਜ਼ਿਆਦਾ ਦਖਲਅੰਦਾਜ਼ੀ ਹੋਵੇ ਉੱਥੇ ਫਾਈਟ ਕਰਨ ਦੀ ਲੋੜ, ਉੱਥੇ ਫਾਈਟ ਕੀਤਾ ਜਾਣਾ ਚਾਹੀਦਾ। ਸਰ, ਤੁਸੀਂ ਫਾਈਟ ਕਰਨ ਦੀ ਗੱਲ ਕੀਤੀ ਹੈ, ਤੇ ਫਾਈਟ ਨੂੰ ਲੈ ਕੇ ਜੇ ਦੇਖਿਆ ਜਾਏ ਤੇ ਆਪਾਂ ਜੇ ਹੁਣ ਦੇਸ਼ ਦੇ ਦੂਜੇ ਹਿੱਸੇ 'ਚ ਚੱਲੀਏ, ਖਾਸ ਕਰਕੇ ਥੋੜਾ ਜਿਹਾ ਟੇਲ ਵੱਲ ਨੂੰ ਚੱਲੀਏ, ਜੇ ਅਸੀਂ ਨਕਸ਼ਾ ਦੇਖ ਲਈਏ ਤੇ ਮਨੀਪੁਰ ਦੀਆਂ ਘਟਨਾਵਾਂ ਜਿਹੜੀਆਂ ਹਜੇ ਤੱਕ ਤਾਜ਼ਾ ਨੇ ਜ਼ਿਹਨ ਦੇ ਵਿੱਚ, ਔਰ ਲਗਾਤਾਰ ਉਸ ਤੇ ਟੀਵੀ ਤੇ ਵੀ ਡਿਬੇਟਸ ਹੋ ਰਹੀਆਂ ਨੇ, ਲੋਕਾਂ ਵੱਲੋਂ ਵੀ ਜਿਹੜਾ ਉਸ ਨੂੰ ਕੰਡੈਮ ਕੀਤਾ ਜਾ ਰਿਹਾ ਹੈ, ਕਈ ਜਥੇਬੰਦੀਆਂ ਵੱਲੋਂ ਵੀ ਉਹਨੂੰ ਕੰਡੈਮ ਕੀਤਾ ਜਾ ਰਿਹਾ ਹੈ, ਔਰ ਨਾਲ ਜਿਹੜੇ ਸੂਬੇ ਦੀਆਂ ਵਿਰੋਧੀ ਧਿਰਾਂ ਨੇ ਜਾਂ ਡਿਫਰੈਂਟ ਤਰੀਕੇ ਦੇ ਦੇਸ਼ ਵਿੱਚ ਵਿਰੋਧੀ ਧਿਰਾਂ ਨੇ, ਉਹਨਾਂ ਵੱਲੋਂ ਵੀ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਬਹੁਤ ਜ਼ਿਆਦਾ ਗਲਤ ਹੋਇਆ।
ਔਰ ਉੱਥੇ ਪੀਸ ਬਹਾਲੀ ਦੀ ਲੋੜ ਹੈਗੀ ਹੈ। ਇਸ ਤਰੀਕੇ ਦੇ ਨਾਲ ਵਤੀਰਾ ਨਹੀਂ ਕੀਤਾ ਜਾ ਸਕਦਾ। ਤੁਸੀਂ ਇਸ ਸਾਰੇ ਦੇ ਸਾਰੇ ਘਟਨਾਕ੍ਰਮ ਨੂੰ ਕਾਫੀ ਡਿਸਕਸ਼ਨ ਡਿਬੇਟਸ ਹੋ ਚੁੱਕੀਆਂ, ਪਰ ਫਿਰ ਵੀ ਅੱਜ ਦੀ ਸਥਿਤੀ ਦੇ ਵਿੱਚ ਕਿਵੇਂ ਵੇਖਦੇ ਹੋ? ਦੇਖੋ ਬਿੰਦੂ ਜੀ, ਜੋ ਕੁਝ ਮਨੀਪੁਰ ਦੇ ਵਿੱਚ ਹੋਇਆ, ਜਿਸ ਅਸੀਂ ਦੌਰ 'ਚ ਰਹਿ ਰਹੇ ਹਾਂ, ਅਸੀਂ ਆਪਣੇ ਆਪ ਨੂੰ ਕਹਿ ਰਹੇ ਹਾਂ ਵੀ ਅਸੀਂ 21ਵੀਂ ਸਦੀ ਦੇ ਮਾਡਰਨ ਯੁੱਗ 'ਚ ਜਾ ਰਹੇ ਹਾਂ, ਪਰ ਉਹ ਘਟਨਾਵਾਂ ਇਹ ਦਰਸਾਉਂਦੀਆਂ ਕਿ ਅਸੀਂ ਮੱਧ ਯੁੱਗ ਵੱਲ ਨੂੰ ਵੱਧ ਰਹੇ ਹਾਂ। ਦਰਿੰਦਗੀ ਦੀ ਕੋਈ ਹੱਦ ਹੁੰਦੀ ਹੈ, ਮਤਲਬ ਉਹ ਸਾਰੀਆਂ ਹੱਦਾਂ ਜਿਹੜੀਆਂ ਪਾਰ ਕੀਤੀਆਂ ਗਈਆਂ, ਕੋਈ ਸੰਗ ਸ਼ਰਮੀ ਨਹੀਂ ਹੈਗੀ। ਜਦੋਂ ਇਹ ਸਵਾਲ ਮੁੱਖ ਮੰਤਰੀ ਨੂੰ ਕੀਤਾ ਗਿਆ ਤਾਂ ਉਹ ਕਹਿੰਦਾ ਨਹੀਂ, ਇਹ ਐਸੀ ਤਾਂ ਸੈਂਕੜੇ ਘਟਨਾएं ਜੀ। ਮਤਲਬ ਤੁਸੀਂ ਕੀ ਦੱਸਣਾ ਕੀ ਚਾਹੁੰਦੇ ਹੋ, ਦਰਸਾਉਣਾ ਕੀ ਚਾਹੁੰਦੇ ਹੋ? ਮਤਲਬ ਦੇਸ਼ ਦੀ ਪਾਰਲੀਮੈਂਟ 20 ਜੁਲਾਈ ਤੋਂ ਸੈਸ਼ਨ ਸ਼ੁਰੂ ਹੋਇਆ ਜੀ, ਅੱਜ 5 ਜੁਲਾਈ ਹੋ ਗਈ, ਕੱਲ 4 ਜੁਲਾਈ ਤੱਕ ਸੈਸ਼ਨ ਚੱਲਿਆ। ਇਹਨਾਂ ਦਿਨਾਂ ਦੇ ਵਿੱਚ ਸੈਸ਼ਨ ਚੱਲ ਹੀ ਨਹੀਂ ਸਕਿਆ। ਪ੍ਰਧਾਨ ਮੰਤਰੀ ਇਸ ਮੁੱਦੇ ਤੇ ਬੋਲਣ ਲਈ ਤਿਆਰ ਹੀ ਨਹੀਂ, ਮੂੰਹ ਖੋਲਣ ਲਈ ਤਿਆਰ ਹੀ ਨਹੀਂ। ਮੰਗਦਾ ਹੀ ਸੀ ਨਾ ਵੀ ਤੁਸੀਂ ਪਾਰਲੀਮੈਂਟ ਦੇ ਵਿੱਚ ਆਣ ਕੇ ਭਾਸ਼ਣ ਕਰੋ, ਦੱਸੋ ਲੋਕਾਂ ਨੂੰ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ। ਇਹ ਇੰਨੀ ਜਿਹੜੀ ਦਰਿੰਦਗੀ ਉੱਥੇ ਹੋਈ ਆ, ਇੱਕ ਔਰਤ ਨਾਲ ਨਹੀਂ, 2 ਨਾਲ ਨਹੀਂ, 3 ਨਾਲ ਨਹੀਂ, 3 ਦੀਆਂ ਤਾਂ ਵੀਡੀਓ ਆਈਆਂ ਨਾ, ਜਿਹੜੀਆਂ ਸਰਫੇਸ ਹੀ ਨਹੀਂ ਹੋਈਆਂ ਹਜੇ, ਜਿਹੜਾ ਕੋਈ ਮਾਮਲਾ ਆਇਆ ਹੀ ਨਹੀਂ ਸਾਹਮਣੇ। 3-4 ਮਈ ਦੀਆਂ ਘਟਨਾਵਾਂ ਨੇ, ਕਿੰਨੇ ਦਿਨਾਂ ਬਾਅਦ 18 ਮਈ ਨੂੰ FIR ਦਰਜ ਕੀਤੀ ਗਈ ਜੀ। ਜਿੰਨਾ ਚਿਰ ਵੀਡੀਓ ਨਹੀਂ ਆਈ ਸਾਹਮਣੇ ਉਹਨਾਂ ਚਿਰ ਕਿਸੇ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਗਈ। ਉਸ ਤੋਂ ਬਾਅਦ ਕਾਰਵਾਈ ਕੀਤੀ ਗਈ, ਭਾਵੇਂ ਕਿ ਉਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਉੱਥੇ ਜਾ ਕੇ ਆਏ ਜੀ, ਮਤਲਬ ਉਹ 3 ਦਿਨ ਉੱਥੇ ਰਹੇ। ਕੀ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਲੱਗਾ? ਜੀ। ਉੱਥੇ ਦੇਖੋ ਪੈਰਾਮਿਲਟਰੀ ਫੋਰਸਿਸ ਨੇ ਜੀ, ਕਿੰਨੀ ਤਰ੍ਹਾਂ ਦੀਆਂ, ਉੱਥੇ ਫੌਜ ਲੱਗੀ ਹੋਈ ਹੈ, ਉਸ ਦੇ ਬਾਵਜੂਦ ਸਾਰਾ ਮਾਮਲਾ ਉੱਥੇ ਫਿਰ ਗੜਬੜ ਹੋ ਰਹੀ ਹੈ, ਫਿਰ ਅੱਗਾਂ ਲੱਗ ਰਹੀਆਂ ਨੇ ਜੀ, ਫਿਰ ਮਤਲਬ ਹਥਿਆਰ ਲੁੱਟੇ ਜਾਂਦੇ ਨੇ। ਇਹ ਕਿਉਂ ਹੋ ਰਿਹਾ? ਮਤਲਬ ਇਸ ਮਾਮਲੇ ਨੂੰ ਸਮਝਣ ਦੀ ਲੋੜ ਹੈਗੀ। ਜੀ। ਪਹਿਲਾਂ ਤਾਂ ਉੱਥੋਂ ਦੀ ਜਿਹੜੀ ਆ ਮਨੀਪੁਰ ਦੀ ਡੈਮੋਗ੍ਰਾਫੀ ਸਮਝਣ ਦੀ ਜੀ, ਲੋੜ ਆ। ਉੱਥੇ ਜਿਹੜੇ ਆ 50% ਤੋਂ ਵੱਧ ਜਿਹੜੇ ਆ ਮੈਤੀ ਨੇ, ਜਿਨ੍ਹਾਂ ਦਾ ਮੁੱਖ ਮੰਤਰੀ ਆ ਐਨ ਬੀਰੇਨ ਸਿੰਘ ਮੁੱਖ ਮੰਤਰੀ। ਹਾਂ ਜੀ, ਜੀ, ਜੀ। ਉਤੋਂ 16% ਜਿਹੜੇ ਕੁੱਕੀ ਨੇ, ਜਿਹਨੂੰ ਕਹਿ ਦਿੰਦੇ ਨੇ, ਹਾਂ ਜੀ, ਤੇ 24% ਨਾਗੇ ਨੇ। ਨਾਗੇ ਜਿਹੜੇ ਨਾਗਾਲੈਂਡ ਜਿਹੜਾ ਪਹਿਲਾਂ ਸੂਬਾ ਬਣਿਆ, ਪਰ ਉਹ ਜਿਹੜੇ ਨਾਗੇ ਮਨੀਪੁਰ 'ਚ ਰਹਿੰਦੇ ਉਹ ਗ੍ਰੇਟਰ ਨਾਗਾਲੈਂਡ ਦੇ ਹੱਕ 'ਚ ਨੇ। ਜੀ। ਸੋ ਜਿਹੜੇ ਥਾਵਾਂ ਦੇ ਉੱਪਰ ਕੁੱਕੀ ਰਹਿੰਦੇ ਨੇ ਉਹ ਨੈਚੁਰਲੀ ਪਹਾੜੀ ਇਲਾਕਾ, ਮਿਨਰਲ ਦਾ ਰਿਚ ਮਿਨਰਲ ਵਾਲਾ ਇਲਾਕਾ ਨੇ ਜੀ। ਤੇ ਹੁਣ ਉੱਥੇ ਉਹ ਸਬੱਬੀ ਜਿਹੜੇ ਆ ਉਹ ਕ੍ਰਿਸਚਨ ਨੇ। ਜੀ, ਜੀ। ਉਹ ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧਿਤ ਹੈ ਜੀ। ਉੱਥੇ ਜਿਹੜੀ ਸਾਡੇ ਦੇਸ਼ ਦੇ ਵਿੱਚ ਧਰੁਵੀਕਰਨ ਦੀ ਰਾਜਨੀਤੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੱਲ ਰਹੀ ਹੈ ਤੇ ਜਿਹਦਾ ਅਸਰ ਅਸੀਂ ਹਰਿਆਣੇ 'ਚ ਵੀ ਦੇਖਿਆ ਪਿਛਲੇ ਦਿਨੀ। ਤਾਂ ਉਹਦੇ ਵਿੱਚ ਇਹ ਹੋਇਆ ਵੀ ਮੈਤੀ ਭਾਈਚਾਰੇ ਨੂੰ ਖੁੱਲ ਜਿਹੜੀ ਆ ਉਹ ਮਿਲੀ ਹੈ। ਇਹ ਨਹੀਂ ਵੀ ਦੂਜਿਆਂ ਨੇ ਕਦੇ ਕੁਝ ਨਹੀਂ ਕੀਤਾ, ਕਈ ਵਾਰੀ ਰਿਟਾਲੀਏਸ਼ਨ ਦੇ ਵਿੱਚ ਦੂਜਿਆਂ ਨੇ ਵੀ ਕੀਤਾ, ਪਰ ਇਹ ਜਿਹੜਾ ਔਰਤਾਂ ਦਾ ਮਸਲਾ ਇੰਨਾ ਸੰਵੇਦਨਸ਼ੀਲ ਮਾਮਲਾ ਹੈਗਾ, ਇਹਦੇ ਉੱਪਰ ਜਿਹੜਾ ਜੋ ਚਾਹੀਦਾ ਸੀਗਾ ਪ੍ਰਧਾਨ ਮੰਤਰੀ ਨੂੰ, ਕੇਂਦਰ ਸਰਕਾਰ ਨੂੰ ਜਿਹੜੇ ਕਦਮ ਚੁੱਕਣੇ ਚਾਹੀਦੇ ਸੀ, ਮੈਨੂੰ ਨਹੀਂ ਲੱਗਦਾ ਇਹੋ ਜਿਹੇ ਮੁੱਖ ਮੰਤਰੀ ਨੂੰ, ਬੀਰੇਨ ਸਿੰਘ ਨੂੰ ਗੱਦੀ ਤੇ ਰਹਿਣ ਦਾ ਕੋਈ ਨੈਤਿਕ ਤੌਰ ਤੇ ਹੱਕ ਹੈ। ਉਹਨੂੰ ਸਟੈਪ ਡਾਊਨ ਹੋਣਾ ਚਾਹੀਦਾ ਸੀ, ਪਰ ਸਟੈਪ ਡਾਊਨ ਕਿਵੇਂ ਹੋਵੇ? ਕਿਉਂਕਿ ਜਿਹੜੇ ਪ੍ਰਧਾਨ ਮੰਤਰੀ ਨੇ ਦੇਸ਼ ਦੇ, ਉਹਨਾਂ ਦੇ ਸਮੇਂ ਵੀ ਗੋਦਰਾ ਹੋਇਆ ਸੀਗਾ। ਉਦੋਂ ਜਿਹੜੇ ਉਸ ਸਮੇਂ ਦੇ ਤਤਕਾਲੀ ਪ੍ਰਧਾਨ ਮੰਤਰੀ ਸੀਗੇ ਸ਼੍ਰੀ ਵਾਜਪਾਈ ਜੀ, ਅਟਲ ਬਿਹਾਰੀ ਵਾਜਪਾਈ, ਉਹਨਾਂ ਨੇ ਗੱਲ ਕਹੀ ਸੀ ਵੀ ਰਾਜ ਧਰਮ ਨਿਭਾਇਆ ਜਾਣਾ ਚਾਹੀਦਾ। ਰਾਜ ਧਰਮ ਤਾਂ ਉਦੋਂ ਵੀ ਨਹੀਂ ਨਿਭਾਇਆ ਗਿਆ, ਤੇ ਹੁਣ ਕੌਣ ਨਿਭਾਏਗਾ? ਤੇ ਕੌਣ ਉਹਨਾਂ ਨੂੰ ਕਹੇਗਾ ਸਟੈਪ ਡਾਊਨ ਕਰੋ? ਸੋ ਇਹੋ ਜਿਹੀ ਹਾਲਤ ਦੇ ਵਿੱਚ ਨੈਤਿਕਤਾ ਮੰਗ ਕਰਦੀ ਹੈ ਵੀ ਉਹਨਾਂ ਨੂੰ ਪਾਸੇ ਹੋਣਾ ਚਾਹੀਦਾ, ਕੋਈ ਹੋਰ ਨਵਾਂ ਬੰਦਾ ਆਉਣਾ ਚਾਹੀਦਾ। ਉਹਨਾਂ ਨੇ ਵੀ ਉਸ ਸਮੇਂ ਹੀ ਕੇਂਦਰ ਸਰਕਾਰ ਇਹ ਤੋਂ ਟਸ ਤੋਂ ਮਸ ਹੋਈ, ਥੋੜਾ ਜਿਹਾ ਹਿੱਲੀ, ਜਦੋਂ ਇਸ ਮਾਮਲੇ ਦਾ ਸੁਪਰੀਮ ਕੋਰਟ ਨੇ ਸੋ ਮੋਟੋ ਨੋਟਿਸ ਲਿਆ। ਸੁਪਰੀਮ ਕੋਰਟ ਨੇ ਹੁਣ ਕੱਲ ਸੰਡੇ ਹੈ, ਪਰਸੋਂ ਨੂੰ 6 ਤਰੀਕ ਨੂੰ ਉੱਥੋਂ ਦੇ DGP ਨੂੰ ਸੱਦਿਆ ਵੀ DGP ਸਾਹਿਬ ਆਣ ਕੇ ਇਹ ਤਾਂ ਦੱਸੋ ਵੀ ਤੁਹਾਡੀ ਪੁਲਿਸ ਕਿੱਥੇ ਸੀਗੀ, ਜਿਹੜੀਆਂ FIR ਦਰਜ ਕੀਤੀਆਂ ਉਹਨਾਂ ਤੇ ਕੀ ਕਾਰਵਾਈ ਹੋਈ, ਜਿਹਦੇ ਚ ਆਰਮਸ ਖੋਹਣ ਦੀ ਗੱਲ ਕੀਤੀ ਗਈ ਹੈ, ਹੋਰ ਸਾਰੀਆਂ ਗੱਲਾਂ ਕੀਤੀਆਂ। ਕਿੰਨੇ ਥਾਵਾਂ ਤੋਂ ਹਥਿਆਰ ਖੋਏ ਗਏ। ਉਹ ਹਥਿਆਰ ਜਦੋਂ ਖੋਏ ਜਾਂਦੇ ਆ, ਉਹਨੂੰ ਦੇਖ ਕੇ ਤੁਸੀਂ ਲੱਗਦਾ ਨਹੀਂ ਕਿ ਉੱਥੇ ਕੋਈ ਅਮਨ ਕਾਨੂੰਨ ਦੀ ਸਥਿਤੀ ਬਹਾਲ ਕਰਨ ਵਾਲਾ ਕੋਈ ਧਿਰ ਹੈਗੀ ਹੈ। ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀਆਂ ਔਰਤਾਂ ਤਿੰਨਾਂ ਦਾ ਮਾਮਲਾ ਵੀ ਆਉਂਦਾ, ਉਹ ਬਕਾਇਦਾ
ਉਦੋਂ ਪੁਲਿਸ ਨਾਲ ਸੀਗੀ। ਉਹ ਇੱਕ ਤੋਂ ਤਾਂ ਇਹ ਲੱਗਦਾ ਵੀ ਜਿਵੇਂ ਪੁਲਿਸ ਵਾਲਿਆਂ ਨੇ ਉਹਨਾਂ ਦੇ ਹਵਾਲੇ ਕੀਤੀਆਂ ਹੁਣ ਔਰਤਾਂ। ਕਿਤੇ ਕਿਤੇ ਹਜੇ ਰਿਪੋਰਟਸ ਆਈਆਂ ਵੀ ਨੇ ਕਿ ਉਹ ਕਹਿੰਦੇ ਕਿ ਹੌਲੀ ਹੌਲੀ ਉਹ ਔਰਤਾਂ ਨੂੰ ਅਲੱਗ ਕੀਤਾ, ਪੁਲਿਸ ਨੇ, ਫੋਰਸ ਨੇ ਅਲੱਗ ਕੀਤਾ ਤੇ ਮੋਬ ਜਿਹੜੀ ਸੀਗੀ ਉੱਥੇ ਜਿਹੜੀ ਭੀੜ ਇਕੱਠੀ ਹੋਈ ਸੀ ਉਹਨਾਂ ਦੇ ਹਵਾਲੇ ਕਰਕੇ ਛੱਡ ਦਿੱਤਾ। ਇੱਕ ਤਰ੍ਹਾਂ ਇਦਾਂ ਦੀ ਇੱਕ ਦੋ ਜਗ੍ਹਾ ਰਿਪੋਰਟ ਵੀ ਹੋਈਆਂ ਨੇ। ਤੁਸੀਂ ਇੱਕ ਪਾਸੇ ਤਾਂ ਬੇਟੀ ਪੜਾਓ ਬੇਟੀ ਬਚਾਓ ਦੀ ਗੱਲ ਕਰਦੇ ਜੀ, ਤੇ ਮਨੀਪੁਰ ਦੀਆਂ ਬੇਟੀਆਂ ਵੀ ਤਾਂ ਸਾਡੀਆਂ ਹੀ ਬੇਟੀਆਂ ਨੇ ਨਾ। ਜੀ ਜੀ, ਉਹਨਾਂ ਨੂੰ ਬਚਾਉਣ ਲਈ ਤੁਸੀਂ ਕੀ ਕਰ ਰਹੇ ਹੋ? ਦੂਜਾ, ਇੱਕ ਔਰਤ ਦਾ ਹਸਬੈਂਡ ਜਿਹੜਾ ਉਹ ਫੌਜ 'ਚ ਰਿਹਾ ਜੀ, ਮਤਲਬ ਸੂਬੇਦਾਰ ਰਿਟਾਇਰ ਹੋਇਆ, ਉਹਦੀ ਜਿਹੜੀ ਵੀਡੀਓ ਆਈ ਉਹ ਸੁਣਨਯੋਗ ਸੀ। ਉਹ ਕਹਿੰਦਾ ਮੈਨੂੰ ਇਸ ਗੱਲ ਦਾ ਸਭ ਤੋਂ ਵੱਡਾ ਸਦਮਾ ਹੈ, ਦੁੱਖ ਹੈ ਕਿ ਮੈਂ ਦੇਸ਼ ਦੀ ਰੱਖਿਆ ਤਾਂ ਕਰ ਲਈ, ਆਪਣੀ ਪਤਨੀ ਦੀ ਰੱਖਿਆ ਨਹੀਂ ਕਰ ਸਕਿਆ। ਜੀ ਜੀ, ਮਤਲਬ ਇਹਨੂੰ ਮਤਲਬ ਹਿਊਮਨ ਐਂਗਲ ਤੋਂ ਲੈਣਾ ਚਾਹੀਦਾ, ਇਸ ਗੱਲ ਤੋਂ ਲੈਣਾ ਚਾਹੀਦਾ ਵੀ ਇਹ ਮਨੁੱਖਤਾ ਦੇ ਉੱਪਰ ਐਸਾ ਧੱਬਾ ਹੈ ਜਿਹੜਾ ਦੇਰ ਤੱਕ ਮਤਲਬ ਕਦੇ ਵੀ ਮੇਰਾ ਖਿਆਲ ਜ਼ਿੰਦਗੀ 'ਚ ਇਹਨੂੰ ਲਾਇਆ ਨਹੀਂ ਜਾਏਗਾ, ਧੋਤਾ ਨਹੀਂ ਜਾ ਸਕੇਗਾ ਜੀ। ਤੋ ਇਹਨੂੰ ਇਸ ਢੰਗ ਨਾਲ ਲੈਣ ਦੀ ਲੋੜ ਸੀਗੀ। ਸੰਵੇਦਨਸ਼ੀਲ ਹੋਣਾ ਚਾਹੀਦਾ ਸੀ ਸਾਡੇ ਦੇਸ਼ ਦੀ ਜਿਹੜੀ ਸੱਤਾ ਉਹਨੂੰ ਵੀ ਤੇ ਉੱਥੋਂ ਦੇ ਮੁੱਖ ਮੰਤਰੀ ਨੂੰ। ਤੇ ਜਿਹੜੀਆਂ ਸਾਰੀਆਂ ਧਿਰਾਂ ਉੱਥੇ ਜਾ ਕੇ ਆਈਆਂ, ਪਹਿਲਾਂ ਔਰਤਾਂ ਦਾ ਭਾਰਤੀ ਮਹਿਲਾ ਫੈਡਰੇਸ਼ਨ ਦਾ ਇੱਕ ਵਫਦ ਗਿਆ ਸੀ, ਉਹਨੇ ਜਾ ਕੇ ਸਥਿਤੀ ਐਕਸਪਲੇਨ ਕੀਤੀ ਸੀ। ਉੱਥੋਂ ਦੀ ਸਰਕਾਰ ਨੇ ਕੀਤਾ, ਇੱਕ ਬੰਦੇ ਦੇ ਕਹਿਣ ਤੇ ਉਹਨਾਂ ਦੇ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ। ਉਹਨਾਂ ਨੂੰ ਅਲਟੀਮੇਟਲੀ ਇੱਕ ਜਿਹੜੀ ਸੁਪਰੀਮ ਕੋਰਟ ਦੇ ਵਕੀਲ ਵੀ ਸੀਗੀ, ਉਹਨੂੰ ਸੁਪਰੀਮ ਕੋਰਟ ਤੋਂ ਜਾ ਕੇ ਜਿਹੜੀ ਆ ਐਂਟੀਸਪੇਟਰੀ ਬੇਲ ਮਿਲੀ। ਮਤਲਬ ਤੁਸੀਂ ਰੈਮਡੀਅਲ ਮੈਜਰ ਰਹਿਣ ਦੀ ਥਾਂ ਤੇ ਜੇ ਕੋਈ ਉੱਥੇ ਪਤਾ ਕਰਨ ਆ ਗਿਆ ਉਹਦੇ ਖਿਲਾਫ ਹੀ ਕੇਸ ਲਾ ਦਿਓ। ਇਹ ਤਾਂ ਗਲਤ ਹੈਗਾ ਨਾ, ਸਾਰਾ ਕੁਝ ਗਲਤ ਕੀਤਾ ਜਾ ਰਿਹਾ। ਇਸ ਗਲਤ ਕੰਮ ਕਾਜ ਲਈ ਤਾਂ ਤੁਹਾਡੇ ਕੋਲ ਟਾਈਮ ਹੈਗਾ, ਜਿਹੜੇ ਰੀਅਲ ਇਸ਼ੂ ਉੱਥੋਂ ਦੇ ਉਹਨਾਂ ਨੂੰ ਹੱਲ ਕਰਨ ਲਈ ਤੁਹਾਡੇ ਕੋਲ ਸਮਾਂ ਨਹੀਂਗਾ। ਸਰ ਫੀਮੇਲ ਜਰਨਲਿਸਟ ਹਾਂ ਮੈਂ ਇੱਕ ਤਰ੍ਹਾਂ ਦੀ, ਔਰ ਵੈਸੇ ਫੈਮਿਨਿਸਟ ਨਹੀਂ ਆ, ਫੀਮੇਲ ਜਰਨਲਿਸਟ ਜ਼ਰੂਰ ਹਾਂ ਪਰ ਫੈਮਿਨਿਸਟ ਨਹੀਂ ਆ। ਪਰ ਇਸ ਘਟਨਾ ਨੇ ਕਿਤੇ ਨਾ ਕਿਤੇ ਸਾਰੀਆਂ ਔਰਤਾਂ ਨੂੰ ਝੰਜੋੜਿਆ ਤੇ ਮੈਂ ਵੀ, ਕਿਉਂਕਿ ਬੁਨਿਆਦੀ ਤੌਰ ਤੇ ਇੱਕ ਔਰਤ ਹਾਂ ਤਾਂ ਝੰਜੋੜਿਆ ਗਿਆ ਅੰਦਰ ਕਿਤੇ ਨਾ ਕਿਤੇ। ਅੱਧੀ ਆਬਾਦੀ ਕਹਿੰਦੇ ਆ ਅਸੀਂ ਅੱਜ ਹੋ ਚੁੱਕੀ ਹੈ ਦੇਸ਼ ਦੇ ਵਿੱਚ, ਔਰ ਵੈਸੇ ਵੀ 21ਵੀਂ ਸਦੀ ਵੱਲ ਜਾ ਚੁੱਕਿਆ ਹੈ। ਜਿਹੜੇ ਮਰਦਾਂ ਦੇ ਇਨਸਾਨਾਂ ਦੇ ਤੌਰ ਤੇ ਇਕੁਐਲਿਟੀ ਦੀ ਗੱਲ ਕਰਦੇ ਆ ਆਪਾਂ, ਸਭ ਕੁਝ ਗੱਲ ਕਰਦੇ ਆ, ਜਿੱਦਾਂ ਦੇ ਹਿਊਮਨ ਐਂਗਲ ਤੋਂ ਜੇ ਦੇਖਿਆ ਜਾਏ, ਹਿਊਮਨ ਰਾਈਟਸ ਦੀ ਗੱਲ ਕਰਦੇ ਆ, ਉਹਦੇ ਨਾਲ ਨਾਲ ਦੀ ਜਿੱਦਾਂ ਦੇ ਮਰਦਾਂ ਦੇ ਅਧਿਕਾਰ ਨੇ, ਔਰਤਾਂ ਦੇ ਵੀ ਅਧਿਕਾਰ ਤਕਰੀਬਨ ਇਕੁਅਲ ਹੋ ਗਏ ਨੇ। ਖਾਸ ਕਰਕੇ ਜੇ ਜਾਇਦਾਦ ਦੇ ਵਿੱਚ ਵੀ ਗੱਲ ਕਰੀਏ ਤੇ ਔਰਤਾਂ ਨੂੰ ਹੁਣ ਬਰਾਬਰ ਦਾ ਅਧਿਕਾਰ ਦਿੱਤਾ ਜਾਂਦਾ ਹੈ। ਪਹਿਲੇ ਜਾਇਦਾਦ ਦੇ ਵਿੱਚ, ਜ਼ਮੀਨ ਦੇ ਵਿੱਚ ਔਰਤਾਂ ਨੂੰ ਅਧਿਕਾਰ ਨਹੀਂ ਸੀ ਦਿੱਤੇ ਜਾਂਦੇ। ਇਹੋ ਜਿਹੇ ਹਾਲਾਤਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਅੱਜ ਵੀ ਇੰਨੀ ਬਰਬਰਤਾ ਹੋਣੀ, ਇਸ ਤਰੀਕੇ ਦੇ ਨਾਲ ਇੰਨਾ ਜ਼ੁਲਮ ਹੋਣਾ, ਤੁਸੀਂ ਕਿਸ ਤਰੀਕੇ ਦੇ ਨਾਲ ਇਹਨੂੰ ਐਕਸਪਲੇਨ ਕਰੋਗੇ? ਚਾਹੇ ਤੁਸੀਂ ਇੱਕ ਮੇਲ ਹੋ, ਪਰ ਮੈਨੂੰ ਪਤਾ ਤੁਸੀਂ ਬਹੁਤ ਹੀ ਬੈਲੈਂਸਿੰਗ ਵਿਊ ਦਿੰਦੇ ਹੋ ਹਮੇਸ਼ਾ। ਕੁਐਸਚਨ ਇਹ ਨਹੀਂ, ਸਾਨੂੰ ਇਹ ਬਦਕਿਸਮਤੀ ਹੈ ਕਿ ਅਸੀਂ ਔਰਤ ਨੂੰ ਬਰਾਬਰ ਦੇ ਅਧਿਕਾਰਾਂ ਦੀ ਗੱਲ ਤਾਂ ਕਰਦੇ ਹਾਂ, ਜਦੋਂ ਦੇਣ ਦਾ ਵੇਲਾ ਆਉਂਦਾ ਉਦੋਂ ਅਸੀਂ ਉਹਨਾਂ ਅਧਿਕਾਰਾਂ ਤੋਂ ਡਿਨਾਈ ਕਰਦੇ ਹਾਂ। ਉੱਥੇ ਫਿਰ ਸਾਡਾ ਅਜੇ ਵੀ ਮਰਦ ਪ੍ਰਧਾਨ ਸਮਾਜ ਦੀ ਜਿਹੜੀ ਗੱਲ ਆ ਜਾਂਦੀ ਹੈ। ਮਤਲਬ ਸਾਡੀ ਧਰਤੀ ਹੈ, ਇੱਥੇ ਸਭ ਤੋਂ ਪਹਿਲਾਂ ਲੜਾਈ ਇਸ ਗੱਲ ਹੀ ਹੋਈ, ਜਿਹੜੇ ਅਦਾਰੇ 'ਚ ਅਸੀਂ ਬੈਠੇ ਹਾਂ, ਸਿੰਘ ਸਭਾ ਦਾ, ਇਹਨਾਂ ਨੇ ਲੜਾਈ ਕੀਤੀ ਵੀ ਜਦੋਂ ਵੋਟ ਦੇ ਅਧਿਕਾਰ ਦੀ ਗੱਲ ਹੋਈ ਵੀ ਔਰਤ ਨੂੰ ਵੀ ਮਰਦ ਦੇ ਬਰਾਬਰ ਅਧਿਕਾਰ ਹੋਣਾ ਚਾਹੀਦਾ ਵੋਟ ਦਾ। ਮਤਲਬ ਜੇ ਅਸੀਂ ਬਾਬੇ ਨਾਨਕ ਦੀ ਬਾਣੀ ਵੱਲ ਜਾਈਏ, ਜੀ ਬਿਲਕੁਲ, ਮਤਲਬ ਉਹਨੇ ਤਾਂ, ਬਾਬੇ ਨੇ ਤਾਂ ਔਰਤਾਂ ਨੂੰ ਮਰਦਾਂ ਦੇ ਬਰਾਬਰ ਰੱਖਿਆ ਸੀਗਾ। ਸੋ ਕਿਉ ਮੰਦਾ ਕਿ ਰਾਜਾ, ਮਤਲਬ ਜਿਹੜਾ ਧਰਮ ਹੈ, ਸਿੱਖੀ ਹੈ, ਉਹ ਤਾਂ ਬਰਾਬਰਤਾ ਦੀ ਗੱਲ ਕਰਦੀ ਹੈ, ਹਰ ਥਾਂ ਦੇ ਉੱਪਰ ਬਰਾਬਰਤਾ ਦੀ ਗੱਲ ਕਰਦੀ ਹੈ। ਪਰ ਇਹ ਜਿਹੜੀ ਦਰਿੰਦਗੀ ਦੇਖਣ ਨੂੰ ਮਿਲੀ ਹੈ, ਜੋ ਘਿਨਾਉਣਾ ਕੰਮ ਉੱਥੇ ਹੋਇਆ, ਇਹ ਕੋਈ ਵੀ ਜਿਹੜਾ ਧਿਰ ਹੈ ਉਹ ਇਹਨੂੰ ਡਿਫੈਂਡ ਨਹੀਂ ਕਰ ਸਕਦੀ। ਜੇ ਕਰੇਗੀ ਤਾਂ ਉਹਨਾਂ ਦੇ ਮਾੜੇ ਦਿਨ ਆਉਣੇ ਹੀ ਆਉਣੇ ਆ ਜੀ। ਮਤਲਬ ਇਹ ਦੇਸ਼ ਦਾ ਪ੍ਰਧਾਨ ਮੰਤਰੀ ਕਿੰਨਾ ਚਿਰ ਮੂੰਹ ਛੁਪਾਏਗਾ, ਕਿੰਨਾ ਚਿਰ ਇਸ ਗੱਲ ਤੋਂ ਬਚ ਕੇ ਚੱਲੇਗਾ ਵੀ ਅਸੀਂ ਮਨੀਪੁਰ ਦੇ ਮਾਮਲੇ ਦੇ ਉੱਪਰ ਜਵਾਬ ਨਹੀਂ ਦੇਣਾ? ਜਵਾਬ ਤਾਂ ਅੱਜ ਨਹੀਂ ਦਿਓਗੇ, ਜਵਾਬ ਤਾਂ ਦੇਣਾ ਹੀ ਪਏਗਾ ਜੀ। ਇਹ ਇੱਕ ਤੁਹਾਨੂੰ ਇੱਥੇ ਹੀ ਨਹੀਂ, ਦੇਸ਼ ਵਿਦੇਸ਼ ਦੇ ਵਿੱਚ ਇਹ ਸਾਰੀ ਗੱਲ ਗਈ ਹੈ ਜੀ। ਅੱਜ ਜਿਹੜਾ ਦੁਨੀਆ, ਇਹ ਇੱਕ ਗਲੋਬਲ ਵਿਲੇਜ ਹੈ ਤੇ ਗਲੋਬਲ ਵਿਲੇਜ ਦੇ ਵਿੱਚ ਮਨੀਪੁਰ ਦੀਆਂ ਵੀ ਜੋ ਸਾਰਾ ਘਟਨਾਕ੍ਰਮ ਪੂਰੀ ਦੁਨੀਆ ਦੇ ਵਿੱਚ ਚੱਲ ਰਿਹਾ, ਤਾਂ ਉਹਦੇ ਨਾਲ ਸਾਰੀ ਦੁਨੀਆ ਦੇ ਵਿੱਚ ਇਹ ਸਰਕਾਰ ਦੀ ਜਿਹੜੀ ਆ ਬਦਨਾਮੀ ਹੋ ਰਹੀ ਹੈ। ਤੇ ਖਾਸ ਕਰਕੇ ਜਿਹੜਾ ਕ੍ਰਿਸਚਨ ਭਾਈਚਾਰਾ, ਉਹ ਭਾਰਤ ਨਾਲੋਂ, ਭਾਰਤ ਤੋਂ ਬਾਹਰ ਜਿਹੜਾ, ਉਹ ਵੱਡੀ ਗਿਣਤੀ 'ਚ ਹੈ ਜੀ ਬਿਲਕੁਲ। ਇਸ ਕਰਕੇ ਇਸ ਮਸਲੇ ਨੂੰ ਜੇ ਨਾ ਵੀ ਧਰਮ ਨਾਲ ਜੋੜਿਆ ਜਾਵੇ, ਨਾ ਹੀ ਇਲਾਕੇ ਨਾਲ ਜੋੜਿਆ ਜਾਵੇ, ਹਿਊਮਨ ਐਂਗਲ ਤੋਂ ਦੇਖਿਆ ਜਾਵੇ, ਮਨੁੱਖਤਾ ਦੇ ਐਂਗਲ ਤੋਂ ਦੇਖਿਆ ਜਾਵੇ, ਨੁਕਤਾ ਨਿਗਾਹ ਤੋਂ ਦੇਖਿਆ ਜਾਵੇ, ਤੇ ਮਸਲਾ ਜਿਹੜਾ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਪਹਿਲਾਂ ਵੀ ਲੋੜ ਸੀ, ਅੱਜ ਵੀ ਲੋੜ ਆ।
ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋੜ ਰਹੇਗੀ। ਤੇ ਮਨੀਪੁਰ ਹੀ ਨਹੀਂ, ਨਾਰਥ ਈਸਟ ਸਾਡਾ ਜਿਹੜਾ ਬਹੁਤ ਅਹਿਮ ਏਰੀਆ ਹੈਗਾ, ਉਹਦੇ ਵਿੱਚ ਵੀ ਸਾਨੂੰ ਇਸ ਮਸਲੇ ਨੂੰ ਹੱਲ ਕਰਨ ਦੀ ਲੋੜ ਹੈ। ਇਹ ਮਸਲਾ ਹੱਲ ਹੋਣਾ ਚਾਹੀਦਾ। ਜਿਨ੍ਹਾਂ ਇਹ ਦਰਿੰਦਗੀ ਕੀਤੀ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ। ਤੇ ਇਸ ਗੱਲ ਦੇ ਯਤਨ ਕੀਤੇ ਜਾਣੇ ਚਾਹੀਦੇ ਵੀ ਜਿਹੜੀ ਕਨਫਲਿਕਟ ਆ ਗਈ ਹੈ, ਜਿਹੜਾ ਬਹੁਤ ਲੰਮੇ ਸਮੇਂ ਤੋਂ ਇਕੱਠੇ ਰਹਿ ਲੋਕ ਸੀਗੇ, ਵੀ ਉਸ ਕਨਫਲਿਕਟ ਨੂੰ ਰਿਜ਼ੋਲਵ ਕਿਵੇਂ ਕੀਤਾ ਜਾਵੇ। ਜਿਹੜੇ ਉਹਨਾਂ ਦੇ ਸਖਾਵੇਂ ਸੰਬੰਧ ਸੀ, ਜਿਹੜੇ ਬਹੁਤ ਦੂਰ ਚਲੇ ਗਏ, ਉਹਨਾਂ ਨੂੰ ਨੇੜੇ ਕਿਵੇਂ ਲਿਆਂਦਾ ਜਾਵੇ, ਦੁਬਾਰਾ ਤੋਂ ਬਹਾਲ ਕਿਵੇਂ ਕੀਤਾ ਜਾਵੇ। ਇਹ ਜਿਹੜਾ ਅਸੀਂ ਸਾਡਾ ਦੇਸ਼ ਇਸ ਕਿਸਮ ਦਾ ਇਮੇਜ ਵੀ ਸਾਡੇ ਬਹੁਤ ਬਾਹਰੋਂ ਪੂੰਜੀ ਨਿਵੇਸ਼ ਹੋ ਰਿਹਾ, ਜਦੋਂ ਜਦੋਂ ਹਾਲਤ ਵਿਗੜਦੀ ਗਈ ਜਾ ਰਹੀ ਹੈ ਸਾਡੀ, ਉਦੋਂ ਉਹ ਵੀ ਰੁਕੇਗਾ ਜੀ। ਇਹ ਖੁਸ਼ਫਹਿਮੀ 'ਚ ਨਹੀਂ ਰਹਿਣਾ ਚਾਹੀਦਾ। ਜਿਹੜੇ ਲੇਟੈਸਟ ਅੰਕੜੇ ਆਏ, ਕਿੰਨੇ ਲੋਕ ਸਾਡਾ ਦੇਸ਼ ਛੱਡ ਕੇ ਗਏ, ਉਹਨਾਂ ਦੀ ਗਿਣਤੀ ਲੱਖਾਂ 'ਚ ਹੈ। ਕਿਉਂ? ਬਹੁਤ ਵੱਡੇ ਵੱਡੇ ਘਰਾਂ ਦੇ ਵਿੱਚ ਵੀ ਗਏ, ਕਿਉਂਕਿ ਅਸੀਂ ਜਿਹੜਾ ਸਿਸਟਮ ਕਰ ਲਿਆ, CBI, ED, ਇਨਕਮ ਟੈਕਸ, ਉੱਥੇ ਜਿਹੜੇ ਵਿਰੋਧੀ ਆ ਉਹਨਾਂ ਦੇ ਉੱਪਰ ਹੀ ਉਹਨਾਂ ਦੀ ਰੇਡ ਹੋਣ, ਇਹ ਗੱਲਾਂ ਜਿਹੜੀਆਂ ਕੋਈ ਚੰਗੀਆਂ ਨਹੀਂ ਗਈਆਂ। ਸੋ ਮਨੀਪੁਰ ਦੇ ਮੁੱਦੇ ਤੇ ਮੈਂ ਫਿਰ ਚਾਹਾਂਗਾ, ਕੋਸ਼ਿਸ਼ ਇਹ ਕਰਨੀ ਚਾਹੀਦੀ ਵੀ ਉਸ ਮਸਲੇ ਨੂੰ ਰਿਜ਼ੋਲਵ ਕਰਨ ਲਈ ਪਾਰਲੀਮੈਂਟ ਨੂੰ ਉਹਦੇ ਤੇ ਖੁੱਲ੍ਹ ਦਿਲੀ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੀਦਾ। ਤੇ ਪ੍ਰਧਾਨ ਮੰਤਰੀ ਨੂੰ ਇਸ ਗੱਲ ਨੂੰ ਆਪਣੀ ਪ੍ਰਤਿਸ਼ਠਾ ਦਾ ਸਵਾਲ ਨਹੀਂ ਬਣਾਉਣਾ ਚਾਹੀਦਾ। ਇਹ ਇੱਕ ਸੀਰੀਅਸ ਮਸਲਾ, ਇਹਨੂੰ ਦੇਖਣਾ ਚਾਹੀਦਾ ਤੇ ਇਹਨੂੰ ਹੱਲ ਕਰਨਾ ਚਾਹੀਦਾ। ਜੇ ਨਹੀਂ, ਜਿੰਨਾ ਅਸੀਂ ਇਹਨੂੰ ਅੱਗੇ ਵਧਾਵਾਂਗੇ ਉਨੀ ਸਮੱਸਿਆ ਜਿਹੜੀ ਸਾਡੇ ਲਈ ਆਏਗੀ। ਇਸ ਤੋਂ ਅੱਖਾਂ ਮੀਟ ਕੇ ਨਹੀਂ ਅਸੀਂ ਲੰਘ ਸਕਦੇ। ਸਰ, ਇਸ ਦੇ ਨਾਲ ਹੀ ਲੱਗਦਾ ਜਿਹੜਾ ਆਪਣੇ, ਜੇ ਅਸੀਂ ਆਪਣਾ ਗਵਾਂਢੀ ਸੂਬਾ ਦੇਖ ਲਈਏ ਹਰਿਆਣਾ ਦੇ ਵਿੱਚ ਵੀ ਪਿਛਲੇ ਦਿਨਾਂ ਤੇ ਬਹੁਤ ਹੀ ਜਿਹੜੀ ਹੈਗੀ ਹੈ ਅੱਗ ਬਰਪੀ ਹੈ। ਇੱਕ ਤਰੀਕੇ ਦੇ ਨਾਲ ਦੇਖਿਆ ਜਾਏ ਤਾਂ ਉੱਥੇ ਖਾਸ ਕਰਕੇ ਜਿਸ ਤਰੀਕੇ ਦੇ ਨਾਲ ਤੁਸੀਂ ਸੀਨੀਅਰ ਪੱਤਰਕਾਰ ਹੀ ਨਹੀਂ, ਨਾਲ ਤੁਸੀਂ ਇੱਕ ਜਥੇਬੰਦੀ ਦੀ ਇੰਡੀਅਨ ਜਰਨਲਿਸਟ ਯੂਨੀਅਨ ਜਿਹੜੀ ਇੱਕ ਜਥੇਬੰਦੀ ਹੈਗੀ ਹੈ, ਉਸ ਦੇ ਵੀ ਸੈਕਟਰੀ ਜਨਰਲ ਹੈਗੇ ਹੋ। ਉੱਥੇ ਇੱਕ ਜਿਸ ਤਰੀਕੇ ਦੇ ਨਾਲ 150 ਦੇ ਕਰੀਬ ਰਿਪੋਰਟ ਜਿਹੜੀ ਆ ਰਹੀ ਹੈ, ਗੱਡੀਆਂ ਜਲਾਈਆਂ ਗਈਆਂ, ਔਰ ਜਿਸ ਤਰੀਕੇ ਦੇ ਨਾਲ ਇੱਕ ਧਾਰਮਿਕ ਸਮਾਰੋਹ ਦੇ ਵਿੱਚ ਇਸ ਤਰੀਕੇ ਦੇ ਨਾਲ ਆਗਜਨੀ ਹੋਈ ਹੈ, ਬਹੁਤ ਕੁਝ ਹੋਇਆ, ਅੱਗਾਂ ਲਾਈਆਂ ਗਈਆਂ ਤੇ ਇੱਕ ਕਨਫਲਿਕਟ ਹੋ ਗਿਆ ਉੱਥੇ ਵੀ। ਉਸ ਨੂੰ ਲੈ ਕੇ ਉੱਥੇ ਇੱਕ ਸਾਡਾ ਜਿਹੜਾ ਪੱਤਰਕਾਰ ਸੀਗਾ, ਉਹਦੀ ਵੀ ਕਾਰ ਜਲਾਈ ਗਈ। ਇਹ परिस्थितियां किधर ਨੂੰ ਜਾ ਰਹੀਆਂ ਨੇ, ਕਿਉਂਕਿ ਉੱਥੇ BJP ਦੀ ਇਸ ਟਾਈਮ ਸਰਕਾਰ ਹੈਗੀ ਹੈ, ਔਰ ਕਿਧਰ ਨੂੰ ਰੁਝਾਨ ਹੋ ਰਿਹਾ ਦੇਸ਼ ਦਾ ਦੇਖਿਆ ਜਾਏ ਤਾਂ। ਦੇਖੋ, ਇਹ ਜਿਹੜੀ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ, ਇਹ ਦੇਸ਼ ਦੇ ਵਿੱਚ ਜਿਹੜਾ ਮਾਹੌਲ ਹੈ ਨਾ, ਜਿਹੜੀ ਰਾਜਨੀਤੀ ਹੈ, ਜਦੋਂ ਤੁਸੀਂ ਮੁੱਦੇ ਨਹੀਂ ਹੱਲ ਕਰਦੇ ਤਾਂ ਤੁਸੀਂ ਜਿਹੜਾ ਹੋਰ ਇਸ਼ੂ ਜਿਹੜੇ ਆ ਉਹਨਾਂ ਨੂੰ ਲਿਆਉਂਦੇ ਹੋ, ਤੇ ਉਹਦੇ ਵਿੱਚ ਇਹ ਧਰੂਵੀਕਰਨ ਦੇ ਨੀਤੀ ਨਾਲ ਹੀ ਜੋੜ ਕੇ ਅਸੀਂ ਇਹਨੂੰ ਸਮਝ ਸਕਦੇ ਹਾਂ ਜੀ। ਜਿਹੜਾ ਨੂੰਹ ਦਾ ਇਲਾਕਾ ਜਾਂ ਮਵਾਦ ਦਾ ਇਲਾਕਾ ਜੀ, ਉਹ ਮੁਸਲਿਮ ਇਲਾਕਾ ਹੈ ਜੀ। ਤੁਸੀਂ ਠੀਕ ਆ, ਪਹਿਲਾਂ ਵੀ ਉੱਥੋਂ ਜਲੂਸ ਨਿਕਲਦੇ ਆ, ਤੇ ਜਿਹੜੀਆਂ ਬਿਆਨਬਾਜ਼ੀਆਂ ਮੋਨੂ ਮਾਨੇਸਰ ਨੇ ਜਾਂ ਬਜਰੰਗ ਦਲ ਵਾਲਿਆਂ ਨੇ, ਉਹਨਾਂ ਨੇ ਜਿਹੜੀ ਬਿਆਨਬਾਜ਼ੀ ਕੀਤੀ ਆ, ਉਹਨੂੰ ਦੇਖਦਿਆਂ ਹੋਇਆ ਤੁਸੀਂ ਉਹਦੀ ਆਗਿਆ ਕਿਉਂ ਦਿੱਤੀ? ਜਦੋਂ ਮਾਮਲਾ ਸੈਂਸਿਟਿਵ ਹੈ, ਜਦੋਂ ਅਗਲੀ ਚੋਣ ਆਉਣ ਵਾਲੀ ਹੈ, ਹਰਿਆਣੇ ਦੀ ਵੀ ਆਉਣੀ, ਲੋਕ ਸਭਾ ਦੀ ਵੀ ਆਉਣੀ, ਤੁਸੀਂ ਇਸ ਗੱਲ ਨੂੰ ਇਨਸ਼ੋਰ ਕਿਉਂ ਨਹੀਂ ਕਰਾਇਆ ਵੀ ਇਹ ਜਿਹੜੇ ਪ੍ਰਸ਼ਾਸਨ ਆ ਉਹਦੇ 'ਚ ਹਥਿਆਰ ਨਾ ਹੋਣ? ਮਤਲਬ ਇਹ ਤੋਂ ਕਹਿਣਾ ਵੀ ਸਰਕਾਰ ਨੂੰ ਕਹਿਣਾ ਵੀ ਉਹਨੂੰ ਪਤਾ ਨਹੀਂ ਸੀਗਾ, ਕਿਉਂ ਨਹੀਂ ਸੀ ਪਤਾ? ਇਸ ਗੱਲ ਦਾ ਪਤਾ ਹੋਣਾ ਚਾਹੀਦਾ। ਤੁਸੀਂ ਜੁਨੈਦ ਤੇ ਨਸੀਰ ਦੇ ਕਤਲ ਹੋਏ, ਉੱਥੇ ਲਿਆ ਕੇ ਮਾਰੇ ਗਏ, ਪੁਲਿਸ ਨੇ ਵੀ ਉਹਨਾਂ ਦੇ ਉੱਪਰ, ਹਰਿਆਣਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਤੇ ਉਹਦੇ 'ਚ ਮੋਨੂ ਮਾਨੇਸਰ ਲੋੜੀਂਦਾ ਸੀਗਾ। ਉਹ ਜਦੋਂ ਵੀ ਰਾਜਸਥਾਨ ਦੀ ਪੁਲਿਸ ਆਈ, ਉਹਨੂੰ ਫੜਨ ਨਹੀਂ ਦਿੱਤਾ ਗਿਆ। ਮਤਲਬ ਹੁਣ ਹਰਿਆਣੇ ਦੇ ਜਿਹੜੇ ਗ੍ਰਹਿ ਮੰਤਰੀ ਆ ਅਨਿਲ ਵਿਜ, ਉਹ ਕਹਿੰਦੇ ਵੀ ਉਹ ਕਿੰਨੀ ਦੇਰ ਤੱਕ ਭੱਜ ਸਕੇਗਾ, ਵੀ ਪਹਿਲਾਂ ਤੁਸੀਂ ਬਚਾਇਆ ਕਿਉਂ? ਮਤਲਬ ਹੁਣ ਤੁਹਾਨੂੰ ਲੱਗਦਾ ਹੈ, ਕਿਉਂਕਿ ਇਸ ਗੱਲ ਦਾ ਸੇਕ ਆਉਣਾ ਸ਼ੁਰੂ ਕੀਤਾ, ਜਿੱਧਰ ਨੂੰ ਤੋੜਨਾ ਚਾਹੁੰਦੇ ਸੀ ਹਾਲਾਤ ਹਰਿਆਣਾ ਸਰਕਾਰ ਜਾਂ BJP, ਉਸ ਹਾਲਤ ਉਸ ਪਾਸੇ ਵੱਲ ਤੁਰੀ ਨਹੀਂ ਗਈ। ਉਹਦੇ ਉਲਟ ਇਹ ਹੋ ਗਿਆ ਕਿ ਜਿਹੜੇ ਉੱਥੋਂ ਦੇ ਲੋਕ ਸੀਗੇ ਤੇ ਜਿਹੜੀਆਂ ਖਾਪ ਪੰਚਾਇਤਾਂ ਸੀ, ਉਹ ਇਸ ਹਿੰਸਾ ਦੇ ਖਿਲਾਫ ਡਟ ਕੇ ਇਹਦੇ ਖਿਲਾਫ ਖੜ ਗਈਆਂ ਸੀ। ਉਹਨਾਂ ਅੱਜ ਵੀ ਇੱਕ ਕੋਈ ਪੰਚਾਇਤ ਹੋ ਰਹੀ ਹੈ ਜਿਹਦੇ ਵਿੱਚ ਉਹਨਾਂ ਕਿਹਾ ਵੀ ਅਸੀਂ ਇਸ ਹਿੰਸਾ ਦੇ ਖਿਲਾਫ ਹਾਂ, ਤੇ ਜਿਹੜੇ ਹਿੰਸਾ ਕਰਨਗੇ ਅਸੀਂ ਉਹਨਾਂ ਦਾ ਡਟ ਕੇ ਵਿਰੋਧ ਕਰਾਂਗੇ। ਕਿਉਂਕਿ ਇਹ ਸਵਾਲ ਜਦੋਂ ਤੁਸੀਂ ਹੁਣ ਲੋਕਾਂ 'ਚ ਜਾਓਗੇ ਤਾਂ ਉਦੋਂ ਸਵਾਲ ਲੋਕ ਪੁੱਛਣਗੇ ਵੀ ਤੁਸੀਂ ਸਰਕਾਰ ਨੇ ਕੀਤਾ ਕੀ, ਪੁਲਿਸ ਨੇ ਕੀਤਾ ਕੀ। ਜਦੋਂ ਇਹ ਸਵਾਲ ਪੁੱਛੇ ਜਾਣਗੇ ਤਾਂ ਨੈਚੁਰਲੀ ਇਹ ਜਿਹੜੀ ਸਰਕਾਰ ਆ, ਇਹਦੀਆਂ ਧਿਰਾਂ ਜਿਹੜੀਆਂ ਉਹ ਸਾਹਮਣੇ ਆਉਣਗੇ। ਈਵਨ ਜਿਹੜੇ ਸਰਕਾਰ ਦੇ ਉਪ ਮੁੱਖ ਮੰਤਰੀ ਨੇ ਦੁਸ਼ਯੰਤ ਚੌਟਾਲਾ, ਉਹਨਾਂ ਨੂੰ ਵੀ ਇਹਦਾ ਵਿਰੋਧ ਕਰਨਾ ਪਿਆ ਵੀ ਇਹ ਗਲਤ ਹੋਇਆ, ਨਹੀਂ ਸੀ ਹੋਣਾ ਚਾਹੀਦਾ। ਮਤਲਬ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ, ਮਤਲਬ ਜਿਹੜੀ ਗੁੜਗਾਉਂ ਦੇ ਵਿੱਚ, ਗੁਰੂਗ੍ਰਾਮ ਦੇ ਵਿੱਚ ਮਸਜਿਦ ਆ,
ਉਹਦਾ ਡਿਪਟੀ ਇਮਾਮ ਮਾਰਿਆ ਜਾਵੇ, ਦੂਜੇ ਦੀ ਹਾਲਤ ਖਰਾਬ ਹੋ ਜਾਏ, ਫਿਰ ਉਸ ਤੋਂ ਬਾਅਦ ਹੋਰ ਮਸਜਿਦ ਦੇ ਉੱਪਰ ਵੀ ਹਮਲਾ ਹੋ ਜਾਏ। ਮਤਲਬ ਇਹ ਇੱਕ ਫਿਰਕੇ ਨੂੰ ਮਤਲਬ ਜਿਹੜਾ ਉਹਦੇ ਵਿਰੁੱਧ ਕੀਤਾ ਗਿਆ। ਮੈਂ ਨਹੀਂ ਕਹਿੰਦਾ ਵੀ ਦੂਜੇ ਫਿਰਕੇ ਨੇ ਬਿਲਕੁਲ ਹੀ ਨਹੀਂ ਕੀਤਾ। ਜਦੋਂ ਜਲੂਸ ਨਿਕਲਿਆ ਦੂਜੇ ਫਿਰਕੇ ਨੂੰ ਜਦੋਂ ਉਕਸਾਓਗੇ ਤਾਂ ਨੈਚੁਰਲੀ ਇਹੋ ਜਿਹੀਆਂ ਗੱਲਾਂ ਹੋਣਗੀਆਂ। ਜੇ ਤੁਸੀਂ ਹੁਣ 150 ਬੰਦਾ ਫੜਦੇ ਹੋ ਤਾਂ ਤੁਹਾਨੂੰ ਪਹਿਲਾਂ ਵੀ ਪਤਾ ਸੀਗਾ। ਸੋ ਇਹ ਕਦਮ ਜਿਹੜੇ ਪਹਿਲਾਂ ਚੁੱਕਣੇ ਚਾਹੀਦੇ ਸੀ ਤਾਂ ਕਿ ਇੱਥੇ ਹਿੰਸਾ ਨਾ ਹੁੰਦੀ। ਤੇ ਇਸ ਗੱਲ ਦਾ ਵੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਵੀ ਜਿਹੜੇ 2 ਬੰਦੇ ਰਾਜਸਥਾਨ ਦੇ ਜਿਹੜੇ ਮਾਰੇ ਗਏ ਸੀ, ਜਿਨ੍ਹਾਂ ਨੂੰ ਕਤਲ ਕਰ ਦਿੱਤਾ ਗਿਆ, ਉਹਨਾਂ ਦੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸ਼ੈਲਟਰ ਨਹੀਂ ਸੀ ਦੇਣੀ ਚਾਹੀਦੀ। ਕਾਤਲ ਹੁੰਦਾ, ਉਹ ਕਿਸੇ ਦਾ ਵੀ ਹੋਵੇ, ਤੇ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਸੀ। ਤਾਂ ਉਦੋਂ ਹੀ ਜਿਹੜੀ ਆ ਰਾਜਸਥਾਨ ਪੁਲਿਸ ਦੇ ਹਵਾਲੇ ਕੀਤੇ ਜਾਣੇ ਚਾਹੀਦੇ ਤਾਂ ਕਿ ਆਹ ਨੌਬਤ ਨਾ ਆਉਂਦੀ। ਭਵਿੱਖ ਦੇ ਵਿੱਚ ਵੀ ਇਹ ਤਾਂ ਹੀ ਠੀਕ ਰਹਿ ਸਕਦਾ ਜੇ ਸਰਕਾਰ ਜਿਹੜੀ ਇਹ ਠੀਕ ਦਿਸ਼ਾ ਅਪਣਾਵੇ। ਜੇ ਇਸ ਤਰੀਕੇ ਨਾਲ ਸੋਚੇ ਵੀ ਅਸੀਂ ਜਿਹੜਾ ਇਸ਼ੂ ਇਹਨੂੰ ਐਵੇਂ ਡਾਈਵਰਟ ਕਰ ਲਾਂਗੇ, ਇਹਨੂੰ ਮਤਲਬ ਜਿਹੜਾ ਇਹ ਜਿਹੜੀਆਂ ਜਾਟ, ਨੌਨ ਜਾਟ, ਮੁਸਲਿਮ, ਨੌਨ ਮੁਸਲਿਮ ਦਾ ਬਣਾ ਲਾਂਗੇ ਤੇ ਉਹਦੇ 'ਚੋਂ ਹੀ ਅਸੀਂ ਜਿੱਤ ਹਾਸਲ ਕਰ ਲਾਂਗੇ, ਇਹ ਪੋਸੀਬਲ ਨਹੀਂ ਰਹੇਗਾ। ਲੋਕ ਜਦੋਂ ਸਿਰ ਲੈਂਦੇ ਆ ਨਾ, ਲੋਕ ਪਹਿਲਾਂ ਆਪਣੀਆਂ ਜਾਨਾਂ ਦੇ ਬਾਰੇ ਸੋਚਦੇ ਆ, ਤਾਂ ਜਾਨਾਂ ਦੇ ਬਾਰੇ ਸੋਚਣਗੇ ਤੇ ਇਸ ਗੱਲ ਦਾ ਵੀ ਪਤਾ ਲਾਉਣ ਦੀ ਕੋਸ਼ਿਸ਼ ਕਰਨਗੇ ਕਿ ਇਹਦੇ ਪਿੱਛੇ ਕੌਣ ਹੈ, ਕਿਹੜੀ ਧਿਰ ਹੈ, ਤਾਂ ਉਹਦੇ ਉੱਪਰ ਇਸ ਗੱਲ ਦਾ ਜਵਾਬ ਵੀ ਮੰਗਣਗੇ। ਤੇ ਜਿਹੜਾ ਇੱਕ ਪੱਤਰਕਾਰ ਆ ਜਿਹਦੀ ਗੱਡੀ ਸਾੜ ਦਿੱਤੀ ਗਈ ਹੈ, ਜਿਹੜਾ ਮੇਰੇ ਖਿਆਲ 3-4 ਉਹਦੇ ਕੋਲ ID ਸੀਗੀਆਂ ਵੱਖ-ਵੱਖ ਚੈਨਲਾਂ ਦੀਆਂ, ਉਹਦੀ ਗੱਡੀ ਸਾੜੀ ਗਈ, ਉਹ ਦੇਖਦਾ ਰਹਿ ਗਿਆ। ਮਤਲਬ ਇੱਕ ਬੰਦਾ ਕਵਰ ਕਰਨ ਗਿਆ ਤੇ ਅਸੀਂ ਇਹਦੀ ਉਦੋਂ ਵੀ ਨਿਖੇਧੀ ਕੀਤੀ ਸੀ, ਅੱਜ ਵੀ ਨਿਖੇਧੀ ਕਰਦੇ ਹਾਂ। ਤਾਂ ਇਹ ਵੀ ਸਰਕਾਰ ਤੋਂ, ਹਰਿਆਣਾ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹਦੀ ਗੱਡੀ ਜਿਹੜੀ ਸਾੜੀ ਗਈ, ਜੋ ਨੁਕਸਾਨ ਹੋਇਆ, ਉਹਦੀ ਭਰਪਾਈ ਕੀਤੀ ਜਾਣੀ ਚਾਹੀਦੀ ਹੈ। ਜਿੱਥੇ ਹੋਰਾਂ ਦਾ ਵੀ ਨਹੀਂ ਨੁਕਸਾਨ, ਜਿਨ੍ਹਾਂ ਦਾ ਉਹੀ ਹੋਇਆ, ਜਿਨ੍ਹਾਂ ਦੇ ਘਰ ਦੁਕਾਨਾਂ ਸਾੜੀਆਂ ਗਈਆਂ, ਕੱਲ੍ਹ ਵੀ ਕੁਝ ਨਾ ਕੁਝ ਨੁਕਸਾਨ ਹੋਇਆ, ਹੋਰ 2 ਦੁਕਾਨਾਂ ਸਾੜੀਆਂ ਗਈਆਂ, 3-4 ਮੋਟਰਸਾਈਕਲ ਸਾੜੇ ਗਏ, ਉਹਨਾਂ ਸਾਰਿਆਂ ਦੇ ਨੁਕਸਾਨ ਦੀ ਭਰਪਾਈ ਹੋਣੀ ਚਾਹੀਦੀ ਹੈ। ਪਰ ਮਾਮਲਾ ਇਸ ਗੱਲ 'ਤੇ ਛੱਡ ਦੇਣਾ ਵੀ ਜਿਨ੍ਹਾਂ ਨੇ ਨੁਕਸਾਨ ਕੀਤਾ ਉਹਨਾਂ ਤੋਂ ਭਰਪਾਈ ਕਰਾਉਣ, ਉਸ ਤੋਂ ਪਹਿਲਾਂ ਇਸ ਗੱਲ ਦਾ ਯਤਨ ਕੀਤਾ ਜਾਣਾ ਚਾਹੀਦਾ ਵੀ ਉਹ ਪਤਾ ਨਹੀਂ ਕਦੋਂ ਤੁਸੀਂ ਆਇਡੈਂਟੀਫਾਈ ਕਰੋਗੇ, ਕਦੋਂ ਅਰੈਸਟ ਹੋਣਗੇ ਜਾਂ ਅਰੈਸਟ ਕਰ ਲਿਆ, ਕੇਸ ਚੱਲਣਗੇ, ਉਹ ਤੋਂ ਬਾਅਦ ਹੀ ਕਰੋਗੇ ਨਾ। ਤਾਂ ਉਸ ਤੋਂ ਪਹਿਲਾਂ ਸਰਕਾਰ ਨੂੰ ਉਹਨਾਂ ਦਾ ਜੋ ਨੁਕਸਾਨ ਹੋਇਆ, ਜੋ ਜਾਨ ਮਾਲ ਦਾ ਨੁਕਸਾਨ ਤਾਂ ਨਹੀਂ, ਜਾਨ ਦਾ ਨੁਕਸਾਨ ਤਾਂ ਪੂਰਾ ਹੀ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਦਾ ਮਾਲੀ ਨੁਕਸਾਨ ਹੋਇਆ ਉਹਨੂੰ ਦੂਰ ਕਰਨਾ ਚਾਹੀਦਾ, ਉਹਨਾਂ ਦੀ ਭਰਪਾਈ ਕਰਨੀ ਚਾਹੀਦੀ, ਉਹਨਾਂ ਦੀ ਮਦਦ ਕਰਨੀ ਚਾਹੀਦੀ, ਤਾਂ ਕਿ ਲੋਕਾਂ ਦੀ ਜਿਨ੍ਹਾਂ ਦਾ ਵੱਡਾ ਨੁਕਸਾਨ ਹੋਇਆ, ਜਿਨ੍ਹਾਂ ਦੀ ਰੋਜੀ ਰੋਟੀ ਜਾਂਦੀ ਰਹੀ, ਉਹਨਾਂ ਦੀ ਰੋਜੀ ਰੋਟੀ ਬਹਾਲ ਹੋਵੇ, ਉਹਨਾਂ ਨੂੰ ਰੋਜੀ ਰੋਟੀ ਮਿਲੇ, ਤਾਂ ਕਿ ਉਹ ਆਪਣਾ ਠੀਕ ਤਰ੍ਹਾਂ ਨਾਲ ਜੀਵਨ ਜਿਹੜਾ ਬਸਰ ਕਰ ਸਕਣ। ਜੀ ਸਰ, ਜਿੱਥੋਂ ਤੱਕ ਅਸੀਂ ਗੱਲ ਕਰੀਏ ਸਿਆਸਤ ਦੀ, ਜਿਹੜੀ ਆਲ ਓਵਰ ਸਿਆਸਤ ਦੀ, ਜੇ ਆਪਾਂ ਇੱਕ ਵਾਰੀ ਗੱਲ ਕਰ ਲਈਏ, ਕਿਉਂਕਿ ਦੇਸ਼ ਦੀ ਸਿਆਸਤ ਦੇ ਬਾਰੇ ਛੋਟੀ ਜਿਹੀ ਬਰੀਫ ਦੇ ਵਿੱਚ ਆਖਰੀ ਸਵਾਲ ਹੈ ਮੇਰਾ ਤੁਹਾਨੂੰ, ਜ਼ਰੂਰੀ ਹੋ ਗਿਆ ਕਿਉਂਕਿ ਆ ਸਾਰੀਆਂ ਜਿਹੜੀਆਂ ਪਿਛਲੇ ਲੰਮੇ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਮੋਰਚੇ ਲੱਗ ਰਹੇ, ਕਦੇ ਕਿਸਾਨ ਮੋਰਚਾ ਐਡਾ ਲੰਮਾ ਜਿਹੜਾ ਆਪਣੇ ਹੱਕਾਂ ਹਕੂਕਾਂ ਲਈ ਕਿਸਾਨ ਨੇ ਲਾਇਆ ਦਿੱਲੀ ਦੀਆਂ ਬਰੂਹਾਂ ਤੇ, ਛੋਟੇ ਵੱਡੇ ਕਈ ਮੋਰਚੇ ਜਿਹੜੇ ਆ ਜਾਂ ਪ੍ਰਦਰਸ਼ਨ ਜਿਹੜੇ ਨੇ, ਮੁਜ਼ਾਹਰੇ ਨੇ, ਲਗਾਤਾਰ ਆਪਾਂ ਦੇਖ ਰਹੇ ਹਾਂ ਵੱਖ-ਵੱਖ ਜਗ੍ਹਾਵਾਂ ਤੇ, ਖੇਤਰਾਂ ਦੇ ਵਿੱਚ, ਸੂਬਿਆਂ ਦੇ ਵਿੱਚ। ਹੁਣ ਜਿੱਥੋਂ ਤੱਕ ਲੋਕ ਸਭਾ ਇਲੈਕਸ਼ਨਸ ਦੀ ਗੱਲ ਕਰੀਏ ਆਪਾਂ, ਜਿਹੜੀਆਂ ਚੋਣਾਂ ਆਉਣੀਆਂ ਨੇ, ਉਹਨੂੰ ਥੋੜ੍ਹਾ ਵਕਤ ਰਹਿ ਗਿਆ ਔਰ ਉਹਦੇ ਵਿੱਚ ਸਥਿਤੀ ਕਿੱਧਰ ਨੂੰ ਜਾ ਰਹੀ ਹੈ ਦੇਖਿਆ ਜਾਏ ਤਾਂ, ਕਿਉਂਕਿ ਪਿਛਲੇ ਦਿਨੀ 2 ਧੜੇ ਬਣੇ ਨੇ। ਇੱਕ ਤਾਂ ਇੰਡੀਆ ਵਾਲਾ ਧੜਾ ਬਣਿਆ ਜਿਹੜਾ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਹੋਰ ਪਾਰਟੀਆਂ ਸੀਗੀਆਂ, ਦੂਜੇ ਪਾਸੇ NDA ਵਾਲਾ ਧੜਾ ਹੈਗਾ। ਆਮੋ ਸਾਹਮਣੇ ਹੋਏ ਧੜੇ ਤਾਂ ਬਣੇ ਵੈਸੇ ਆਰਡੀਨੈਂਸ ਜਿਹੜਾ ਦਿੱਲੀ ਵਾਲਾ ਸੀ ਉਸ ਤੇ, ਪਰ ਇਹ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੀ ਵੀ ਦਸ਼ਾ ਤੇ ਦਿਸ਼ਾ ਉਹਨੂੰ ਦਰਸਾਉਂਦਾ। ਦੇਖੋ ਉਹ ਬਾਅਦ ਦੇ ਵਿੱਚ ਆਉਂਦਾ, ਜਿਹੜਾ ਇੰਡੀਆ ਬਣਨ ਦਾ ਕੰਮ ਆ ਨਾ, ਪ੍ਰੋਸੈਸ ਉਸ ਤੋਂ ਪਹਿਲਾਂ ਸ਼ੁਰੂ ਹੋ ਗਿਆ ਸੀਗਾ। ਉਸ ਤੋਂ ਪਹਿਲਾਂ ਇੱਕ ਬਿਹਾਰ ਦੇ ਵਿੱਚ ਮੀਟਿੰਗ ਹੋਈ ਸੀ, ਉਦੋਂ ਇਹ ਜਿਹੜਾ ਆਰਡੀਨੈਂਸ ਬਾਰੇ ਗੱਲ ਸ਼ੁਰੂ ਹੋ ਗਈ ਸੀ ਵੀ ਇਹ ਆਰਡੀਨੈਂਸ ਆਏਗਾ ਜਾਂ ਉਹਦੀ ਗੱਲ ਜਿਹੜੀ ਹੋ ਗਈ ਸੀ, ਉਹਦੇ ਨਾਲ ਹੀ ਆਪ ਜੁੜੀ ਸੀ। ਤੇ ਪਹਿਲਾਂ ਕਾਂਗਰਸ ਨੇ ਇਹਦੇ ਉੱਪਰ ਸਪਸ਼ਟ ਸਟੈਂਡ ਨਹੀਂ ਸੀ ਲਿਆ, ਉਹ ਬਾਅਦ ਦੇ ਵਿੱਚ ਲਿਆ ਸੀਗਾ ਵੀ ਅਸੀਂ ਇਹ ਰਾਜਾਂ ਨੂੰ ਵੱਧ ਅਧਿਕਾਰ ਖੋਹਣ ਦਾ ਮਸਲਾ ਰਾਜਾਂ ਦੇ, ਤੇ ਅਸੀਂ ਇਹਦੇ ਖਿਲਾਫ ਹਾਂ। ਤੇ ਉਸ ਤੋਂ ਬਾਅਦ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਫਿਰ ਜਿਹੜੀ ਅਗਲੀ ਮੀਟਿੰਗ ਹੋਈ ਸੀ, ਜਿਹੜੀ ਬੈਂਗਲੌਰ ਦੇ ਵਿੱਚ ਹੋਈ ਸੀ, ਉਹਦੇ ਸ਼ਾਮਲ ਹੋਈ ਸੀਗੀ। ਉਹ ਇੱਕ ਇਹ ਹੈਗਾ ਜਿਹੜਾ ਸਾਡਾ ਦੇਸ਼ ਹੈ, ਇਹਦੇ ਵਿੱਚ ਬੜੀ ਪਿਕੂਲਰ ਕਿਸਮ ਦੀ ਸਿਚੁਏਸ਼ਨ, ਅਜੇ ਚੋਣਾਂ ਵੋਟਾਂ ਪੈਣ ਦੇ ਵਿੱਚ 8 ਮਹੀਨੇ ਰਹਿੰਦੇ ਆ। ਹਾਂਜੀ, ਇਹਨਾਂ 8-9 ਮਹੀਨਿਆਂ ਦੇ ਵਿੱਚ ਅਜੇ ਕਈ ਉਤਰਾਅ ਚੜਾਅ ਹੋਣੇ ਜੀ। ਇੱਕ ਉਤਰਾਅ ਚੜਾਅ ਦਾ ਮਾਮਲਾ ਤਾਂ ਕੱਲ੍ਹ ਹੀ ਆਇਆ। ਕੱਲ੍ਹ ਸੁਪਰੀਮ ਕੋਰਟ ਨੇ ਜਿਹੜਾ ਗੁਜਰਾਤ ਹਾਈ ਟ੍ਰਾਇਲ ਕੋਰਟ ਦਾ ਫੈਸਲਾ ਸੀ, ਤੇ ਉਹ ਤੋਂ ਬਾਅਦ ਹਾਈ ਕੋਰਟ ਦਾ ਫੈਸਲਾ ਸੀਗਾ
ਰਾਹੁਲ ਗਾਂਧੀ ਜੀ ਜਿਹੜੀ ਡੈਫਾਮੇਸ਼ਨ ਦਾ ਮਾਮਲਾ ਸੀਗਾ, ਉਹਨੂੰ ਉਹਦੇ ਤੇ ਰੋਕ ਲਾਉਣ ਦਾ ਤੇ ਉਹਦੀ ਮੈਂਬਰੀ ਬਹਾਲ ਕਰਨ ਦਾ, ਤੇ ਨਾਲ ਉਹਨਾਂ ਨੇ ਆਪਣੀ ਹੀ ਨਿਆਂਪਾਲਿਕਾ ਜਿਹੜੀਆਂ ਇਹ ਜਿਹੜੀ ਟ੍ਰਾਇਲ ਕੋਰਟ ਹੈ ਤੇ ਹਾਈ ਕੋਰਟ ਆ, ਉਹਦੇ ਤੇ ਸਵਾਲ ਕੀਤੇ ਆ ਵੀ ਤੁਸੀਂ ਇਹ ਲਿਖਿਆ ਹੀ ਨਹੀਂ ਆਪਣੇ ਫੈਸਲੇ ਦੇ ਵਿੱਚ ਵੀ ਮੈਕਸਿਮਮ ਸਜ਼ਾ ਕਿਉਂ ਦਿੱਤੀ ਗਈ ਜੀ, ਉਹਦਾ ਕੋਈ ਰੀਜ਼ਨ ਐਕਸਪਲੇਨ ਨਹੀਂ ਕੀਤਾ, ਵਜ੍ਹਾ ਨਹੀਂ ਐਕਸਪਲੇਨ ਕੀਤੀ ਗਈ। ਤੇ ਜਦੋਂ ਤੁਸੀਂ ਵਜ੍ਹਾ ਐਕਸਪਲੇਨ ਨਹੀਂ ਕੀਤੀ ਫਿਰ ਸਜ਼ਾ ਕਾਹਦੀ, ਮਤਲਬ ਇਹ ਸਵਾਲ ਕੀਤਾ। ਇਹਦੇ ਤੇ ਜਿਹੜੀ ਰਾਹੁਲ ਗਾਂਧੀ ਦੀ ਮੈਂਬਰੀ ਲੋਕ ਸਭਾ ਦੀ ਮੈਂਬਰਸ਼ਿਪ ਜਿਹੜੀ ਬਹਾਲ ਕੀਤੀ ਗਈ ਆ, ਇਹ ਮੇਰਾ ਖਿਆਲ ਹੁਣ ਆ ਜਿਹੜੇ ਸੈਸ਼ਨ ਦੇ 3-4 ਦਿਨ ਰਹਿ ਜਾਣੇ ਆ, ਸੋਮਵਾਰ ਨਹੀਂ ਤਾਂ ਮੰਗਲਵਾਰ ਤੱਕ ਉਹਨਾਂ ਨੂੰ ਬਹਾਲ ਕਰਨਾ ਪਏਗਾ। ਇਹਦੇ ਨਾਲ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਇੱਕ ਨਵੀਂ ਜਿਹੜੀ ਆ ਉਹ ਤਰੰਗ ਜਿਹੜੀ ਆਈ ਹੈ, ਨਵਾਂ ਇੱਕ ਜੋਸ਼ ਜਿਹੜਾ ਕਾਂਗਰਸ ਪਾਰਟੀ 'ਚ ਆਇਆ, ਤੇ ਉਹਦੇ ਨਾਲ ਜਿਹੜੀਆਂ ਉਹਨਾਂ ਦੇ ਨਾਲ 26 ਪਾਰਟੀਆਂ ਨੇ ਉਹਨਾਂ ਨੂੰ ਇੱਕ ਨਵਾਂ ਜੋਸ਼ ਮਿਲਿਆ, ਤੇ ਉਹਦੇ ਨਾਲ ਮੈਨੂੰ ਲੱਗਦਾ ਹੈ ਕਿ ਜਿਹੜੀ ਜੋ ਤਰੀਕੇ ਨਾਲ ਇਹ ਸਰਕਾਰ ਚੱਲ ਰਹੀ ਹੈ ਉਹਨੂੰ ਵੀ ਜੇ ਇਸ ਪਾਸੇ ਜਿੱਤ ਹੋਈ ਹੈ ਤੇ ਦੂਜੇ ਪਾਸੇ ਡੈਫੀਨਿਟਲੀ ਹਾਰ ਹੋਈ ਹੈ। ਜਿਸ ਤਰੀਕੇ ਨਾਲ ਜਿੱਡੀ ਤੇਜ਼ੀ ਨਾਲ ਟ੍ਰਾਇਲ ਕੋਰਟ ਦਾ ਫੈਸਲਾ ਆਉਂਦੇ ਫਟਾਫਟ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖਤਮ ਕੀਤੀ ਗਈ ਲੋਕ ਸਭਾ ਤੋਂ, ਫਿਰ ਘਰ ਖਾਲੀ ਕਰਾਇਆ, ਪਰ ਉਹਨਾਂ ਨੇ ਮੈਂਬਰਸ਼ਿਪ ਤੋਂ ਵੀ ਤੇ ਘਰ ਖਾਲੀ ਕਰਨ ਤੋਂ ਨਾਲੋਂ ਨਾਲ ਜਦੋਂ ਇਹਨਾਂ ਆਰਡਰ ਕਿਹਾ ਵੀ ਖਾਲੀ ਕਰੋ ਤਾਂ ਉਹਨਾਂ ਨਾਲ ਦੀ ਨਾਲ ਬੜਾ ਹਿਊਮਿਲਿਟੀ ਨਾਲ ਜਿਹੜਾ ਨਾ ਨਿਮਨ ਭਾਵਨਾ ਨਾਲ ਜਿਹੜਾ ਉਹਨਾਂ ਨੇ ਕਿਹਾ ਵੀ ਠੀਕ ਹੈ ਮੈਂ ਘਰ ਖਾਲੀ ਕਰਦਾ, ਪਰ ਉਹਨਾਂ ਕਿਹਾ ਕਿ ਮੇਰੀ ਲੜਾਈ ਜਿਹੜੀ ਹੈ ਜਿਹੜੀ ਮੈਂ ਸ਼ੁਰੂ ਕੀਤੀ ਹੈ ਨਫ਼ਰਤ ਦੀ ਰਾਜਨੀਤੀ ਦੇ ਖਿਲਾਫ, ਉਹ ਮੇਰੀ ਲੜਾਈ ਜਿਹੜੀ ਜਾਰੀ ਰਹੇਗੀ, ਉਵੇਂ ਹੀ ਉਹਦੇ 'ਚ ਕੋਈ ਤਬਦੀਲੀ ਨਹੀਂ। ਹੁਣ ਵੀ ਇਸ ਫੈਸਲੇ ਤੋਂ ਬਾਅਦ ਵੀ ਉਹਨਾਂ ਇਹੀ ਕਿਹਾ ਬਿਲਕੁਲ। ਮੇਰਾ ਖਿਆਲ ਇਹ ਜ਼ਿਆਦਾ ਵੱਡੀ ਗੱਲ ਹੈਗੀ ਆ ਤੋ ਇਹਦੇ ਨਾਲ ਜਿਹੜਾ ਇਸ ਫੈਸਲੇ ਨਾਲ ਦੇਸ਼ ਦੀ ਸਿਆਸਤ ਜਿਹੜੀ ਆ ਉਹ ਪਲਟੇਗੀ, ਤੇ ਜਿਹੜਾ ਹਾਈ ਕੋਰਟ ਤੇ ਟ੍ਰਾਇਲ ਕੋਰਟ ਬਾਰੇ ਸੁਪਰੀਮ ਕੋਰਟ ਨੇ ਟਿੱਪਣੀਆਂ ਕੀਤੀਆਂ, ਕੱਲ ਨੂੰ ਸਾਡੇ ਬਾਕੀ ਦੇਸ਼ ਦੀ ਜੁਡੀਸ਼ਰੀ ਨੇ ਕੰਨ ਹੋਣੇ ਚਾਹੀਦੇ ਆ ਵੀ ਤੁਸੀਂ ਫੈਸਲਾ ਕਿਸੇ ਦੇ ਦਬਾਅ ਥੱਲੇ ਜਾਂ ਇਲੌਜੀਕਲ ਨਹੀਂ ਕਰ ਸਕਦੇ, ਤੁਹਾਨੂੰ ਜਿਹੜਾ ਵੀ ਫੈਸਲਾ ਉਹਦਾ ਲੌਜਿਕ ਦੇਣਾ ਪਏਗਾ, ਦਲੀਲ ਦੇਣੀ ਪਏਗੀ, ਤਰਕ ਦੇਣਾ ਪਏਗਾ ਵੀ ਤੁਸੀਂ ਕਿਉਂ ਕਰ ਰਹੇ ਹੋ। ਇਹ ਮੇਰਾ ਖਿਆਲ ਇਹਦਾ ਸੰਦੇਸ਼ ਜੁਡੀਸ਼ਰੀ ਨੂੰ ਵੀ ਗਿਆ, ਤੇ ਜਿਨ੍ਹਾਂ ਨੇ ਫੈਸਲਾ ਕਰਵਾਇਆ ਸੀਗਾ ਜਿਸ ਕਾਹਲੀ ਨਾਲ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਰਾ ਕੁਝ ਜਿਹੜਾ ਉਹ ਇਕੱਲੇ ਤੁਸੀਂ ਨਹੀਂ ਕਰ ਸਕਦੇ, ਜੇ ਕੋਈ ਧਿਰ ਇਹਦੇ ਖਿਲਾਫ ਉੱਠੀ ਹੈ ਉਹ ਲਾਜ਼ਮੀ ਤੌਰ ਤੇ ਉਹਨਾਂ ਦਾ ਰਸਤਾ ਜਿਹੜਾ ਨਾ ਇਸ ਫੈਸਲੇ ਨਾਲ ਉਹਨਾਂ ਦੀ ਕਤਾਰ ਵੱਡੀ ਹੋਣ ਵੱਲ ਜਾ ਰਹੀ ਹੈ। ਮੈਨੂੰ ਤਾਂ ਇੰਨਾ ਮੋਟੇ ਤੌਰ ਤੇ ਲੱਗਦਾ ਇਸ ਫੈਸਲੇ ਨਾਲ ਜਿਹੜਾ ਕਾਂਗਰਸ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਦੇ ਹੌਸਲੇ ਹੋਰ ਬੁਲੰਦ ਹੋਣਗੇ, ਤੇ ਜਿਹੜੀ ਧਰੁਵੀਕਰਨ ਦੀ ਸਿਆਸਤ ਆ ਉਹਨੂੰ ਇੱਕ ਸੱਟ ਵੱਜੇਗੀ। ਇਹਦੇ ਲਈ ਕਿੰਨਾ ਸਮਾਂ ਲੱਗ ਸਕਦਾ, ਜਿਹੜਾ ਇਹ ਫੈਸਲੇ ਨੂੰ ਕਿੰਨਾ ਕਿ ਵਿਰੋਧੀ ਪਾਰਟੀਆਂ ਜਿਹੜੀਆਂ ਜਿਨ੍ਹਾਂ ਦੀ ਅਗਲੀ ਮੀਟਿੰਗ ਜਿਹੜੀ ਆ ਮੇਰੇ ਖਿਆਲ 31 ਅਗਸਤ ਤੇ 1 ਸਤੰਬਰ ਨੂੰ ਹੋਣੀ ਹੈ ਬੰਬੇ ਦੇ ਵਿੱਚ, ਉਹਦੇ ਤੋਂ ਅੱਗੇ ਕੀ ਸ਼ੇਪ ਲੈਂਦਾ, ਅਜੇ ਟਾਈਮ ਕਾਫੀ ਹੈਗਾ, ਪਰ ਇਹ ਜਿਹੜੇ ਮਸਲੇ ਆ ਰਹੇ ਆ ਜਿਸ ਢੰਗ ਨਾਲ ਚੱਲ ਰਹੇ ਸਾਡੇ ਦੇਸ਼ ਦੇ ਵਿੱਚ, ਮੇਰਾ ਖਿਆਲ ਸਥਿਤੀ ਜਿਹੜੀ ਆ 19 ਦੀਆਂ ਚੋਣਾਂ ਤੋਂ 24 ਦੀਆਂ ਚੋਣਾਂ ਦੇ ਵਿੱਚ ਮੈਨੂੰ ਬਦਲਦੀ ਕਾਫੀ ਫਰਕ ਨਜ਼ਰ ਆਏਗਾ। ਤੇ ਗੱਲ ਕਈ ਵਾਰੀ ਚੋਣਾਂ ਦੇ ਵਿੱਚ ਹੀ ਜਦੋਂ 10 ਕੁ ਦਿਨ ਰਹਿੰਦੇ ਆ, ਕਈ ਵਾਰੀ ਉਹਦੇ ਵਿੱਚ ਇਹੋ ਜਿਹਾ ਘਟਨਾਕ੍ਰਮ ਵਾਪਰਦਾ ਹੈ ਕਿ ਸਥਿਤੀ ਟੋਟਲੀ ਟਰਨ ਲੈ ਜਾਂਦੀ ਹੈ। ਹੁਣ ਅਜੇ ਅੱਜ ਦੀ ਡੇਟ ਦੇ ਵਿੱਚ ਇਹ ਨਿਰਣਾ ਨਹੀਂ ਕੀਤਾ ਜਾ ਸਕਦਾ ਵੀ ਕਿੱਧਰ ਨੂੰ ਹੋਏਗਾ, ਪਰ ਲੱਗਦਾ ਜ਼ਰੂਰ ਹੈ ਕਿ ਇਹ ਜਿਹੜਾ ਜੋ ਕੁਝ ਵਾਪਰ ਰਿਹਾ ਸਾਡੇ ਦੇਸ਼ ਦੇ ਵਿੱਚ, ਜੋ ਚਰਨਿੰਗ ਹੋ ਰਹੀ ਹੈ, ਇਹ ਬਿਹਤਰ ਵਾਲੇ ਪਾਸੇ ਨੂੰ ਜਾਏਗੀ। ਤੇ ਜਿਹੜੀਆਂ ਫੋਰਸਿਸ ਦੇਸ਼ ਨੂੰ ਜਿਹੜਾ ਧਰਮ ਦੇ ਨਾਂ ਦੇ ਉੱਪਰ, ਜਾਤ ਪਾਤ ਦੇ ਨਾਂ ਦੇ ਉੱਪਰ ਵੰਡਣ ਦੀ ਰਾਜਨੀਤੀ ਕਰ ਰਹੀਆਂ, ਉਹਨਾਂ ਨੂੰ ਵਾਕਈ ਇੱਕ ਸੈਟਬੈਕ ਲੱਗੇਗੀ, ਤੇ ਉਹ ਮੇਰਾ ਖਿਆਲ ਆਪਣੇ ਜਿਹੜੇ ਇਸ ਰਸਤੇ ਤੋਂ ਬਾਜ ਆਉਣਗੀਆਂ। ਇੱਕ ਮੈਂ ਅੱਜ ਹੀ ਪੜ੍ਹ ਰਿਹਾ ਸੀਗਾ, ਦੇਖ ਰਿਹਾ ਸੀਗਾ ਕਿ ਜਿਹੜੇ ਇੱਕ ਅਖਬਾਰ ਜਿਹੜਾ ਇਹਨਾਂ ਦਾ ਹਮਾਇਤੀ ਸੀ, ਉਹਦਾ ਸੰਪਾਦਕ ਜਾਂ ਹੋਰ ਬੰਦਾ ਸੱਜਣ ਸੀ ਕਾਰੋਬਾਰੀ, ਉਹਨੇ ਇਸ ਗੱਲ ਤੇ ਵੀ ਟਿੱਪਣੀ ਕੀਤੀ ਵੀ ਇਹ ਜਿਹੜੀ ਰਾਜਨੀਤੀ ਚੱਲ ਰਹੀ ਦੇਸ਼ ਦੇ ਵਿੱਚ, ਇਹ ਦੇਸ਼ ਨੂੰ ਸੂਟ ਨਹੀਂ ਕਰਦੀ। ਸੂਟ ਇਸ ਕਰਕੇ ਨਹੀਂ ਕਰਦੀ ਕਿ ਦੇਸ਼ ਦੇ ਵਿੱਚ ਨਿਵੇਸ਼ ਲਈ ਇੱਕ ਸਾਜ਼ਗਾਰ ਵਾਤਾਵਰਨ ਚਾਹੀਦਾ। ਜਿਹੜਾ ਗੁਰੂਗ੍ਰਾਮ ਦੇ ਵਿੱਚ ਜੋ ਕੁਝ ਹੋਇਆ ਇਹ ਠੀਕ ਦਿਸ਼ਾ ਦੇ ਵਿੱਚ ਨਹੀਂ ਹੋਇਆ, ਇਹ ਗਲਤ ਹੋਇਆ, ਤੇ ਇਹਦੇ ਨਾਲ ਜਿਹੜੀ ਬਾਹਰੋਂ ਆਉਣਾ ਨਿਵੇਸ਼ ਆ ਉਹ ਵੀ ਰੁਕੇਗਾ। ਇਸ ਕਰਕੇ ਜਿਹੜੀ ਹਾਕਮਰਾਨ ਧਿਰ ਆ ਉਹਨੂੰ ਇਹਦੇ ਬਾਰੇ ਸੋਚਣਾ ਚਾਹੀਦਾ। ਡਿਸਟਰਬੈਂਸ ਕਿਸੇ ਦੇ ਹਿੱਤ ਦੇ ਵਿੱਚ ਵੀ ਨਹੀਂ ਹੈਗੀ, ਤੇ ਇਸ ਕਰਕੇ ਇਹੋ ਜਿਹੀ ਡਿਸਟਰਬੈਂਸ ਨਹੀਂ ਹੋਣੀ ਚਾਹੀਦੀ, ਇਹੋ ਜਿਹੀ ਮਾਰਕਟ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਸ਼ਾਂਤੀ ਜਿਹੜੀ ਆ ਉਹ ਬਹਾਲ ਨਾ ਹੁੰਦੀ ਹੋਵੇ, ਜਿਹਦੇ ਸ਼ਾਂਤਮਈ ਮਾਹੌਲ ਜਿਹੜਾ ਉਹ ਟੁੱਟਦਾ ਹੋਵੇ, ਖੰਡਿਤ ਹੁੰਦਾ ਹੋਵੇ।
ਸੋ ਇਹਦੇ ਖਿਲਾਫ ਜਿਹੜੀ ਗੱਲ ਹੋਣੀ ਚਾਹੀਦੀ ਹੈ, ਮਤਲਬ ਸ਼ਾਂਤੀ ਬਹਾਲੀ ਦੇ ਹੱਕ ਦੇ ਵਿੱਚ ਗੱਲਾਂ ਹੋਣੀਆਂ ਚਾਹੀਦੀਆਂ ਤੇ ਜਿਹੜੇ ਉਹ ਕਦਮ ਬੰਦ ਕਰਨੇ ਚਾਹੀਦੇ, ਉਹ ਰੋਕਣੇ ਚਾਹੀਦੇ ਜਿਹਦੇ ਨਾਲ ਸਾਡੇ ਦੇਸ਼ ਦਾ ਜਿਹੜਾ ਸਦਭਾਵ ਆ ਜਾਂ ਸਦਭਾਵਨਾ ਹੈ, ਭਾਈਚਾਰੇ ਦੀ ਜਿਹੜੀ ਗੱਲ ਆ ਉਹ ਟੁੱਟਦੀ ਹੋਵੇ, ਤੇ ਇਸ ਕਰਕੇ ਉਹਨੂੰ ਰੋਕਣਾ ਚਾਹੀਦਾ। ਤਾਂ ਮੈਨੂੰ ਲੱਗਦਾ ਕਿ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਇਹਦੇ ਦੂਰ ਰਸਤੇ ਜਿਹੜੇ ਆਉਣਗੇ ਤੇ ਚੰਗੇ ਪਾਸੇ ਵੱਲ ਨੂੰ ਜਾਣਗੇ। ਸਾਡਾ ਦੇਸ਼ ਜਿੱਧਰ ਨੂੰ ਧੱਕਿਆ ਜਾ ਰਿਹਾ ਉਸ ਪਾਸੇ ਵੱਲ ਨੂੰ ਨਹੀਂ ਜਾਏਗਾ। ਉਹ ਸਾਰੀਆਂ ਜਿਹੜੀਆਂ ਸਿਚੁਏਸ਼ਨਾਂ ਮਾੜੀਆਂ ਪੈਦਾ ਕਰਨ ਦੇ ਯਤਨ ਕੀਤੇ ਉਹਨਾਂ ਨੂੰ ਮੇਰਾ ਖਿਆਲ ਪਾਸ ਕਰ ਜਾਏਗਾ ਤੇ ਚੰਗੀ ਦਿਸ਼ਾ ਜਿਹੜੀ ਆ ਦੇਸ਼ ਦੀ ਬਣੇਗੀ ਤੇ ਇਹ ਜਿਹੜੀ ਰਾਜਨੀਤੀ ਇਹਨੂੰ ਲਾਜ਼ਮੀ ਤੌਰ ਤੇ ਹਾਰ ਹੋਏਗੀ। ਇਸ ਪਾਸੇ ਵੱਲ ਨੂੰ ਦੇਸ਼ ਚੱਲ ਰਿਹਾ, ਇਸ ਪਾਸੇ ਵੱਲ ਨੂੰ ਦਿਸ਼ਾ ਬਣ ਰਹੀ ਹੈ। ਇਹ ਕਿੰਨੀ ਕੁ ਬਣੇਗੀ ਅੱਜ ਦੀ ਘੜੀ ਦੇ ਵਿੱਚ ਇਹਦਾ ਨਿਤਾਰਾ ਕਰਨਾ ਮੇਰਾ ਖਿਆਲ ਸਹੀ ਨਹੀਂ ਹੋਏਗਾ, ਪਰ ਦੇਸ਼ ਤੁਰ ਉਸ ਦਿਸ਼ਾ ਦੇ ਵਿੱਚ ਚੱਲ ਪਿਆ ਜਿਹੜਾ ਇਹ ਸਮਝਦਾ ਕਿ ਇਸ ਦੇਸ਼ ਦੇ ਵਿੱਚ ਜਿਹੜੀ ਰਾਜਨੀਤੀ ਚਲਾਈ ਜਾ ਰਹੀ ਹੈ ਇਹ ਦੇਸ਼ ਹਿੱਤ ਦੇ ਵਿੱਚ ਨਹੀਂ ਗੀ। ਜਿਹੜੇ ਸਾਡੇ ਦੇਸ਼ ਦੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਆਜ਼ਾਦੀ ਲਿਆਉਣ ਲਈ ਉਹਨਾਂ ਦੇ ਹਿੱਤ ਵਿੱਚ ਨਹੀਂ ਗੀ। ਉਹਨਾਂ ਨੇ ਇਸ ਗੱਲ ਲਈ ਕੁਰਬਾਨੀਆਂ ਨਹੀਂ ਸੀ ਕੀਤੀਆਂ ਕਿ ਦੇਸ਼ ਨੂੰ ਇਸ ਪਾਸੇ ਵੱਲ ਤੋਰਨਾ, ਗਲਤ ਪਾਸੇ ਵੱਲ ਤੋਰਨਾ, ਜਾਂ ਦੇਸ਼ ਦੀ ਦਿਸ਼ਾ ਜਿਹੜੀ ਗਲਤ ਪਾਸੇ ਵੱਲ ਜਾ ਰਹੀ ਹੈ। ਸੋ ਮੇਰਾ ਖਿਆਲ ਹੈ ਜਿਹੜਾ ਕੱਲ ਦੀ ਫੈਸਲਾ ਹੋਇਆ, ਜੋ ਵੀ ਫੈਸਲਾ ਆਇਆ ਰਾਹੁਲ ਗਾਂਧੀ ਦੇ ਹੱਕ ਦੇ ਵਿੱਚ ਆਇਆ, ਉਹਨੂੰ ਜਿਵੇਂ ਕਾਂਗਰਸ ਸੈਲੀਬ੍ਰੇਟ ਕਰ ਰਹੀ, ਨੇਚਰਲੀ ਇਸ ਫੈਸਲੇ ਦੇ ਮੇਰੇ ਖਿਆਲ ਦੂਰ ਆ ਸਿੱਟੇ ਨਿਕਲਣਗੇ ਤੇ ਸਹੀ ਦਿਸ਼ਾ ਦੇ ਵਿੱਚ ਸਾਡਾ ਦੇਸ਼ ਜਿੰਨਾ ਰਸਤਿਆਂ ਤੋਂ ਭਟਕਿਆ ਹੋਇਆ ਉਹ ਦੁਬਾਰਾ ਆਪਣੀ ਦਿਸ਼ਾ ਜਿਹੜੀ ਆ ਉਹ ਤੈਅ ਕਰ ਲਏਗਾ। ਬਹੁਤ ਬਹੁਤ ਧੰਨਵਾਦ ਤੁਹਾਡਾ ਜੰਮੂ ਜੀ, ਤੁਸੀਂ ਅੱਜ ਲੰਮੀ ਚੌੜੀ ਵਿਸਤਾਰ ਦੇ ਨਾਲ ਸਾਡੇ ਨਾਲ ਗੱਲਬਾਤ ਕੀਤੀ ਹੈ, ਇਸ ਲਈ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ। ਇਹ ਸਾਡੇ ਨਾਲ ਸੀਗੇ ਸੀਨੀਅਰ ਜਰਨਲਿਸਟ ਬਲਵਿੰਦਰ ਜੰਮੂ, ਬੜੇ ਵਿਸਤਾਰ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ। ਉਹਨਾਂ ਦਾ ਤਜਰਬਾ ਬੋਲਦਾ, ਉਹਨਾਂ ਦਾ ਬਹੁਤ ਲੰਮਾ ਚੌੜਾ ਤਜਰਬਾ ਹੈਗਾ, ਬਹੁਤ ਲੰਮੇ ਟਾਈਮ ਤੋਂ ਉਹ ਬਹੁਤ ਦੇਸ਼ ਦੀ ਰਾਜਨੀਤੀ ਨੂੰ ਵੀ ਦੇਖ ਰਹੇ ਨੇ, ਕਵਰ ਵੀ ਕਰ ਰਹੇ ਨੇ ਔਰ ਲਗਾਤਾਰ ਲਿਖਦੇ ਵੀ ਰਹੇ ਨੇ। ਉਹਨਾਂ ਦੀਆਂ ਗੱਲਾਂ ਜਿਹੜੀਆਂ ਪਾਇਦੀਆਂ ਹੁੰਦੀਆਂ ਔਰ ਡੈਫੀਨੇਟਲੀ ਉਹਨਾਂ ਨੇ ਇੱਕ ਬੜੇ ਪੋਜ਼ਿਟਿਵ ਨੋਟ ਤੇ ਗੱਲ ਨੂੰ ਆਪਣੇ ਨੂੰ ਕੰਪਲੀਟ ਕੀਤਾ ਹੈ। ਔਰ ਉਹਨਾਂ ਨੇ ਕਿਹਾ ਕਿ ਚਾਹੇ ਦੇਸ਼ ਇਸ ਟਾਈਮ ਸਾਡਾ ਮੁਲਕ ਜਿਹੜਾ ਉਹ ਬਹੁਤ ਸਾਰੀਆਂ ਜਿਹੜੀਆਂ ਉਲਝਣਾਂ ਦੇ ਵਿੱਚ ਪਿਆ ਹੋਇਆ ਹੈ, ਵੱਖ-ਵੱਖ ਤਰੀਕੇ ਦੇ ਸੂਬਿਆਂ ਦੀਆਂ ਆਪਣੀਆਂ ਉਲਝਣਾਂ ਨੇ ਔਰ ਜੇ ਕੇਂਦਰ ਦੀ ਗੱਲ ਕਰੀਏ ਆਪਣੀਆਂ ਉਲਝਣਾਂ ਨੇ, ਪਰ ਅਸੀਂ ਕਿਉਂਕਿ ਪੰਜਾਬ 'ਚ ਰਹਿੰਦੇ ਹਾਂ, ਪੰਜਾਬ ਦੀ ਗੱਲ ਕਰਾਂਗੇ ਤੇ ਦੇਸ਼ ਦੀ ਗੱਲ ਕਰਾਂਗੇ। ਬਾਕੀ ਵੀ ਮਣੀਪੁਰ ਦੀ ਅਸੀਂ ਗੱਲ ਕੀਤੀ, ਹੋਰ ਸੂਬਿਆਂ ਦੀ ਵੀ ਕੀਤੀ। ਜਿਹੜਾ ਸਿਆਸਤਦਾਨਾਂ ਦਾ ਜਿਹੜਾ ਰੁਖ ਹੈਗਾ ਖਾਸ ਕਰਕੇ ਉਹ ਅੱਜ ਕੱਲ੍ਹ ਬੜਾ ਹੀ ਔਖਾ ਤੇ ਭਾਰਾ ਜਿਹਾ ਇਸ ਕਰਕੇ ਹੋ ਗਿਆ ਕਿ ਲੋਕ ਹਿੱਤ ਦੀਆਂ ਗੱਲਾਂ ਜਿਹੜੀਆਂ ਬਹੁਤ ਘੱਟ ਹੋ ਰਹੀਆਂ, ਪਰ ਜਿਹੜੇ ਉਹਨਾਂ ਦੇ ਆਪਸ ਦੀਆਂ ਜਿਹੜੀ ਖਿੱਚਤਾਨ ਹੈਗੀ ਹੈ ਉਹ ਜ਼ਿਆਦਾ ਵਧੀ ਹੋਈ ਹੈ। ਸ਼ਬਦਾਂ ਤੇ ਖਾਸ ਕਰਕੇ ਹਰ ਇਨਸਾਨ ਨੂੰ ਕਾਬੂ ਰੱਖਣਾ ਚਾਹੀਦਾ ਹੈ। ਸ਼ਬਦ ਜਿਹੜੇ ਨੇ ਉਹ ਕਈ ਵਾਰੀ ਪੁੱਠੇ ਪੈ ਜਾਂਦੇ ਆ ਤੇ ਕਈ ਵਾਰੀ ਉਹ ਬਹੁਤ ਹੀ ਨੁਕਸਾਨ ਕਰ ਜਾਂਦੇ ਆ। ਕਈ ਵਾਰੀ ਚੀਜ਼ਾਂ ਜਿੱਦਾਂ ਦੀਆਂ ਨਹੀਂ ਵੀ ਹੁੰਦੀਆਂ, ਇੱਕ ਦੂਜੇ ਤੇ ਟਿੱਪਣੀਆਂ ਕਰਦੇ ਕਰਦੇ ਇੰਨੀ ਦੂਰ ਤੱਕ ਨਿਕਲ ਜਾਂਦੇ ਆ ਲੋਕ ਕਿ ਵਾਪਸ ਮੁੜਨਾ ਕਈ ਵਾਰੀ ਔਖਾ ਹੋ ਜਾਂਦਾ ਹੈ। ਉਹਦੇ ਨਾਲ ਸਥਿਤੀਆਂ ਵਿਗੜਦੀਆਂ ਹੀ ਹੈ, ਕੁਝ ਸੰਵਰਦਾ ਨਹੀਂ ਹੈ। ਤੇ ਇਹੀ ਗੱਲ ਜਿਹੜੀ ਹੈ ਸਿਆਸਤਦਾਨਾਂ ਨੂੰ ਵੀ ਆਪਣੀ ਜ਼ੁਬਾਨ ਤੇ ਕਾਬੂ ਰੱਖਣ ਦੀ ਬਹੁਤ ਜ਼ਰੂਰਤ ਹੈ, ਸ਼ਬਦਾਵਲੀ ਤੇ ਖਾਸ ਕਰਕੇ ਜਿਹੜੀ ਹੈ ਪਕੜ ਰੱਖਣ ਦੀ ਬਹੁਤ ਜ਼ਰੂਰਤ ਹੈ। ਲੋਕਾਂ ਨੇ ਉਹਨਾਂ ਨੂੰ ਆਪਣੇ ਨੁਮਾਇੰਦੇ ਬਣਾ ਕੇ ਵਿਧਾਨ ਸਭਾ ਜਾਂ ਲੋਕ ਸਭਾ ਦੇ ਵਿੱਚ ਭੇਜਿਆ ਤੇ ਉੱਥੇ ਉਹਨਾਂ ਨੇ ਇਹ ਨਿਤਾਰਾ ਕਰਨ ਲਈ ਨਹੀਂ ਭੇਜਿਆ ਕਿ ਤੁਸੀਂ ਇੱਕ ਦੂਜੇ ਨੂੰ ਕਿੰਨਾ ਖਿੱਚ ਸਕਦੇ ਹੋ ਜਾਂ ਕਿੰਨਾ ਇੱਕ ਦੂਜੇ ਦਾ ਜਿਹੜਾ ਇੱਜ਼ਤ ਆਬਰੂ ਤੇ ਜਾਂ ਇੱਕ ਤਰ੍ਹਾਂ ਤੇ ਟਿੱਪਣੀਆਂ ਕਰ ਸਕਦੇ ਹੋ, ਪਰ ਉਹਨਾਂ ਨੇ ਇਸ ਕਰਕੇ ਭੇਜਿਆ ਕਿ ਤੁਸੀਂ ਸਾਡੀਆਂ ਸਮੱਸਿਆਵਾਂ ਜਾਂ ਸਾਡੇ ਮੁੱਦਿਆਂ ਨੂੰ ਕਿੰਨਾ ਹੱਲ ਕਰ ਸਕਦੇ ਹੋ। ਸਹੀ ਤਰੀਕੇ ਨਾਲ ਆਵਾਜ਼ ਚੁੱਕਣੀ ਸਿਆਸਤਦਾਨਾਂ ਦਾ ਪਹਿਲਾ ਧਰਮ ਹੈ। ਜਿੱਥੋਂ ਤੱਕ ਮਣੀਪੁਰ ਦੀ ਗੱਲ ਹੈ, ਬਹੁਤ ਹੀ ਸ਼ਰਮਨਾਕ ਘਟਨਾ ਹੋਈ ਹੈ ਔਰ ਔਰਤਾਂ ਅੱਧੀ ਆਬਾਦੀ ਅੱਜ ਦੀਆਂ ਕਹਿਲਾਉਂਦੀਆਂ ਔਰ ਉਹਨਾਂ ਦੇ ਬਰਾਬਰ ਦੇ ਅਧਿਕਾਰ ਨੇ। ਔਰਤ ਕੀ ਚਾਹੁੰਦੀ ਹੈ ਕੀ ਨਹੀਂ ਚਾਹੁੰਦੀ, ਉਹ ਔਰਤ ਦੇ ਆਪਣੇ ਹੱਕ ਹਕੂਕ ਦੇ ਵਿੱਚ ਹੋਣਾ ਚਾਹੀਦਾ ਔਰ ਇਹ ਚੀਜ਼ ਬਿਲਕੁਲ ਅੱਜ ਦੇ ਹਾਲਾਤਾਂ ਦੇ ਵਿੱਚ ਹੋਰ ਵੀ ਮਜ਼ਬੂਤ ਹੋਣੀ ਚਾਹੀਦੀ ਹੈ ਜਦੋਂ ਕਿ ਅਸੀਂ ਚੰਦਰਯਾਨ 3 ਦੀਆਂ ਗੱਲਾਂ ਕਰਦੇ ਹਾਂ ਜਾਂ ਫਿਰ 21ਵੀਂ ਸਦੀ ਦੀਆਂ ਗੱਲਾਂ ਕਰਦੇ ਹਾਂ। ਇਸ ਦੇ ਨਾਲ ਨਾਲ ਹੀ ਜਿਹੜਾ ਸੈਂਟਰ ਤੋਂ ਪੰਜਾਬ ਨੂੰ ਪੈਸਾ ਆਉਣਾ ਹੈ, ਜੇ ਉਹਦੀ ਵੀ ਗੱਲ ਕਰ ਲਈਏ ਤੇ ਉਹ ਕੋਈ ਸੈਂਟਰ ਦਾ ਪੈਸਾ ਨਹੀਂ ਹੈ, ਪੰਜਾਬ ਦਾ ਹੈ। ਸੂਬਿਆਂ ਦੇ ਹੱਕ ਹੁੰਦੇ ਹੈ, ਉਹਦੇ ਲਈ ਵੀ ਜਿਹੜਾ ਸਹੀ ਦਿਸ਼ਾ 'ਚ ਗੱਲ ਕਰਨੀ ਚਾਹੀਦੀ ਹੈ। ਉਸਦੇ ਨਾਲ ਹੀ ਜੰਮੂ ਜੀ ਨੇ ਇੱਕ ਬੜੀ ਵਧੀਆ ਗੱਲ ਕਹੀ ਕਿ ਜਿਹੜੀਆਂ ਨਵੀਂ ਪਰਿਸਥਿਤੀਆਂ ਬਣ ਰਹੀਆਂ ਔਰ ਖਾਸ ਕਰਕੇ ਜੁਡੀਸ਼ਰੀ ਨੂੰ ਵੀ ਆਪਣੇ ਤਰੀਕੇ ਦੇ ਨਾਲ ਜਿਹੜਾ ਹੈ ਸੁਧਾਰ ਵੱਲ ਦੇਖਿਆ ਜਾ ਰਿਹਾ, ਕਿਉਂਕਿ ਸੁਪਰੀਮ ਕੋਰਟ ਦਾ ਜਿਹੜਾ ਫੈਸਲੇ ਨੇ ਪਿਛਲੇ ਦਿਨਾਂ ਦੇ ਵਿੱਚ ਉਹ ਬਹੁਤ ਹੀ ਵਧੀਆ ਫੈਸਲੇ ਆ ਰਹੇ ਨੇ ਤੇ ਕਿਤੇ ਨਾ ਕਿਤੇ ਦਿਸ਼ਾ ਤੇ ਦਸ਼ਾ ਮੁਲਕ ਦੀ ਬਦਲੇਗੀ ਜ਼ਰੂਰ। ਐਸੇ ਪੋਜ਼ਿਟਿਵ ਨੋਟ ਤੇ ਅਸੀਂ ਅੱਜ ਛੱਡਦੇ ਹਾਂ। ਮੇਰੇ ਨਾਲ ਮੇਰੇ ਕੈਮਰਾਮੈਨ ਸਰਬਜੀਤ ਨੇ, ਮੈਨੂੰ ਤੇ ਮੇਰੇ ਕੈਮਰਾਮੈਨ ਸਰਬਜੀਤ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ।